करो गल, मैं बस म्यूट कर लूं। जी ज़िया भाई। उस्ताद जी तुसी नहीं अज बोले, थोड़ा जा बोलो ना। किन्नू कह रहे हो भाईजान? उस्ताद मोहतरम नईम भाई। हाँ भाई, मौलवी नईम दे वारी। यार माइक सेट नहीं है मेरा, मैं ਕਿ ਚੱਟ ਮਸ਼ੀਨ ਮਾਫੀ ਮੰਗ ਲੇ ਭਾਈ, ਇੰਜ ਖੇਡਣਾ ਜੇ ਤੇ ਮੈਂ ਨਹੀਂ ਖੇਡਣਾ ਯਾਰ। ਅਸੀਂ ਮੋਸ਼ਨ ਫੜਨੇ ਆ, ਤੁਸੀਂ ਪਿੱਛੋਂ ਸਾਨੂੰ ਕਹਿ ਦਿੰਦੇ ਜੀ ਬਸ ਕਰੋ ਹੁਣ, ਬਰਾਡਾ ਬੰਦ ਕਰ ਦਿਓ। ਕੋ ਕਮ ਸੇ ਕਮ ਕੋਈ ਇੱਕ ਹਫਤਾ ਹੁਣ ਸਾਨੂੰ ਜਿਹੜਾ ਨਾ ਕਿ ਇਹਨਾਂ ਦੀ ਠੋਕਾ ਠਕਾਈ ਕਰ ਲੈਣ ਦਿਓ। ਅਮਨਜ਼ੀਰ ਸਾਹਿਬ ਹੁਣ ਤੁਸੀਂ ਜਿਹੜਾ ਨਾ ਵਜਾ ਕੇ ਰੱਖੋ ਮੇਰੇ ਵੱਲੋਂ, ਜ਼ਿਆਦਾ ਤਾਂ ਅਮਨਜ਼ੀਰ ਇਸ ਲਈ ਰੋਕਦਾ, ਵਜਾ ਕੇ ਰੱਖੋ ਇੱਕ ਹਫਤਾ ਯਾਰ। ਇੰਜ ਨਹੀਂ ਨਾ, ਉਧਰ ਜਦੋਂ ਚੈਸ ਮੋਸ਼ਨ ਬਣਦਾ ਤੇ ਪਿੱਛੋਂ ਤੁਸੀਂ ਕਹਿੰਦੇ ਹੋ ਜੀ ਛੱਡੋ। ਅਮਨਜ਼ੀਰ ਦੀ ਸੁਲਾ ਵੀ ਹੋ ਜਾਏ ਤੇ ਇੱਕ ਹਫਤਾ ਸਾਡੀ ਕੋਈ ਸੁਲਾ ਨਹੀਂ, ਵਜਾ ਕੇ ਰੱਖੋ। ਬਾ ਗੱਲ ਮੁੱਕੀ ਝਗੜਾ ਇਹ ਮਕਸਦ ਹੈ ਕਿ ਯਾਰ ਅਸੀਂ ਜਿਹੜਾ ਨਾ ਦੀ ਬਗੈਰ ਤੇ ਪੂਰਾ ਹਫਤਾ ਮਿਰਜ਼ੇ ਦੀ ਮੰਜੀ ਠੋਕੋ ਬਸ, ਕੋਈ ਰਿਆ ਭਾਈਜਾਨ। 6 ਮਹੀਨੇ ਤੋਂ ਜ਼ਿਆਦਾ ਬਈ ਯਕੀਨ ਕਰੋ ਸਾਡੇ ਦਿਲ ਦੇ ਵਿੱਚ ਨਾ ਕਿਹੜੀ ਬਰਾੜ ਦੀਆਂ ਜਿਹੜੀਆਂ ਦੁੱਖਾਂ ਦਰਦਾਂ ਤੇ ਤਰੋੜਾਂ ਹੁੰਦੀਆਂ ਨੇ ਇਹਨਾਂ ਦੀਆਂ, ਇਹ ਹਰਾਮਜ਼ਦੀਆਂ ਦੀ ਮਸਾਂ ਸਾਨੂੰ ਕਿਧਰੇ ਮੌਕਾ ਲੱਭਦਾ ਇਹਨਾਂ ਦੀ ਮੰਜੀ ਹਜ਼ਰਤ ਅਮਾ ਜਾਨ ਚੌਂਕ 'ਚ ਟੰਗਣ ਨੂੰ। ਤੇ ਫਿਰ ਜਦੋਂ ਟੰਗੀ ਜਾਵੇ ਤੇ ਕਮ ਸੇ ਕਮ ਯਾਦ ਰੋਕਿਆ ਨਾ ਕਰੋ, ਜਾਂ ਇੱਕ ਅੱਧਾ ਹਫਤਾ ਨਾ ਕੰਨਾਂ 'ਚ ਤੇਲ ਪਾ ਲਿਆ ਕਰੋ। ਸਮਝ ਲਓ ਤੁਸੀਂ ਕਹਿੰਦੇ ਰਹੇ ਤੇ ਅਸੀਂ ਕੋਈ ਨਹੀਂ ਸੁਣਦਾ। ਮੇਰੇ ਲਈ ਇਜਾਜ਼ਤ ਹੈ, ਮੇਰੇ ਲਈ ਸਭ ਭਰਾਵਾਂ ਨੂੰ ਇਜਾਜ਼ਤ ਹੈ, ਜਿੰਨੀ ਮਰਜ਼ੀ ਹਫਤਾ ਪੂਰਾ ਮੰਜੀ ਠੋਕੋ ਇਹਨਾਂ ਦੀ, ਕੋਈ ਮੁਸਲਮਾਨ ਇਹਨਾਂ ਨੂੰ ਮੂੰਹ ਨਾ ਲਾਏ। ਜਿਹੜਾ ਲਾਏਗਾ ਉਹ ਬੇਗੈਰਤ ਹੋਵੇਗਾ, ਜੋ ਕੋਈ ਇਹਨਾਂ ਨੇ ਹਰਾਮਜ਼ਾਦਗੀ ਕੀਤੀ। ਮੈਂ ਹੁਣ ਮਸਲੇ ਦੇ ਉੱਤੇ ਖਲੋ ਕੇ ਬੋਲਣ ਲੱਗਾ ਜੀ ਲੀਮ ਸਾਹਿਬ, ਮਸਲਾ ਤਾਂ ਬਣਿਆ। ਜਿਹੜਾ ਇਹਨਾਂ ਨੂੰ ਮੂੰਹ ਲਾਏਗਾ ਹੁਣ ਮਿਰਜ਼ਾਈਆਂ ਨੂੰ, ਮਿਰਜ਼ੌਟਿਆਂ ਨੂੰ, ਉਹਦੇ 'ਚ ਨਬੀ ਦੀ ਗੈਰਤ ਹੈ ਹੀ ਨਹੀਂ। ਉਹ ਬੇਗੈਰਤ ਹੈ। ਇਸ ਟਿਕਟਾਕ ਦੇ ਉੱਤੇ ਸੁਣ ਲਓ, ਇੱਲਾ ਇਹ ਕਿ ਇਹ ਆ ਕੇ ਮਾਫੀ ਮੰਗਣ ਸਾਰੇ ਮਿਰਜ਼ਾਈਆ ਤੇ ਟਿਕਟਾਕ ਦੇ ਉੱਤੇ ਨੱਕ ਨਾਲ ਲੀਕਾਂ ਕੱਢਣ ਕਿ ਅਸੀਂ ਇਸ ਹਰਾਮਜ਼ਾਦਗੀ ਤੋਂ ਮਾਫੀ ਚਾਹੁੰਦੇ ਜਿਹੜੀ ਇਹਨੇ ਕੀਤੀ ਹਰਾਮਜ਼ਾਦਗੀ। ਨਹੀਂ ਸ਼ਰਤ ਹੋਵੇ ਜਿਹੜੀ ਮਿਰਜ਼ਾ ਕਜਾਨੀ ਰੱਖੀ ਸੀ ਕਿ ਇਹ ਜਿਨ੍ਹਾਂ ਮੜੇ ਤੇ ਫਤਵਾ ਲਾਇਆ ਨਾ ਉਹਨਾਂ ਕਾਫਰ ਆਖੋ ਤੇ ਫਿਰ ਮੈਂ ਮੰਨਾਂਗਾ। ਇਹ ਸ਼ਰਤ ਮੈਨੂੰ ਗੱਲ ਕਰ ਲੈਣ ਤੋਂ, ਮੈਂ ਬਿਜ਼ੀ ਹੋਣ ਲੱਗਾ। ਮੈਂ ਕਹਿਣਾ ਪਿਆ ਕਿ ਅਗਰ ਇਹ ਆ ਕੇ ਮਾਫੀ ਮੰਗਦੇ ਨੇ ਸਭ ਦੇ ਸਾਹਮਣੇ ਬਰਾਡ ਦੇ ਉੱਤੇ ਤੇ ਫਿਰ ਵੇਖਣੇ ਆ, ਲੇਕਿਨ ਅਗਰ ਨਹੀਂ, ਅਗਰ ਇਹੋ ਹੀ ਕੰਮ ਇਹਨਾਂ ਨੇ ਕਰਤੂਤ ਕਰਨੇ ਨੇ ਤੇ ਰੋਜ਼ ਪੇ ਕਰਦੇ ਨੇ। ਅੱਜ ਨਵਾਂ ਕੀਤਾ ਨੇ। ਇਸ ਤੋਂ ਬਾਅਦ ਕੋਈ ਮੁਸਲਮਾਨ ਜਿਹਦੇ ਦਿਲ 'ਚ ਨਬੀ ਦਾ ਕੋਈ ਥੋੜਾ ਜਿਹਾ ਵੀ ਆ ਸ਼ਰਮ ਹੈ ਤੇ ਗੈਰਤ ਹੈ ਨਾ, ਤੇ ਉਹ ਬੇਗੈਰਤ ਨਹੀਂ ਹੈ ਤੇ ਇਹਨਾਂ ਨੂੰ ਮੂੰਹ ਨਹੀਂ ਲਾਉਣ ਲਗਾ। ਪੂਰਾ ਹਫਤਾ ਇਹਨਾਂ ਦੀ ਮੰਜੀ ਠੋਕੋ। ਮੇਰੇ ਨੂੰ ਬਿਲਕੁਲ ਇਜਾਜ਼ਤ ਹੈ, ਜੋ ਮਰਜ਼ੀ ਲਿਖੋ ਤੇ ਜੋ ਮਰਜ਼ੀ ਟੰਗੋ ਇਹਨਾਂ ਦੀ। ਇਹ ਰਿਸਟ੍ਰਿਕਸ਼ਨ ਸਿਰਫ ਇੱਕ ਹਫਤੇ ਵਾਸਤੇ ਹੈ ਜੀ, ਜ਼ਿਹਨ 'ਚ ਰੱਖੋ। ਇੱਕ ਹਫਤਾ ਬਿਲਕੁਲ ਅਸੀਂ ਜਿਹੜਾ ਵੇ ਨਾ, ਅਸੀਂ ਇਹ ਪਹਿਲੀ ਗੱਲ ਸੁਣ ਲਈਏ ਤੇ ਦੂਜੀ ਅਸੀਂ ਕੋਈ ਨਹੀਂ ਸੁਣੀ। ਹੁਣ ਬ੍ਰੇਕਾਂ ਲੱਗਣਗੀਆਂ ਆਪਣੀ ਦੌੜ ਤੇ ਜਾ ਕੇ, ਜਿੱਥੇ ਥੱਕ ਗਏ ਉੱਥੇ ਜਾ ਕੇ ਬ੍ਰੇਕ ਲੱਗ ਨਹੀਂ। ਇੱਕ ਹਫਤੇ ਤੋਂ ਬਾਅਦ ਇਹ ਪਾਬੰਦੀ ਕੋਈ ਨਹੀਂ ਹੋਏਗੀ, ਲੇਕਿਨ ਇੱਕ ਹਫਤਾ ਪਾਬੰਦੀ, ਇੱਕ ਹਫਤੇ ਤੋਂ ਬਾਅਦ ਪਾਬੰਦੀ ਕੋਈ ਨਹੀਂ ਹੋਏਗੀ। ਤੁਹਾਡੀ ਮਰਜ਼ੀ, ਭਾਵੇਂ ਤੁਸੀਂ ਮਹੀਨਾ ਲੱਗੇ ਰਹੋ, ਕੋਈ ਮਸਲਾ ਇਹ ਹੋਈ ਨਾ ਗੱਲ। ਅੱਜ ਇਹਦੇ ਤੇ ਅੱਗੇ ਮੈਨੂੰ ਤੇ ਇਸ ਮਸਲੇ ਦਾ ਹੁਣ ਪਤਾ ਲੱਗਾ ਹੈ, ਲੇਕਿਨ ਕੋਈ ਤਕਰੀਬਨ 2-3 ਘੰਟੇ ਪਹਿਲੇ ਅਸੀਂ ਬਰੋਡ ਲਾਈ ਤੇ ਐਵੇਂ ਗੱਪਸ਼ਪ ਕਰਦੇ ਬੈਠੇ ਸਾਂ ਤੇ ਉੱਥੇ ਕਾਗ ਨਾ ਮਿਰਜ਼ੇ ਤੇ ਸਿਆਲਕੋਟ ਪੜ ਗਿਆ। ਅਸੀਂ ਤੇ ਘੰਟਾ ਡੇਢ ਉਹਦੇ ਤੇ ਝੂਟੀ ਲਾ ਛੱਡੀਏ, 1 ਘੰਟਾ ਤੇ ਇਸੇ ਗੱਲ ਤੇ ਅਸੀਂ ਇਹਨਾਂ ਦੀ ਤੰਬੀ ਟੰਗ ਦਿੱਤੀ ਹੈ। ਤੇ ਇਹ ਤੇ ਤੁਸੀਂ ਜਿਹੜਾ ਨਾ ਹੁਣ ਹਲੇ ਤੇ ਮੈਂ ਗੱਲਾਂ ਵਲੇਟ ਰਿਹਾ, ਬਸ ਤੁਸੀਂ ਕਰੀ ਜਾਓ। ਇਕੱਲਾ ਹੋ ਕੇ ਸਾਈਡ ਤੇ ਟਨ ਦੀ ਆਵਾਜ਼ ਨੁਸਰਤ ਜਾਨ ਦੀ ਖੜਕਣੀ ਚਾਹੀਦੀ। ਪਿਛਲੀ ਵਾਰੀ ਜ਼ਿਆ ਬਈ ਤੁਸੀਂ ਐਸੋ ਨਾ ਜਦੋਂ ਇਹਨਾਂ ਨੇ ਬਗੈਰਤੀ ਕੀਤੀ ਸੀ ਤੇ ਮਿਰਜ਼ੇ ਤੇ ਲਾਨਤਾਂ ਪਾਈਆਂ ਸੀ ਤੇ ਇੱਕ ਵੀ ਲਾਨਤ ਰਿਪੀਟ ਨਹੀਂ ਸੀ ਹੋਣ ਦਿੱਤੀ। ਨਹੀਂ ਮੈਂ ਨਹੀਂ ਸੀ ਯਾਰ। ਕੌਣ ਸੀ ਮੇਰੇ ਨਾਲ ਜਦੋਂ ਜਨਾਬ ਡੋਨਲਡ ਟਰੰਪ ਦੇ ਨਾਂ ਦੀ ਲਾਨਤ, ਮੋਦੀ ਦੇ ਨਾਂ ਦੀ ਲਾਨਤ, ਮੈਂ ਨਾ ਕਹਿੰਦੀ ਲਾਂਤਾ ਪਈਆਂ ਤਾਂ ਮਰਾਸੀਆਂ ਕਦੇ ਵੇਲਾ ਨਹੀਂ ਇਕੱਠੀਆਂ ਕੀਤੀਆਂ। ਨਮੌਲੀ ਨਹੀਂ ਉਹਨੂੰ ਯਾਦ ਉਹ ਜ਼ਿਆ ਪਾਈ ਐਸੀ ਲਾਨਤ ਪਾਈ ਨਾ ਉਸ ਦਿਨ, ਖੁਦਾ ਦੀ ਕਸਮ। ਕਈ ਮਰਜ਼ਈ ਥੱਲੇ ਹੱਸਦੇ ਪਏ ਸਨ ਕਿ ਯਾਰ ਇੰਜ ਦੀਆਂ ਤੇ ਮਿਰਜ਼ਾ ਸਾਹਿਬ ਨੇ ਤੇ ਇੱਕੋ ਹੀ ਲਾਨਤ ਪਾਈ ਸੀ, ਤੁਸੀਂ ਕਿੱਥੋਂ ਕੱਢ ਲਿਆਂਦੀਆਂ? ਉਸ ਬੰਦੇ ਵੀ ਲਾਨਤ ਪਾਈ ਸੀ ਜਿਸ ਤੇ ਬਾਰੇ ਗੱਲ ਹੀ ਕਦੇ ਨਹੀਂ ਆਈ। ਨੈਸ਼ਨਲ ओ यार टैप पे मुकम्मल करो, रिस्ट्रिक्शन आ गई है। ਇਹ ਜਿਹੜੇ ਥੱਲੇ ਬੈਠੇ ਨੇ, ਜੇ ਅਸੀਂ ਜੋ ਆਪਣੇ ਸੰਗ ਥਕਾਉਂਦੇ ਪਏ ਆ ਤੇ ਭਾਈਆਂ ਥੱਲੇ ਬਹਿ ਕੇ ਟੈਪ ਹੀ ਕਰੀ ਛੋੜੋ ਨਾ, ਕੋਈ ਕੰਮ ਤੇ ਕੀਤੀ ਰੱਖੋ, ਵਿਹਲੇ ਤੇ ਨਾ ਸੌਵੋ। ਇੱਕ ਵਾਰੀ ਨਾ ਮਿਰਜ਼ਾ ਗੁਲਾਮ ਕਾਦੀਆਨੀ ਹੈ ਤਾਂ ਵਿਹਲਾ ਸੀ, ਕੰਮ ਕਾਜ ਤਾਂ ਕਰਦਾ ਕੋਈ ਨਹੀਂ ਸੀ। ਪਿਓ ਇਹਦਾ ਬੜਾ ਤੰਗ ਸੀ ਇਹਦੇ ਤੋਂ, ਬਹੁਤ ਗਾਲਾਂ ਵਾਂਦਾ ਹੁੰਦਾ ਸੀ ਇਹਨੂੰ, ਮਿਰਜ਼ੇ ਨੂੰ। ਇਹ ਕੰਮ ਕਾਜ ਹੀ ਕੁਝ ਨਹੀਂ ਕਰਦਾ, ਖੁੱਤ ਜਿੱਡਾ ਹੋ ਗਿਆ ਵਾ, ਨਾ ਕੰਮ ਕਰਦਾ ਨਾ ਗੱਲ ਨਾ ਬਾਤ, ਵਿਹਲਾ ਰੋਟੀਆਂ ਪਾੜਨ ਨੂੰ ਬੈਠਾ ਰਹਿੰਦਾ ਘਰ ਸਾਰਾ ਦਿਨ। ਇਹ ਨਾ ਇੱਕ ਵਾਰੀ ਚਲਾ ਗਿਆ ਜਨਾਬ ਆਪਣੇ ਮਰੀਦ ਦੇ ਨਾਲ ਨਾ। ਅੱਛਾ, ਵਿਆਹ ਤੋਂ ਬਾਅਦ ਵੀ ਕੋਈ ਕੰਮ ਨਹੀਂ ਸੀ ਕਰਦਾ
ਤੇ ਇਹ ਜਦੋਂ ਇਹ ਦਾਅਵੇ ਸ਼ਾਵੇ ਸ਼ੁਰੂ ਕੀਤੇ ਉਦੋਂ ਵੀ ਕੋਈ ਨਹੀਂ ਸੀ ਕੰਮ ਕਰਦਾ। ਕੰਮ ਕਰਨਾ ਕੀ, ਇਹ ਵਿਹਲਾ ਨਖੱਟੂ ਹੈ ਸੀ, ਤਾਂ ਹੀ ਤਾਂ ਇਹਨੇ ਇਹ ਚੰਦੇ ਚੁੰਦੇ ਮੰਗਣ ਵਾਲਾ ਕੰਮ ਸ਼ੁਰੂ ਕੀਤਾ ਸੀ। ਇਹਨੂੰ ਕਿਸੇ ਨੇ ਦੱਸਿਆ ਵੀ ਉਹ ਜਿਹੜਾ ਨਾ ਅੰਮ੍ਰਿਤਸਰ ਵਾਲੇ ਪਾਸੇ ਕਿ ਪਤਾ ਨਹੀਂ ਬਟਾਲੇ ਵਾਲੇ ਪਾਸੇ ਜਿਹੜਾ ਨਾ ਕੋਈ ਨੌਕਰੀਆਂ ਲੱਭ ਰਹੀਆਂ ਨੇ, ਟਰਾਈ ਮਾਰੋ ਉੱਥੋਂ ਸ਼ਾਇਦ ਕੋਈ ਲੱਭ ਜਾਏ। ਇਹ ਮੁਹੰਮਦ ਅਲੀ ਸ਼ਾਹ ਦਾ ਸੀ ਮਰੀਦ ਤੇ ਉਹਦੇ ਨਾਲ ਟੁਰ ਪਿਆ ਜਨਾਬ ਨੌਕਰੀ ਦੀ ਤਲਾਸ਼ 'ਚ। ਹੁਣ ਸਫ਼ਰ ਵਾਹਵਾ ਸਾਰਾ ਜਿਹੜਾ ਨਾ ਪੈਦਲ ਕਰਨ ਵਾਲਾ ਸੀ। ਇਹ ਹੁਣ ਜਨਾਬ ਨਿਕਲੇ ਕਾਦਿਆਨ ਚੋਂ ਜਨਾਬ, ਧੁੱਪ ਸਿਖਰ ਦੁਪਹਿਰਾ ਤੇ ਜਨਾਬ ਟੁਰੇ ਜਾਂਦੇ ਨੇ। ਟੁਰਦੇ 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 1.5 ਕਿਲੋਮੀਟਰ ਸਫ਼ਰ ਜਦੋਂ ਕਰ ਗਏ ਨਾ, ਤੇ ਮਿਰਜ਼ੇ ਦੇ ਇੱਕ ਪੈਰ ਦੀ ਜੁੱਤੀ ਲੈ ਗਈ। ਜੁੱਤੀ ਲੈ ਗਈ ਇੱਕ ਪੈਰ ਚੋਂ, ਤੇ ਇਹਨੂੰ ਐਡਾ ਫਿਉਂਚੀ ਸੀ, ਪਤਾ ਨਹੀਂ ਕਿਹੜੀ ਕਿਸਮ ਦੀ ਚਰਸ ਪੀਤੀ ਹੋਈ ਸੀ ਇਹਨੇ। ਇਹਨੂੰ ਪਤਾ ਹੀ ਨਾ ਲੱਗਿਆ ਵੀ ਮੇਰੇ ਪੈਰ 'ਚ ਜੁੱਤੀ ਲੈ ਗਈ ਇੱਕ ਪੈਰ 'ਚ। ਮੈਂ ਨਾ ਇਹੋ ਜਿਹੀ ਨਸ਼ਾ, ਪਤਾ ਨਹੀਂ ਕਿਹੜਾ ਕੋਈ ਨਸ਼ਾ, ਕੱਚਾ ਕਰਦਾ ਪੀਤਾ ਸੀ ਕਿ ਕੀ ਪੀਤਾ ਸੀ, ਵੀ ਇਹੋ ਜਿਹਾ ਨਸ਼ਈ ਮੈਂ ਨਹੀਂ ਵੇਖਿਆ ਵੀ ਜਿਹਦੀ ਜੁੱਤੀ ਇੱਕ ਲੈ ਜਾਵੇ ਤੇ ਇੱਕ ਪਾਈ ਫਿਰੇ ਤੁਹਾਨੂੰ ਪਤਾ ਹੀ ਨਾ ਲੱਗੇ। ਵਾਹਵਾ ਜਦੋਂ ਅਗਾਂਹ ਚਲਾ ਗਿਆ ਨਾ, ਤੇ ਉਹ ਮੁਹੰਮਦ ਅਲੀ ਸ਼ਾਹ ਦੀ ਨਜ਼ਰ ਪਈ ਅਚਾਨਕ ਹੀ। ਉਹਨੇ ਵੇਖਿਆ ਵੀ ਇਹ ਜੁੱਤੀ ਇੱਕ ਪੈਰ 'ਚ ਹੈਗੀ, ਇੱਕ 'ਚ ਹੈ ਨਹੀਂ। ਉਹ ਪੁੱਛਦਾ ਵੀ ਮਿਰਜ਼ਾ ਸਾਹਿਬ ਜੁੱਤੀ ਕਿੱਥੇ ਜੇ? ਕਹਿੰਦਾ ਪੈਰਾਂ 'ਚ। ਉਹ ਕਹਿੰਦਾ ਨਹੀਂ ਕੋਈ ਨਹੀਂ ਹੈ, ਥੱਲੇ ਵੇਖਿਆ ਤੇ ਜੁੱਤੀ ਕੋਈ ਨਹੀਂ। ਲਓ ਜੀ, ਮੁਹੰਮਦ ਅਲੀ ਸ਼ਾਹ ਪੁੱਛਦਾ ਉਹ ਕਿੱਥੇ ਮਰਦੂਦਾ, ਕਿੱਥੇ ਸੱਟ ਕੇ ਆਇਆ, ਕਿੰਨੀ ਕੁ ਦੇਰ ਹੋ ਗਈ ਤੈਨੂੰ ਵਨ ਵੀਲਿੰਗ ਕਰਦੇ ਨੂੰ? ਉਹ ਕਹਿੰਦਾ ਮੈਨੂੰ ਤਾਂ ਕੋਈ ਨਹੀਂ ਪਤਾ। ਉਹ ਫਿਰ ਦੋਵੇਂ ਪਿਛਾ ਆਏ ਨੇ ਇਕੱਠੇ ਜਨਾਬ, ਉੱਥੋਂ ਟੁਰੇ ਨੇ ਪਿਛਾ, ਪਤਾ ਨਹੀਂ ਕਿੰਨਾ ਸਫ਼ਰ ਕਰਕੇ ਪਿੱਛੇ ਵੇਖਿਆ ਤਾਂ ਉੱਥੇ ਜੁੱਤੀ ਪਈ। ਉੱਥੋਂ ਉਹਨੇ ਜੁੱਤੀ ਪਵਾਈ ਮੁਹੰਮਦ ਅਲੀ ਸ਼ਾਹ ਨੇ, ਤੇ ਫਿਰ ਉਹਨੂੰ ਲੈ ਕੇ ਵਾਪਸ ਕਾਦਿਆਨ ਹੀ ਆ ਗਿਆ। ਉਹਨਾਂ ਕਿਹਾ ਤੂੰ ਉੱਥੇ ਘੱਟਾ ਨੌਕਰੀਆਂ ਕਰਨੀਆਂ ਮਸਲੀਆ। ਇੱਕ ਤਾਂ ਭੈਣ ਜੀ ਹੋਇਆ ਨਾ, ਮਿਰਜ਼ਾ ਕਾਦੀਆਨੀ ਗਿਆ ਮਰੀਦ ਦੇ ਘਰ, ਗੱਲ ਸੁਣਨੇ ਲਈ ਜੁੱਤੀ ਪੈਰੇ 'ਚ ਪਾਈ ਤੇ ਮੰਜੀ ਤੇ ਲੇਟ ਰਿਹਾ, ਤੇ ਮਰੀਦਾਂ ਦੌੜਾਤਾ ਮੜੀ ਜੁੱਤੀ ਕਿਧਰ ਰਹਿ ਗਈ ਹੈ। ਚੰਗੇ ਮਰੀਦ ਦੌੜ ਕੇ ਆਇਆ ਤੇ ਮੋੜ ਕੇ ਆਣ ਕੇ ਪਤਾ ਲੱਗਾ ਹਜ਼ਰਤ ਜੀ ਦਾ ਜੁੱਤੀ ਪੈਰੇ 'ਚ ਪਾਈ ਹੈ, ਸਾਨੂੰ ਪੂਰਾ ਪਿੰਡ ਫਰਾ ਦਿੱਤਾ ਨੇ। ਪੂਰੀ ਗੱਲ ਦੱਸੋ ਨਾ। ਉਹਨੇ ਕਿਹਾ ਕਿ ਜੁੱਤੀ ਲੱਭੋ, ਹੋ ਸਕਦਾ ਕੋਈ ਕੁੱਤਾ ਲੈ ਗਿਆ ਹੋਵੇ। ਸਾਰੇ ਮਰੀਜ਼ ਲੱਭ ਲੁੱਭ ਕੇ ਆ ਗਏ। ਉਹਨਾਂ ਨੇ ਬਾਅਦ ਚ ਉਹਨਾਂ ਨੇ ਕਿਹਾ ਆਹੋ ਆ ਜਾਓ, ਕੁੱਤੇ ਦੇ ਪੈਰਾਂ 'ਚ ਹੀ ਲੱਭ ਗਈ। ਉਹ ਪਿੱਛੋਂ ਵੀ ਇੱਕ ਬੋਲਿਆ ਸੀ, ਉਹਦੀ ਆਵਾਜ਼ ਦਬਾ ਦਿੱਤੀ ਕਿ ਤਰੀਕ 'ਚ ਨਹੀਂ ਆਈ। ਉਹਨੇ ਕਿਹਾ ਹਜ਼ਰਤ ਸਾਹਿਬ ਆਪ ਤੇ ਇੱਥੇ ਖਲੋਤੇ ਹੋ, ਸਾਨੂੰ ਕਿਹੜੇ ਕੁੱਤੇ ਪਿੱਛੇ ਘੱਲ ਰਹੇ ਹੋ? ਅੱਛਾ, ਅੱਜ ਤੁਸੀਂ ਇੱਕ ਗੱਲ ਨੋਟ ਕੀਤੀ, ਇਹ ਸਾਰੇ ਮੁਸਲਮਾਨ ਅੱਜ ਇਕੱਠੇ ਹੋ ਕੇ ਇੱਥੇ ਆਏ ਨੇ। ਸਾਰੇ ਮੁਸਲਮਾਨ ਅੱਜ ਕੋਈ ਵੀ ਪਿੱਛੇ ਨਹੀਂ ਰਿਹਾ। ਅੱਛਾ, ਇਹ ਜਿਹੜੀ ਚਾਟੇ ਲਾਉਣ ਵਾਲੀ ਮਸ਼ੀਨ ਹੈ, ਇਹਦੀ ਆਪਣੀ ਕੋਈ ਔਕਾਤ ਨਹੀਂ ਹੈ। ਨਾ ਇਹਨੂੰ ਘਰ 'ਚ ਕੋਈ ਪੁੱਛਦਾ ਹੈ, ਨਾ ਇਹਦੀ ਬਾਹਰ ਕੋਈ ਹੈ। ਸਰਕਾਰ ਦੇ ਪੈਸੇ ਤੇ ਪਲਦਾ ਪਿਆ ਉੱਥੇ, ਕੋਈ ਕੰਮ ਨਹੀਂ, ਕੋਈ ਕਾਰੋਬਾਰ ਨਹੀਂ। ਕਾਉਂਟੀ ਕੋਲੋਂ ਪੈਸੇ ਲੈਂਦਾ ਹੈ, 600-700 ਯੂਰੋ ਇਹਨੂੰ ਦਿੰਦੇ ਨੇ, ਉਹਦੇ ਨਾਲ ਇਹਦਾ ਸਰਕਲ ਚੱਲਦਾ ਪਿਆ। ਕਿਚਨ ਵਿੱਚ ਬਹਿ ਕੇ ਇਹ ਬਰਾਡ ਚਲਾਉਂਦਾ ਹੈ। ਇਹਦੇ ਮੁੰਡੇ ਨੇ ਦੋ, ਇੱਕ ਵੱਡਾ ਵਾਲਾ ਜਿਹੜਾ ਤਾਂ ਉਹ ਤੇ ਹਰਾਮ ਦਿਆਂ ਦਾ ਆਈਜੀ ਹੈ ਨਾ, ਹਰਾਮ ਦਾ। ਉਹ ਇਹਨੂੰ ਪਿਓ ਨੂੰ ਆਪਣਾ ਪਿਓ ਨਹੀਂ ਸਮਝ, ਇਹਨੂੰ ਨਹੀਂ ਮੀਓ ਨੇ ਜਿਹਨੂੰ ਆਪਣਾ ਪਿਓ ਨਹੀਂ ਸਮਝਦਾ, ਹੈ ਵੀ ਉਹ ਗੇ। ਕੀ ਕਹਿੰਦਾ ਇਹਨੂੰ? ਕਾਰੀਗਰ ਕਹਿੰਦਾ? ਉਹ ਇਹਨੂੰ ਕਾਰੀਗਰ ਕਹਿੰਦਾ ਮਾਂ ਦਾ। ਔਰ ਇੱਕ ਨੰਬਰ ਦਾ ਸ਼ਰਾਬੀ, ਹਰਾਮ ਦਾ ਜ਼ਾਨੀ ਆਦਮੀ ਆ। ਔਰ ਕਰੋੜ ਗਾਲ ਕੱਢਦਾ। ਇਹਨੂੰ ਕਹੋ ਨਾ ਆਪਣੇ ਅਫਜ਼ਾਨ ਨੂੰ, ਮੁੰਡੇ ਨੂੰ ਲਿਆਵੇ ਇੱਥੇ, ਲਿਆ ਕੇ ਬਰਾੜ ਤੇ ਉਹਦੇ ਕੋਲ ਬਿਆਨ ਦਿਆਵੇ ਨਾ ਉਹ ਜਮਾਤ ਦੇ ਬਾਰੇ 'ਚ ਕੀ ਉਹਦਾ ਮੌਕਫ। ਜਮਾਤ ਨੂੰ ਉਹ ਮੈਂ ਕਹਿੰਦਾ ਐਸੀ ਗੰਦੀ ਗਲੀਜ਼ ਗਾਲ ਕੱਢਦਾ ਕਿ ਰਹਿ ਰੱਬ ਦਾ ਨਾਂ ਵਿੱਚ ਹੀ ਇਹਨੂੰ, ਮੀਆਂ ਨੇ ਜਿਹਨੂੰ ਕੰਜਰ ਨੂੰ ਵੀ। ਤੇ ਇੱਕ ਨੰਬਰ ਦਾ ਸ਼ਰਾਬੀ, ਨਸ਼ਈ। ਤੇ ਇਹ ਇੱਥੇ ਆ ਕੇ ਵੱਡਾ ਸ਼ਾਹੂਕਾਰ ਬਣਿਆ ਕਿ ਜੀ ਮੈਂ ਬੜਾ ਉਹ ਆ। ਤੇ ਇਹਨੂੰ ਕਿ ਜਾ ਕੇ ਪਹਿਲੇ ਘਰ ਤੇ ਸੰਭਾਲ ਆਪਣਾ, ਘਰ ਸੰਭਾਲਿਆ ਨਹੀਂ ਜਾਣਾ। ਨਹੀਂ, ਇਹ ਤੇ ਸਾਰੀ ਗੱਲ ਤੁਹਾਡੀ ਸਾਹਿਬ ਬਹਾਦਰ ਸਾਹਿਬ ਠੀਕ ਹੈ, ਲੇਕਿਨ ਇੱਕ ਟੈਲੈਂਟ ਤੇ ਮੰਨੋ ਨਾ ਉਹਦਾ। ਅਹਿਮਦੀਆਂ ਦੇ ਪੁਰਾਣੇ ਖੁੱਸੇ ਤੇ ਲਿਸ਼ਕਾ ਕੇ ਵੇਚਦਾ ਕਿ ਨਹੀਂ? ਬਾਜ਼ਾਰ ਮੁਨਾਦੀ ਕਰਦਾ। ਉਹਦਾ ਪੁਰਾਣਾ ਕਾਰੋਬਾਰ ਹੈ ਨਾ। ਉਹਦਾ ਪਿਓ ਵੀ ਇਹੀ ਕੰਮ ਕਰਦਾ ਸੀ, ਮੀਆਂ ਨੰਜਾ ਦਾ, ਇਹ ਵੀ ਇਹੀ ਕੰਮ ਕਰਦਾ, ਅੱਗੋਂ ਔਲਾਦ ਵੀ ਇਹੀ ਕੰਮ ਕਰਦੀ। ਔਲਾਦ ਨੇ ਆਪਣਾ ਕਾਰੋਬਾਰ ਖੋਲਿਆ ਹੈ। ਨਹੀਂ, ਲੇਕਿਨ ਮੀਆਂ ਸਾਹਿਬ ਦਾ ਜਿਹੜਾ ਮੁਕਾਮ ਹੈ ਨਾ ਬਈ, 85 ਸਾਲ ਪੁਰਾਣਾ ਖੁੱਸਾ ਮੀਆਂ ਸਾਹਿਬ ਚਲਾ ਲੈਂਦੇ ਨੇ, ਮੁੰਡੇ ਕੋ ਨਹੀਂ ਚੱਲਦਾ। ਕਾਰੋਬਾਰ ਜੋ ਆ ਪਾਕਿਸਤਾਨ 'ਚ ਵੀ ਇਹੀ ਕੰਮ ਕਰਦੇ ਸਨ, ਇੱਥੇ ਵੀ ਇਹੀ ਕੰਮ ਕਰਦਾ ਰਿਹਾ। ਇੱਥੇ ਵੀ ਇਹੀ ਕਾਰੋਬਾਰ ਸੀ। ਹੁਣ ਤੇ ਉਹ ਖੁਸੜੀ ਘੋੜੀ ਹੈ ਤੇ ਜ਼ਕਾਤ ਲੈ ਕੇ ਖਾਂਦੀ ਪਈ। ਯੈਸ ਮੌਲਵੀ, ਯੈਸ ਮਾਈ ਜਿਗਰ। ਇਹ ਨੁਸਰਤ ਲੌਂਡੀ ਜ਼ਿਆਦਾ ਕਾਰੀਗਰ ਸੀ ਜਾਂ ਮੀਆਂ ਜ਼ਿਆਦਾ ਕਾਰੀਗਰ ਆ? ਇਹ ਖੁਸਾ ਚਲਾ ਲਿਆ, ਫਟਕਾ ਚਲਾ ਲਿਆ, ਹੁਣ ਦੱਸ ਕਿਹੜਾ ਕਾਰੀਗਰ ਆ ਜਾਂਦਾ? देखो ऐसी यानी इल्मी कशमकश में मुझे डाल दिया है कि उधर देखूं खुस्सा नजर आए, इधर देखूं खुस्सों का कारीगर। किसको बड़ा कहूं भाई? नहीं, मैं ये नहीं, ये किसी और से पूछ लें।
गुस्ताही है, गुस्ताही। ओ भाई, ऐसा वसीउल जुस्सा खुस्सा तारीख में कभी नहीं हुआ जो आपने अव्वल जिक्र खातून का किया है। वाह। अली भाई अहलन वसहलन हबीबी, कैसे हैं आप? अस्सलाम वालेकुम। ਵਾਲੇਕੁਮ ਸਲਾਮ, ਜਜ਼ਾਕੱਲਾ, ਸ਼ੁਕਰੀਆ। ਨਹੀਂ ਮਮਾਨ ਭਾਈ, ਤੁਹਾਡਾ ਜਿਹੜਾ ਸਵਾਲ ਹੈ ਉਹਦਾ ਜਵਾਬ ਜਿਹੜਾ ਮੇਰੀ ਸਮਝ 'ਚ ਆਉਂਦਾ ਉਹ ਅਰਜ਼ ਕਰਾਂ। ਇਹ ਕਾਮਲ ਇਤਾਅਤ ਕਰਕੇ ਨਾ ਅਵਲੁ ਜ਼ਿਕਰ ਦੀ ਜਿਹੜਾ ਆਖਰੂ ਜ਼ਿਕਰ ਹੈ ਉਹਨੂੰ ਇਹ ਮੁਕਾਮ ਮਿਲਿਆ ਜਿਹੜਾ ਅੱਜ ਤੁਸੀਂ ਬਿਆਨ ਪੇ ਫਰਮਾਉਂਦੇ ਹੋ। ਮੈਨੂੰ ਤਾਂ ਇਹ ਗੱਲ ਸਮਝ ਆਉਂਦੀ ਹੈ। ਵਾਹ ਵਾਹ ਵਾਹ, ਯਾਨੀ ਉਹ ਵੀ ਕੰਜਰ ਸੀ ਤੇ ਇਹ ਵੀ ਕੰਜਰ ਹੀ। ਬੜੀ ਦੂਰ ਦੀ ਕੋੜੀ ਅੱਛਾ ਜੀ, ਆਂਦੀ ਇਹ ਜਿਹੜਾ ਹੈ ਸੀ ਨਾ ਸੈਯਦ ਮੁਹੰਮਦ ਅਲੀ ਸ਼ਾਹ ਜਿਹੜਾ ਸੀ, ਇਹ ਹੈ ਸੀ ਕੋਈ ਸਰਕਾਰੀ ਮੁਲਾਜ਼ਮ ਨਾ, ਕੋਈ ਪਤਾ ਨਹੀਂ ਮਹਿਕਮਾ ਜੰਗਲਾਤ ਦੇ ਵਿੱਚ ਵੀ ਕਿੱਥੇ, ਲਾਹੌਰ ਇਹਦੀ ਡਿਊਟੀ ਹੁੰਦੀ ਸੀ। ਤੇ ਮਿਰਜ਼ਾ ਗੁਲਾਮ ਕਾਦੀਆਨੀ ਦੇ ਪਿਓ ਨੇ ਨਾ ਮੁਕੱਦਮਾ ਇੱਕ ਕੀਤਾ ਹੋਇਆ ਸੀ ਅਦਾਲਤ ਦੇ ਵਿੱਚ, ਆਪਣੀ ਜਾਇਦਾਦ ਜਦੂਦ ਦਾ ਕੋਈ ਰੌਲਾ ਸੀ ਤੇ ਉਹ ਵਾਪਸ ਲੈਣ ਵਾਸਤੇ ਨਾ, ਤੇ ਇਹਨੇ ਮੁਕੱਦਮਾ ਕੀਤਾ ਹੋਇਆ ਸੀ। ਅੱਛਾ, ਤੇ ਇਹ ਨਾ ਪਿਓ ਮਿਰਜ਼ੇ ਦਾ ਤੇ ਮਿਰਜ਼ਾ ਗੁਲਾਮ ਕਾਦੀਆਨੀ ਤੇ ਨਾਲ ਇਹਦਾ ਭਰਾ, ਇਹ ਤ੍ਰੇਓ ਜਣੇ ਨਾ ਉੱਥੇ ਜਨਾਬ ਅਦਾਲਤ ਚ ਆਉਂਦੇ ਹੁੰਦੇ ਸੀ ਪੇਸ਼ੀਆਂ ਦੇ। ਇਹਨਾਂ ਨੇ ਆ ਕੇ ਇਹਨਾਂ ਨੇ ਕਿਹਾ ਵੀ ਆਏ ਦਿਨ ਪੇਸ਼ੀ ਪਈ ਹੁੰਦੀ ਤੇ ਕਿਉਂ ਨਾ ਅਸੀਂ ਇੱਥੇ ਹੀ ਮੁਹੰਮਦ ਅਲੀ ਸ਼ਾਹ ਕੋਲ ਰੁਕ ਜਾਈਏ। ਇਹ ਖੈਰ ਇਹਨਾਂ ਨੇ ਮਰੀਦ ਸੀ ਇਹਨਾਂ ਦਾ, ਇਹ ਉੱਥੇ ਰੁਕ ਗਿਆ। ਤੇ ਉਹ ਹੁਣ ਰੂਟੀਨ ਇਹ ਹੋਈ ਵੀ ਮਿਰਜ਼ੇ ਕਾਣੇ ਦਜਾਲ ਨੂੰ ਇਹ ਭੇਜਦੇ ਸੀ ਅਦਾਲਤ ਦੇ ਵਿੱਚ, ਤੇ ਪਿਓ ਇਹਦਾ ਤੇ ਭਰਾ ਜਿਹੜਾ ਸੀ ਉਹ ਉੱਥੇ ਰੁਕਦੇ ਸੀ ਉਹਦੇ ਕੋਲ, ਮੁਹੰਮਦ ਅਲੀ ਸ਼ਾਹ ਕੋਲ। ਇਹ ਮਿਰਜ਼ਾ ਜਿਹੜਾ ਸੀ ਨਾ, ਇਹ ਉੱਥੋਂ ਫਿਰ ਜੋ ਕਾਰਵਾਈ ਅਦਾਲਤ ਦੀ ਹੁੰਦੀ ਸੀ ਪੇਸ਼ੀ ਭੁਗਤ ਕੇ ਤੇ ਇਹ ਵਾਪਸ ਆਉਂਦਾ ਸੀ। ਜਦੋਂ ਇਹਨੇ ਵਾਪਸ ਆਉਣਾ ਹੁੰਦਾ ਸੀ ਤੇ ਮੁਹੰਮਦ ਅਲੀ ਸ਼ਾਹ ਦਾ ਕੋਈ ਦੋਸਤ ਸੀ ਜਾਂ ਭਰਾ ਸੀ, ਉਹ ਗੱਡੀ ਤੇ ਆਂਦਾ ਹੁੰਦਾ ਸੀ, ਉਹ ਵੀ ਅਦਾਲਤ ਸ਼ਾਇਦ ਅਦਾਲਤ 'ਚ ਲੱਗਿਆ ਹੋਇਆ ਸੀ। ਉਹ ਮਿਰਜ਼ੇ ਨੂੰ ਨਾਲ ਗੱਡੀ 'ਚ ਬਹਾ ਕੇ ਨਾ ਤੇ ਉਹ ਲੈ ਆਂਦਾ ਸੀ ਘਰ। ਅੱਛਾ, ਤੇ ਇੱਕ ਦਿਨ ਕੀ ਹੋਇਆ ਕਿ ਜਿਸ ਦਿਨ ਫੈਸਲਾ ਮੁਕੱਦਮੇ ਦਾ ਸੁਣਾਇਆ ਜਾਣਾ ਸੀ ਨਾ, ਤੇ ਸਮਝ ਲਓ ਕਿ ਕੋਈ 11 ਵਜੇ ਫੈਸਲਾ ਸੁਣਾਇਆ ਜਾਣਾ ਸੀ ਤੇ ਅੱਗੇ 2 ਵਜੇ ਆਂਦਾ ਹੋਣਾ ਉਹ ਦੂਜੇ ਵਕੀਲ ਨਾਲ ਗੱਡੀ ਤੇ। ਇਹ 12 ਕੁ ਵਜੇ ਨਾ ਮੂੰਹ ਚੁੱਕ ਕੇ ਤੇ ਤੁਰਿਆ ਆਵੇ ਪਿਛਾਂ ਨੂੰ, ਤੇ ਬੜਾ ਜਨਾਬ ਇਹਦਾ ਸ਼ਾਸ਼ ਬਸ਼ਾਸ਼ ਤੇ ਐ ਹੱਸਦਾ ਆਵੇ, ਠਖੇਲੀਆਂ ਪਾਉਂਦਾ ਆਵੇ, ਲੁੱਡੀਆਂ ਪਾਉਂਦਾ ਆਵੇ ਉੱਥੇ। ਤੇ ਉਹ ਮੁਹੰਮਦ ਅਲੀ ਸ਼ਾਹ ਨੇ ਵੇਖਿਆ ਨਾ ਦੂਰੋਂ, ਨਾ ਕਿਹਾ ਵੀ ਖੈਰ ਆ ਤੂੰ ਅੱਜ ਗੱਡੀ ਤੇ ਨਹੀਂ ਆਇਆ, ਵੀ ਅੱਗੇ ਤਾਂ ਗੱਡੀ ਤੇ ਆ ਜਾਣਾ, ਤੇ ਅੱਜ ਕਿਵੇਂ? ਤੇ ਬੜਾ ਖੁਸ਼ ਰਹਾ, ਕਹਿੰਦਾ ਮੈਂ ਅੱਜ ਇਸ ਵਾਰ ਤੋਂ ਪਹਿਲੇ ਆ ਗਿਆ, ਅੱਜ ਫੈਸਲਾ ਜੱਜ ਨੇ ਸੁਣਾ ਦਿੱਤਾ ਤੇ ਬੜਾ ਮੈਂ ਖੁਸ਼ ਹਾਂ ਅੱਜ। ਉਹ ਮੁਹੰਮਦ ਅਲੀ ਸ਼ਾਹ ਕਹਿੰਦਾ ਮੈਂ ਵੀ ਮਿਰਜ਼ੇ ਦੇ ਚਿਹਰੇ ਤੋਂ ਵੇਖ ਲਿਆ, ਬੜਾ ਪਹਿਲਾਂ ਪਾਉਂਦਾ ਆਂਦਾ ਤੇ ਲੱਗਦਾ ਵੀ ਮੁਕੱਦਮੇ ਦਾ ਫੈਸਲਾ ਇਹਨਾਂ ਦੇ ਹੱਕ 'ਚ ਆ ਗਿਆ। ਆਂਦਾ ਅੱਛਾ ਵਾਕਈ ਮੁਕੱਦਮੇ ਦਾ ਹੋ ਗਿਆ ਫੈਸਲਾ? ਆਂਦੇ ਹੋ ਗਿਆ। ਇਹਦਾ ਮਤਲਬ ਤੁਸੀਂ ਜਿੰਨੇ ਖੁਸ਼ ਨਜ਼ਰ ਆ ਰਹੇ ਹੋ, ਫੈਸਲਾ ਤੁਹਾਡੇ ਹੱਕ 'ਚ ਆਇਆ। ਕੀ ਫੈਸਲਾ ਆਇਆ? ਕਹਿੰਦਾ ਬਸ ਉਹੀ ਗੱਲ ਹੋਈ ਜੋ ਮੇਰੇ ਖੁਦਾ ਨੇ ਮੁਝੇ ਦੱਸੀ ਸੀ। ਉਹਨੇ ਆਖਿਆ ਕੀ ਦੱਸੀ ਸੀ? ਆਖਿਆ ਖੁਦਾ ਨੇ ਮੈਨੂੰ ਪਹਿਲਾਂ ਹੀ ਇਲਾਮ ਕਰਕੇ ਦੱਸਿਆ ਸੀ ਮੁਕੱਦਮਾ ਹਾਰਾ ਗਿਆ। ਮੁਕੱਦਮਾ ਉਹ ਮੁਹੰਮਦ ਅਲੀ ਸ਼ਾਹ ਕਹਿੰਦਾ ਜਾ ਤੇਰਾ ਬੇੜਾ ਗਰਕ ਹੋ ਜਾਏ, ਪਿਓ ਦਾ ਬੇੜਾ ਗਰਕ ਕਰਾਇਆ ਤੇ ਆਪ ਪਹਿਲਾਂ ਪਾਉਂਦਾ ਨਾ, ਜਿਵੇਂ ਪਤਾ ਨਹੀਂ ਕਿੱਡਾ ਮਾਰ ਕਮਾ ਕੇ ਉਹਦਾ ਬੇੜਾ ਗਰਕ ਕਰਾ ਕੇ ਤੇ ਹੱਸਦਾ ਨਾ, ਆਂਦਾ ਕਿ ਉਹੀ ਹੋਇਆ ਜੋ ਖੁਦਾ ਨੇ ਦੱਸਿਆ ਸੀ, ਮੁਕੱਦਮਾ ਹਾਰ ਆ ਗਿਆ। ਦਿਆ ਬਈ ਉਹ ਮਿਸਾਲ ਸੁਣੀ ਉਹ ਹੈ ਤੇ ਗੰਦੀ ਜੀ ਏ। ਕਹਿੰਦਾ ਨਵੇਂ ਕੱਪੜੇ ਪਾ ਕੇ ਨਾ ਮਹੱਲੇ 'ਚ ਫਿਰ ਰਿਹਾ, ਉਹ ਲੋਕਾਂ ਪੁੱਛਿਆ ਕੀ ਹੋਇਆ? ਕਹਿੰਦਾ ਉਹ ਨੱਛੋ ਤੇ ਜ਼ਿਆਦਤੀ ਹੋਈ ਸੀ ਨਾ ਤੇ ਜੀਓ ਵਾਲੇ ਆ ਰਹੇ ਨੇ, ਫਿਰ ਉਹ ਫੋਟੋ ਛੋਟੋ ਜ਼ਰਾ। ਇਸ ਪਿਓ ਨੇ ਬੜਾ ਕੰਮ ਬਚਾਇਆ ਹੈ, ਤੁਹਾਨੂੰ ਪਤਾ ਯਾਰ ਸੂਰੋ, ਇਸ ਪਿਓ ਦਾ ਬੜਾ ਕੰਮ ਬਚਾਇਆ। ਪਿਓ ਇਹਦਾ ਵਕੀਲ ਕਰਦਾ ਨਾ, 2 ਰੁਪਇਆ ਦੀ ਦਿੰਦਾ ਤੇ ਮੁਕੱਦਮਾ ਫਿਰ ਵੀ ਆ ਜਾਣਾ ਸੀ, ਸੋ ਹੀ ਕੰਮ ਮੁਫਤ ਚ ਕਰਾ ਦਿੱਤਾ। ਜੀ ਗੱਲ ਆ। ਇਹ ਤੇ ਉਹ ਨਿੰਮ ਵਾਲੇ ਵਕੀਲ ਵਾਲੀ ਮਿਸਾਲ। ਉਹ ਜਿਹੜਾ ਬੰਦਾ ਕਿਸੇ ਨੇ ਕਤਲ ਕਰ ਲਿਆ ਨਾ ਤੇ ਉਹ ਗਿਆ ਵਕੀਲ ਕੋਲ ਤੇ ਉਹਨੇ ਆਖਿਆ ਬਈ ਪੈਸੇ
ਮੈਂ ਯਾਰ ਬੰਦਾ ਕਤਲ ਹੋ ਗਿਆ ਤੇ ਮੈਂ ਨਾ ਮੁਕੱਦਮਾ ਮੇਰਾ ਲੜਨਾ ਤੇ ਮੈਂ ਬਰੀ ਹੁਣ ਕੇਸ ਤੋਂ ਜਾਨ ਛਡਾਣੀ, ਫਾਂਸੀ ਨਹੀਂ ਹੋਣੀ ਚਾਹੀਦੀ। ਉਹ ਆਂਦਾ ਠੀਕ ਆ, ਜਿਹੜਾ ਨਾ ਕਿੰਨੇ ਪੈਸੇ ਆਂਦਾ ਜੀ ਲੱਖ ਰੁਪਈਆ। ਆਂਦਾ ਨਹੀਂ ਯਾਰ ਲੱਖ ਰੁਪਈਆ ਅੱਜ ਕੱਲ ਤਾਂ ਅੱਲਾ ਦੇ ਬੰਦੇ ਆਮ ਕੇਸਾਂ ਦਾ ਲੱਖ ਲੈ ਰਹੇ, ਤੂੰ ਲੱਗਦਾ ਕੋਈ ਚਵਲ ਜਿਹਾ ਵਕੀਲ ਆ, ਤੂੰ ਮੈਨੂੰ ਫਸਾ ਦੇਣਾ ਵਾ, ਮੈਂ ਤੇਰੇ ਕੋ ਨਹੀਂ। ਅਗਾ ਲੱਗਿਆ ਗਿਆ। ਅਗਲੇ ਨੂੰ ਜਾ ਕੇ ਨਾ ਯਾਰ ਮੈਂ ਬੰਦਾ ਮਾਰ ਬੈਠਾ ਵਾ ਤੇ ਮੈਨੂੰ ਨਾ ਫਾਂਸੀ ਨਹੀਂ ਹੋਣੀ ਚਾਹੀਦੀ, ਪੈਸੇ ਦੱਸ ਕਿੰਨੇ ਲੈਗਾ। ਉਹ ਆਂਦਾ 5 ਲੱਖ ਰੁਪਈਆ ਲਾਂਗਾ। ਆਂਦਾ ਪੱਕੀ ਗੱਲ ਆ, ਛਡਾ ਦੇਗਾ? ਕਹਿੰਦਾ ਪੱਕੀ ਗੱਲ ਆ, ਆਪਾਂ ਬਸ ਬਰੀ ਕਰਾ ਦੇਂਗੇ, ਰੁਪਈਆ 5 ਲੱਖ ਧਾਰ ਇੱਥੇ। ਉਹਨੇ 5 ਲੱਖ ਰੁਪਈਆ ਦੇ ਦਿੱਤਾ ਉਹਨੂੰ ਤੇ ਉਹ 3-4 ਪੇਸ਼ੀਆਂ ਬਾਅਦ ਉਹਨੂੰ ਫਾਂਸੀ ਦਾ ਆਰਡਰ ਆ ਗਿਆ। ਉਹ ਜੇ ਦਿਨ ਫਾਂਸੀ ਦਾ ਆਰਡਰ ਆਇਆ ਤੇ ਉਹ ਅਦਾਲਤ ਤੋਂ ਬਾਹਰ ਲਈ ਜਾਣ ਤੇ ਉਹ ਲੱਖ ਵਾਲਾ ਵਕੀਲ ਖਲੋਤਾ ਹੋਇਆ ਆਂਦਾ ਇਹ ਫਾਂਸੀ ਮੈਂ ਤੈਨੂੰ ਲੱਖ ਚ ਲਵਾਉਣੀ ਸੀ, ਜਿਹੜੀ ਤੂੰ 5 ਲੱਖ ਚ ਲਵਾ ਗਿਆ। ਜਿਹੜੀ ਤੂੰ ਸੂਰਾ ਤੋਂ ਪਾਇਆ ਇਸ ਗੱਲ ਨੂੰ ਯਕੀਨ ਕਰੋ, ਇਹਨੇ ਪਿਓ ਦਾ ਬਲਾ ਭਲਾ ਕੀਤਾ। ਤੈਨੂੰ ਲੱਖ ਚ ਲਵਾਉਣੀ ਸੀ। ਉੱਠ ਸੂਰਾ ਨਮਾਜ਼ ਪੜ੍ਹ ਓਏ ਸੂਰਾ ਨਮਾਜ਼ ਪੜ੍ਹ। जी हो मौलवी साहब जी हो, बड़े माशाल्लाह रूह परवर वाकयात हैं। यकीन करें ये इनको सुन के कादियानियों के अंदर की बगैरती वाली रूह तो जाग जाती होगी, दोबारा एक नया वलवला आता होगा कि भाई मुर्शद नापाक अव्वल ने इतनी बगैरतियां की हैं, अभी तो हमने कोई रिकॉर्ड नहीं तोड़ा। यकीन करें मियाँ नोट्स बना रहा है इस वक्त आपकी ये सुन के ना, वो नोट कर रहा है कि सुबह ए वाली बगैरती भी करनी है। ਇਹਦੇ ਘਰ ਦੀਆਂ ਚਾਬੀਆਂ ਨਹੀਂ ਸਾਹਮਣ ਹੁੰਦੀਆਂ ਸੀ ਤੇ ਨਾਲ ਬੰਦਾ ਸੀ ਚਾਬੀਆਂ, ਠੀਕ ਹੈ ਨਾ। ਇਹਦੇ ਨਾਲ ਚਾਬੀਆਂ ਨਾੜੇ ਲੱਭਦੀਆਂ ਸੀ ਤੇ ਤੁਰ ਪਿਆ ਇੱਕ ਵਾਰ ਚੂੜਿਆਂ ਨੇ ਮਹੱਲੇ 'ਚ, ਤੇ ਪਿੱਛੇ ਇੱਕ ਮਨ ਚੱਲਾ ਤਾਂ ਉਸ ਗਾਣਾ ਚਾਬੀਆਂ ਛਨ ਛਨ ਪਿਆ करो तो उसे गाना लाता बन ठन चली देखो ये जाती रे नाड़े के साथ चाबियों का ये छल्ला छन छन करती इसको छनकाती रे। टाइम भी सवेरे सवेरे नए आ, ਤੁਹਾਨੂੰ ਪਤਾ ਇਸ ਗੱਲਾਂ ਦਾ। ਆਹੋ ਚਾਬੀਆਂ ਬੰਨੀਆਂ ਹੁੰਦੀਆਂ ਸੀ ਨਾਲੇ ਨਾਲੇ ਨੇ, ਜਦੋਂ ਘਰ ਨੂੰ ਆਂਦਾ ਸੀ ਛਨ 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 ਕਰਦਾ ਸੀ। ਇਹਨਾਂ ਦੀ ਕਿਸੇ ਕਿਤਾਬ 'ਚ ਵੀ ਇਹ ਛਨ ਛਨ ਵਾਲੇ ਲਫ਼ਜ਼ ਲਿਖੇ ਹੋਏ ਨਾ, ਮੈਨੂੰ ਹਵਾਲਾ ਮੇਰੇ ਕੋ ਗਵਾਚ ਗਿਆ। यकीन करो जिया भाई, नहीं भाई यकीन करो कि भाई ए किते मसीह मऊद वाली चवल ना मारदा ते चंगा भला 600-700 ਦਾ ਕਾਰੀਗਰ ਸੀ ਜਿਵੇਂ ਛਨ ਛਨ ਕਰਦਾ ਸੀ। ਹਾਂ ਇੱਕ ਵਾਰੀ ਜੋ ਹੈ ਕਿ ਦੱਸਦੇ ਤੇ ਕਿਸੇ ਯਾਰ ਨੇ ਆਂਦੀ ਜੁੱਤੀ ਕੋ ਥੋੜਾ ਜਿਹਾ ਨੂੰ ਮਸਲਾ ਕਰਦੀ ਸੀ ਤੇ ਕੁਝ ਇਹਦੇ ਅੰਦਰ ਵੀ ਆਂਦੀ ਕਿਬਲਾ ਕੀ ਕਿਹੜੀ ਸ਼ੈ ਲਿਆਂਦੀ? ਜੁੱਤੀ ओ शुक्र है। अच्छा जी हाँ जुत्ती समझो। ਉਹ ਨੂਰੇ ਦੀ ਉਹ ਨਹੀਂ ਸੀ ਲਾਉਂਦੀ, ਉਹਨੇ ਇਹਨੂੰ ਨਿਸ਼ਾਨ ਲਾਗ ਦਿੱਤੇ ਜੁੱਤੀ ਤੇ, ਯਾਰ ਕਿ ਸਿੱਧੀ ਪੈਰੀ ਪਾਇਆ ਕਰ, ਪੁੱਠੇ ਪੈਰੀ ਪਾ ਵੰਦਾ ਲਾਨਕ ਪੈਂਦੀ ਸਕੂਲ ਨਹੀਂ ਸੀ ਜੁੱਤੀ, ਲੇਕਿਨ ਪੁੱਠੇ ਪੈਰੀ ਪਾ ਵੰਦਾ ਸੀ। ਉਹਨੇ ਨਿਸ਼ਾਨ ਲਾਗ ਦਿੱਤੇ ਸਨੀ ਨੂੰ, ਫਿਰ ਨਾ ਪਤਾ ਲੱਗੇ ਵੀ ਜੁੱਤੀ ਸਿੱਧੇ ਪੈਰ ਦੀ ਕਰੀ ਫਿਰ ਉਲਟੀ ਪਾ ਜਾਵੇ। ਇਹ ਨਹੀਂ ਭਾਈ ਕਿਧਰੇ ਲਿਖੇ ਆ? ਇਹ ਸੀਰਤ ਮਹਿਦੀ ਦੀ ਰਵਾਇਤ ਹੈ। ਜੁੱਤੀ ਪੁੱਠੀ, ਕੋਟ ਦਾ ਬਟਨ ਉੱਤੇ ਵਾਲਾ ਥੱਲੇ, ਗੁੜ ਦੇ ਢੇਲੇ ਨੂੰ ਮੇਰੇ ਮੂੰਹ ਸੁਣਦਾ ਪਿਛਵਾੜਾ ਪੂੰਝ ਕੇ ਤੇ ਮਿੱਟੀ ਵਾਲਾ ਜਿਹੜਾ ਨਾ ਉਹਨੂੰ। ਇਹ ਸੀਰਤ ਮਹਿਦੀ ਦੀ ਰਵਾਇਤ ਹੈ। ਇਹ ਸਾਰਾ ਜਿਹੜਾ ਬੇੜਾ ਗਰਕ ਕੀਤਾ ਇਹਨਾਂ ਦੇ ਮੁੰਡੇ ਨੇ ਕੀਤਾ। ਸਿਰੇ ਤੇਲ ਲਾਂਦਾ ਹੁੰਦਾ ਸੀ ਨਾ ਤੇ ਛਾਤੀ ਤੇ ਹੱਥ ਮਾਰ ਲੈਂਦਾ ਸੀ। ਸਦਰੀ ਸਪਾਈ ਹੁੰਦੀ ਸੀ ਮਾੜੀ ਜੀ, ਉਹਦਾ ਕਾਲਰ ਗੰਦਾ ਕੀਤੇ ਹੋਣਾ ਤੇਲੇ ਨਾਲ, ਛਾਤੀ ਤੇਲੇ ਨਾਲ ਲੰਮੀ ਹੁੰਦੀ ਸੀ ਇਹਦੀ, ਇੱਕ ਬਟਨ ਉੱਤੇ ਤੇ ਇੱਕ ਥੱਲੇ ਹੁੰਦਾ ਸੀ ਉਹਦਾ, ਤੇ ਪੁੱਠੀਆਂ ਜਰਾਬਾਂ ਪਾਈਆਂ ਹੁੰਦੀਆਂ ਸੀ। ਇਹ ਹਾਲਾਤ ਸੀ ਇਹਦੇ। ਇਹਨਾਂ ਨਾਪ ਨੂੰ ਮਸੀਹ ਮੌਜੂਦ ਲੱਗਿਆ। ਉਹ ਆਪਣਾ ਹੀਰ ਭਾਈ ਹੋ ਸਕਦਾ ਹੈ ਤੇ ਮਸੀਹ ਮੌਜੂਦ ਹੋਣ ਦੀ ਇਹ ਵੀ ਕੋਈ ਸ਼ਰਤ ਹੋਵੇ। अच्छा वो पंजाबी नहीं एक मिसाल है मौलवी नईम सुनी हो सी कि बंदे दो ही कामयाब, एक जिसने फोदू लगा इन्हें करे दोवें। इस नाल दो चीज़ों लगी ਇਹ ਬੜਾ ਕੰਮ ਹੋਇਆ ਨਾ। इस वगैरत कोल दोवें ही दराए, इनकम दे दराए दोवें ही है सन। ਹਾਂ ਮੈਂ ਤੇ ਅਜੇ ਤੱਕ ਉਦੋਂ ਦਾ ਉਹੀ ਪਿਆ ਸੋਚਣਾ, ਉਹ ਜਿਹੜੀ 3 ਮਹੀਨਿਆਂ ਬਾਅਦ ਕੁੜੀ ਪੈਦਾ ਹੋ ਗਈ। साकी तू वो पे सोचना है, ਸਾਕੀ ਤੂੰ मैं अजे उस गल तो परेशान है भी यार रसूल जेड़ा आखिया है कि भाई जी जी
ਇਹ ਹਕੀਮ ਜਈਆ ਸਿਰ ਪਕੜ ਕੇ ਬਹਿ ਗਿਆ ਸੀ YouTube ਤੇ ਕਿ ਮੈਂ ਇਸਦਾ ਜਵਾਬ ਕੇ ਦੇਵਾਂ। ਜਦੋਂ ਅਸਾਂ ਤਹਿਕੀਕ ਪਹਿਲੀ ਵਾਰੀ ਪੇਸ਼ ਕੀਤੀ ਨਾ ਤਾਂ ਸਿਰ ਪਕੜ ਕੇ ਬਹਿ ਗਿਆ ਵੀ ਕਰਾਂਗੇ ਹੁਣ ਅਸੀਂ ਉਹ ਇਹਨਾਂ ਦਾ ਕੋਈ ਜਿਹੜੀ ਗੱਲ ਜਵਾਬ ਹੀ ਕਰਦੇ ਕੋਈ ਨਾ, ਨਹੀਂ। ਜਿਹੜੀ ਗੱਲ ਲਿਖੀ ਅਸਲ ਕਿਤਾਬਾਂ ਦਾ ਹਵਾਲਾ ਲਿਖੇ ਉੱਥੇ। ਨਹੀਂ ਤੇ ਬਾਕੀ ਕੀ ਗਾਰੰਟੀ ਹੈ ਕਿ ਬਾਕੀ ਜਿਹੜੇ ਤਰਾ ਨੇ ਉਹ ਇਹਦੇ ਹੀ ਨੇ? ਉਹਨਾਂ ਦੀ ਕਿਸੇ ਨੂੰ ਗਾਰੰਟੀ ਦਿੱਤੀ ਕਦੋਂ ਕਿਹਾ ਹੈ ਅਸਾਂ ਗਾਰੰਟੀ ਦਿੱਤੀ ਹੈ ਬਾਕੀ ਸਾਕੀ ਭਾਈ 10 ਬੱਚੇ ਹੋਏ ਨੇ ਨਸੋ ਦੀ 10 ਧੱਕੇ ਨਾਲ ਹੀ ਉਹਦੇ ਖਾਤੇ 'ਚ ਪਾਈ ਜਾਂਦੇ ਹੋ ਤੁਸੀਂ ਸਾਕੀ ਭਾਈ। ਸਾਕੀ ਭਾਈ ਆ ਤੁਸੀਂ ਅਖੀਰ ਭਾਈ ਦੀ ਉਹ ਮਿਸਾਲ ਨਹੀਂ ਸੁਣੀ ਵੀ ਜਿੱਦਾਂ ਇਹ ਲੱਗਾ ਹੋਵੇ ਤੇ ਜਿੱਦਾਂ ਇਹ ਲੱਗਾ ਹੋਵੇ। ਇਹ ਜਿਹੜਾ ਦੂਜਾ ਉਹ ਜ਼ਿਕਰ ਹੈ, ਜੇ ਅੱਲਾ ਕਰੇ ਤੁਹਾਨੂੰ ਸਮਝ ਆ ਜਾਏ ਤੇ ਉਸ ਤੋਂ ਬਾਅਦ ਹੀ ਤੇ ਜਮਾਤ ਅੱਗੇ ਵਧੀ ਹੈ ਤੇ ਫਲੀ ਫੁੱਲੀ ਇੱਥੇ ਤੱਕ ਪਹੁੰਚੀ ਹੈ। ਉੱਠ ਸੁਭਾਨ ਆਹੋ 10 ਔਲਾਦਾਂ ਜਾਂ ਨਸਰਤ ਦੀਆਂ 10 ਉਸ ਤੋਂ ਬਾਅਦ ਤੇ ਅੰਡਿਆਂ ਚ ਚੂਚੇ ਨਿਕਲੇ ਨੇ। ਨਹੀਂ ਨਹੀਂ ਤੇ ਨਹੀਂ ਭਾਈ, ਇਹ ਉਸੇ ਕੁੜੀ ਨੂੰ ਚੰਬੇਲੀ ਦਾ ਤੇਲ ਪਿਆ ਕੇ ਮਾਰਿਆ ਸੀ ਨਾ ਯਾਰ ਸਾਕੀ ਭਾਈ ਤੁਸੀਂ ਫਿਰ ਉਹੀਓ ਗੱਲ ਪੇ ਕਰਦੇ ਹੋ। ਤੁਸੀਂ ਉਹ ਸੁਣਿਆ ਨਹੀਂ ਵੀ ਕਬੂਤਰ ਬਦਲ ਲਓ। ਯਾਰ ਮੈਨੂੰ ਕੁੜੀ ਤਾਂ ਰਹਿਣ ਦਿਓ ਪਹਿਲਾਂ। ਮੈਂ ਪਹਿਲਾਂ ਕੁੜੀ ਦਾ ਹੁਣ ਰਾਜੀ ਸਾਕੀ ਭਾਈ ਉਹੀ ਮਾਰੀ ਸੂ ਕੁੜੀ ਚੰਬੇਲੀ ਦੇ ਤੇਲ ਨਾਲ। ਨਹੀਂ ਹੋਰ ਮਾਰੀ ਸੀ, ਇਹ ਲੋਕ ਅਜੀਬ ਸੇ ਫੌਤ ਹੋ ਗਈ ਹੈ। ਇਹ ਉਹ ਨਹੀਂ ਮਾਰੀ ਸੀ। ਤੇ ਉਹ ਨਹੀਂ ਸੀ। ਠੀਕ ਹੈ, ਜੇ ਟਾਈਮ ਹੀ ਮਾਰਤੀ ਸੀ ਉਹਨੇ, ਉਹ ਦੂਜੀ ਬਾਅਦ ਚ ਮਾਰੀ ਸੀ। ਜਿਸਾ ਪੇਚਸ ਪਹੁੰਚੇ ਉਸਾ ਤੇਲ ਪਿਲਾਇਆ ਸੀ। ਓ ਯਾਰ ਉਹਨੂੰ ਸਾਕੀ ਤਾਂ ਮਾਰ ਛੜਿਆਉਣਾ, ਉਹਨੂੰ ਤਾਂ ਮਾਰ ਛੜਿਆਉਣਾ ਸੀ ਬਈ ਪੇਚਸਾਂ ਵਾਲਾ ਅੱਗੇ ਇੱਕ ਥੋੜਾ। ਨਹੀਂ ਉਹ ਮਿਰਜ਼ੇ ਦੇ ਹਿੱਸੇ ਦੀ ਵੀ ਕਰ ਜਾਂਦੀ ਹੋਣੀ ਨਾ। 300 ਹੋਏ 300 ਪੇਚਸ ਹੋਏ ਕੁੜੀਆਂ ਵੀ ਲਿਖੇ ਗਿਣੇ ਵੀ ਨਹੀਂ ਮਿਰਜ਼ੇ ਨਾਲ। ਉਹਨੇ ਆਖਿਆ ਜੀ ਆਈ ਸਪੀਡ ਰੱਖੀ ਤੇ ਮੇਰੇ ਪੇਚਸਾਂ ਦਾ ਤਰਾ ਮਾਰ ਜਾਏਗੀ। अच्छा भाई आप गौर करें ऐसा ਉਹਦੇ ਨਿਸ਼ਾਨ ਨੂੰ ਖਤਰਾ ਪੈ ਗੱਡੀ ਗਿਆ ਤੇ ਸੀ ਮਿਰਜ਼ੇ ਦੇ ਚਲਾਣਾ ਨਿਸ਼ਾਨ ਨਹੀਂ ਤਾਂ ਜੁੱਤੀਆਂ ਮਾਰਾਂ ਆਪਣੇ ਸਿਰ ਜੀ। ऐसा कसीरुल जहती कंजर हुआ है कि अपनी उम्र का इसका ये लाश भी बताता रहा, सही नहीं पता, बाकी पेचस भी पूरे गिने हुए हैं। लाख लानत है तेरी। 300 ਗਿਣਿਆ ਸੂ। सूर दे पुत्र ਨੂੰ ਆਪਣੀ ਉਮਰ ਨਹੀਂ ਪਤਾ ਲੱਗੀ। ਉਹ ਇਹ ਲਾਸ਼ ਵੀ ਦੱਸਦਾ ਰਿਹਾ, ਕਹਿੰਦਾ 5 ਸਾਲ ਥੱਲੇ ਜਾਂ ਉੱਤੇ ਥੋੜਾ ਜਾਂ ਜਿਹਾ ਪਾਪ ਜੇ ਵਾਦੇ ਬੰਦਾ ਰੋੜ ਕੇ ਪੁੱਛ ਲੈਂਦਾ ਨਾ, ਉਹਨੇ ਹਰ ਪੇਚਸ ਦੀ ਸਪੀਡ ਵੀ ਦੱਸਣੀ ਸੀ। 1 ਕਿਲੋਮੀਟਰ ਫੀ ਘੰਟੇ ਨਾਲ ਇਹ ਪੇਚਸ ਆਇਆ ਸੀ। 13ਵਾਂ ਪੇਚਸ ਦੀ ਸਪੀਡ ਇੰਨੀ ਸੀ ਤੇ 17ਵੇਂ ਦੀ ਇੰਨੀ ਸੀ। ਉਹ ਜ਼ਿਆ ਭਾਈ ਨਹੀਂ ਭਾਈ ਵੀ ਮੇਰੇ ਕੋਲ ਮੇਰੇ ਕੋਲ ਕਸਮ ਚਵਾ ਲਓ ਵੀ ਮੈਂ ਅੱਜ ਦਿਨ ਤੱਕ ਇਹੋ ਸਮਝਦਾ ਪਿਆ ਹੈ ਵੀ ਗੈਰਤ ਦੀ ਵਜ੍ਹਾ ਤੋਂ ਉਹਨੂੰ ਤੇਲ ਦੇ ਕੇ ਮਾਰ ਛੜਿਆ ਸੀ। ਵੀ ਇਹ ਮਹੀਨਾ ਦੀ ਬਾਹਰ ਆ ਗਈ ਹੈ। ਨਹੀਂ ਗੈਰਤ ਗੁਰਤ ਵਾਲਾ ਚੱਕਰ ਕੋਈ ਨਹੀਂ ਸੀ, ਐਵੇਂ ਗੱਲ ਹੀ ਬਣੀ। ਬਈ ਗੈਰਤ ਪਤਾ ਨਹੀਂ ਕਿਹੜੇ ਘਰ ਤੁਸੀਂ ਗੈਰਤ ਲੱਭਦੇ ਪਏ ਹੋ, ਬਗੈਰਤਾਂ ਦੇ ਘਰ ਗੈਰਤ ਲੱਭਦੇ ਪਏ ਹੋ ਕਿਬਲਾ। ਨਹੀਂ ਦੇਖੋ ਮੇਰਾ ਕਿੱਲਤ ਇਰਫਾਨ ਹੈ ਵੀ ਮੈਂ ਇਹ ਗੱਲ ਪਿਆ ਸਮਝਦਾ ਆਇਆ ਵੀ ਇਹ ਤੇ ਅੱਜ ਆ ਕੇ ਪਤਾ ਲੱਗਾ ਵੀ ਉਸ ਬੱਚੀ ਚ ਵਾਰੀ ਜਿਹੜੀ ਐਸੀ ਦੀ ਤੈਸੀ ਉਹ ਐਡੀ ਗੈਰਤ ਹੁੰਦੀ ਤਾਂ ਆਪਣੇ ਖੱਦ ਵਿੱਚ ਇਹ ਲਿਖਦਾ ਕਿ ਜਦੋਂ ਮੈਂ ਬੁੱਢੀ ਕੋ ਜਾਣਾ ਵਾ ਮੇਰਾ ਮਸਲਾ ਹੀ ਨਹੀਂ ਖੜਾ ਹੁੰਦਾ। अस्सलाम वालेकुम। हाँ बिल्ला यार गल्लां कैसे नहीं। वालेकुम सलाम। ਕੀ ਹਾਲ ਭਾਜਨ, ਠੀਕ ਹੋ? अल्हम्दुलिल्लाह जी, तुसी सुनाओ। ਅਲਹਮਦੁਲਿਲਾ। ਅੱਛਾ ਯਾਰ ਮੈਂ ਨਾ ਅੱਜ ਇਹਨੇ ਕਾਲ ਦਿਨ ਬਰਾੜ ਦੇ ਗਿਆ ਸਾਂ ਤੇ ਮੈਂ ਉਹਨਾਂ ਨੂੰ ਕਿਹਾ ਸੂਰਤ ਇਬਰਾਹੀਮ ਆਇਤ ਨੰਬਰ 4 ਚ ਅੱਲਾਹ ਤਾਲਾ ਦਾ ਕਾਨੂੰਨ ਹੈ। ਅੱਲਾਹ ਤਾਲਾ ਕਹਿੰਦਾ ਕਿ ਮੈਂ ਉਸੇ ਜ਼ਬਾਨ ਦੇ ਜਿਸ ਜ਼ਬਾਨ ਦੇ ਨਬੀ ਹੁੰਦੇ ਨੇ ਉਮਤ ਹੁੰਦੀ ਨਬੂਤ ਭੇਜਣਾ ਵਾ ਜਾਂ ਨਬੀ ਭੇਜਣਾ ਹੀ ਉਹ ਕਿਤਾਬ। ਤੁਹਾਡਾ ਮਿਰਜ਼ਾ ਪੰਜਾਬੀ ਚ ਤੇ ਅਰਬੀ ਚ ਇਲਹਾਮ ਤੇ ਫਾਰਸੀ ਚ ਇਲਹਾਮ ਤੇ ਇਹ ਅੱਲਾਹ ਦੇ ਕਾਨੂੰਨ ਦੇ ਖਿਲਾਫ ਹੈ ਨਾ, ਕਿਉਂਕਿ ਅੱਲਾਹ ਦਾ ਕਾਨੂੰਨ ਹੀ ਹੈ ਵੇ ਕਿ ਜਿਹੜੀ ਜ਼ੁਬਾਨ ਦਾ ਨਬੀ ਉਸੇ ਜ਼ੁਬਾਨ ਚ ਕਿਤਾਬ ਦੇ ਇਲਹਾਮ ਕਰਦਾ ਹੈ। ਉਹ ਇੱਕ ਉੱਥੋਂ ਬੋਲਿਆ ਉਹਨਾਂ ਦਾ ਮਰਬੀ ਆਂਦਾ ਜੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਫਾਰਸੀ ਦੇ ਵਿੱਚ ਵੀ ਇਹ ਨਾ ਕੋਈ ਇਲਹਾਮ ਜਾਂ ਆਇਤ ਉਤਰੀ ਸੀ। ਝੂਠ ਹੈ ਕਿਹੜੇ ਮੁਰੱਬੀ ਦੇ ਕੋਲ ਗਏ? ਉਹਨੇ ਕਿਹਾ ਸੀ ਇੱਕ ਤੇ ਉਹ ਮਾਨੀਏ ਨਾ ਤੇ ਇੱਕ ਹੋਰ ਮੈਨੂੰ ਨਾ ਫੇਰ ਝੂਠ ਬੋਲਿਆ ਫੇਰ ਝੂਠ ਬੋਲਿਆ ਸੀ। ਮੈਂ ਉਹਨੂੰ ਆਖਿਆ ਕਿ ਤੂੰ ਮੈਨੂੰ ਨਾ ਇਹਦਾ ਹਵਾਲਾ ਦੇ। ਗੱਲ ਤੇ ਬੰਦੇ ਨੂੰ ਸੁਣਨ ਤੇ ਜੋ ਪੂਰੀ ਗੱਲ ਮੈਂ ਉਹਨੂੰ ਕਿਹਾ ਇਹਦਾ ਹਵਾਲਾ ਦੇ ਤੇ ਉਹ ਦੂਸਰੇ ਨੂੰ ਕਹਿੰਦਾ ਤੇਰੇ ਕੋਲ ਹੈ ਵੇ ਹਵਾਲਾ। ਉਹ ਤੁਹਾਨੂੰ ਪਤਾ ਹੈ ਨਾ ਤਰੀਕਾ ਬਾਤ ਦਾ, ਜਦੋਂ ਇਹ ਫਸ ਜਾਣ ਤੇ ਫਿਰ ਕੋਈ ਨਵੀਂ ਗੱਲ ਸ਼ੁਰੂ ਕਰ ਛੱਡਦੇ ਨੇ। ਠੀਕ ਹੈ, ਤੇ ਮੈਂ ਕਿਹਾ ਕਿ ਤੁਸੀਂ ਤੁਹਾਡੇ ਮਿਰਜ਼ੇ ਨੇ ਅਰਬੀ 'ਚ ਵੀ ਗਲਤੀਆਂ ਕੀਤੀਆਂ ਨੇ ਨਾ, ਔਰ ਅਰਬੀ ਲਫ਼ਜ਼ ਹੀ ਨਹੀਂ ਹੈ ਜਿਹੜੇ ਉਹ ਤੁਹਾਡੇ ਮਿਰਜ਼ੇ ਨੇ ਬੋਲੇ ਨੇ ਆਪਣੇ ਨਾਲ ਇਲਹਾਮ ਕਹਿ ਕੇ। ਉਹਦੇ ਹਵਾਲਾ ਦੇ ਉਹ ਮੇਰੇ ਨਾਲ ਉਸ ਗੱਲ ਤੇ ਬਹਿਸਣ ਲੱਗ ਪਏ। ਇਹ ਗੱਲ ਮੇਰੀ ਜਿਹੜੀ ਉਹਨਾਂ ਨਾਲ ਹਵਾਲਾ ਦੇ ਪਾਸੇ ਆਈ ਨਹੀਂ। ਇਹ ਫਾਰਸੀ ਲਾਮ ਵਾਲੀ ਗੱਲ ਦਾ ਕੀ ਬਣਿਆ?
ਉਧਰ ਆਏ ਨੇ, ਤੁਹਾਨੂੰ ਦੱਸਿਆ ਨਾ ਕਿ ਇਹ ਤਰੀਕਾ ਵਾਰਦਾਤ ਹੈ, ਜਦੋਂ ਫਸ ਜਾਂਦੇ ਨਵੀਂ ਗੱਲ ਸ਼ੁਰੂ ਕਰ ਛੱਡਦੇ ਨੇ, ਜਾਂ ਕੋਈ ਬੰਦਾ ਥੱਲੋਂ ਆ ਕੇ ਹੋਰ ਤਰ੍ਹਾਂ ਬੋਲਣ ਲੱਗ ਪੈਂਦਾ ਜੀ, ਇਹਨੂੰ ਬੁਲਾਓ ਜੀ, ਗੁਸਤਾਖ ਜੀ, ਇੰਝ ਤੇ ਉਹ। ਤੇ ਕਿੰਨੇ ਘੰਟੇ ਮਨਾਜ਼ਰਾ ਤੁਹਾਡਾ ਹੁੰਦਾ ਰਿਹਾ? ਮਨਾਜ਼ਰਾ ਕਾਹਦਾ ਹੁੰਦਾ ਹੈ ਜੀ, ਮਨਾਜ਼ਰਾ ਥੋੜਾ ਹੀ ਹੈ। ਇਹ ਸਵਾਲ ਤੁਹਾਡੇ ਕੋਲ ਕਰਨਾ ਆਇਆ ਹੂੰ, ਸਵਾਲ ਕਿਹਦਾ ਤੁਹਾਡੇ ਕੋਲ ਸਵਾਲ ਇੱਕ ਪੁੱਛਣਾ ਹੈ। ਇਹ ਸਵਾਲ ਮੇਰਾ ਹੈ ਵੀ ਯਾਰ, ਮਿਰਜ਼ੇ ਨੇ ਉਹ ਜਿਹੜਾ ਮੌਲਵੀ ਸਲਾਹ ਅਹਿਮਦ ਸੀ, ਆਖਰੀ ਕਿਉਂ ਕਿਹਾ ਫੈਸਲੇ ਨੂੰ, ਤੇ ਐਂਡ ਤੇ ਅੱਲਾ ਦੇ ਸਪੁਰਦ ਕਰਨ ਦਾ ਕੀ ਮਕਸਦ ਸੀ ਉਹਦਾ, ਕਿ ਮੈਂ ਅੱਲਾ ਦੇ ਸਪੁਰਦ ਕਰਨਾ ਹੈ ਬਦਦੁਆ? ਇਹਦਾ ਜਵਾਬ ਦੇ ਦਿਓ ਅਮਰ ਸਾਹਿਬ। ਦੇ ਦਿੰਦੇ ਆ, ਲੇਕਿਨ ਉਹ ਫਾਰਸੀ ਲਾਉਣ ਦਾ ਜ਼ਰੂਰ ਉਹਨਾਂ ਨੂੰ ਤੁਸੀਂ ਪਿੱਛਾ ਕਰੋ ਨਾ। ਮੇਰੀ ਗੱਲ ਸੁਣੋ ਮੈਰ ਸਾਹਿਬ, ਜੇ ਕਿਸੇ ਨਾਲ ਬੰਦਾ ਗੱਲ ਕਰਨ ਜਾਏ ਤੇ ਅਗਲਾ ਬੰਦਾ ਗੱਲ ਵੜਾਏ ਤੇ ਤੁਹਾਡੀ ਮਹਾਰਤ ਇਹ ਹੀ ਹੈ ਨਾ ਵੀ ਉਹਨੂੰ ਗੱਲ ਵਲਾਉਣ ਨਾ ਦਿਓ। ਉਹਨੂੰ ਆਖੋ ਮੈਨੂੰ ਇਸ ਗੱਲ ਦਾ ਜਵਾਬ ਦਿਓ, ਲਿਆਓ ਵਾਲਾ ਜਿੱਥੇ ਫਾਰਸੀ ਦਾ ਲਾਮ ਨਬੀ ਪਾਕ ਨੂੰ ਹੈ, ਕਿਹੜੀ ਹਦੀਸ ਦੀ ਕਿਤਾਬ 'ਚ ਲਿਖਿਆ। ਸਿਰਫ ਤੁਸੀਂ ਭੌਂਕਣਾ ਹੀ ਸਿੱਖਿਆ ਨਬੀ ਪਾਕ ਦੀ ਜ਼ਾਤ ਦੇ ਉੱਤੇ, ਸਬੂਤ ਪੇਸ਼ ਕਰੋ ਕਿੱਥੇ ਕੋਈ ਫਾਰਸੀ ਦਾ ਲਾਮ। ਛਿੱਤਰ ਲੈ ਕੇ ਮਗਰ ਲੱਗੋ, ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਬਰਾੜ ਤੋਂ ਥੱਲੇ ਹੀ ਲਾਣਗੇ ਨਾ, ਤੇ ਉਹ ਨਾ ਲਾਣੇ ਭਾਵੇਂ ਝੱਟ ਬਾਅਦ ਲਾ ਦੇਣਾ, ਭਾਵੇਂ 10 ਮਿੰਟ ਬਾਅਦ ਲਾ ਦੇਣਾ। ਹਿਰਸ ਨਹੀਂ ਕਰਨਾ ਚਾਹੀਦਾ ਵੀ ਮੈਂ ਹੁਣ ਲੰਮੀ ਗੱਲ ਕਰਾਂ ਦਾ ਤੇ ਮੈਂ ਪਿੱਛੇ ਮੈਨੂੰ ਕੋਈ ਆਮਦਨ ਹੋਣੀ। ਗੱਲ ਹੀ ਕਰਨੀ ਹੈ, ਝੂਠਾ ਸਾਬਤ ਕਰਨਾ। ਉਹ ਇੱਕ ਗੱਲ ਝੂਠ ਬੋਲਦੇ ਨੇ, ਐਸੇ ਤਰ੍ਹਾਂ ਇਹਨਾਂ ਨੇ ਝੂਠ ਘੜ ਕੇ ਤੇ ਮਾਜ਼ ਅੱਲਾ ਨਬੀ ਅਲੈਹਿਸਸਲਾਤੁ ਵਸਲਾਮ ਦੀ ਸਾਰਾ ਦਿਨ ਤੋਹੀਨ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ, ਇਹੋ ਜਿਹੀਆਂ ਗੱਲਾਂ ਘੜ ਕੇ। ਫਿਰ ਇਹਨੇ ਇੱਕ ਹੋਰ ਗੱਲ ਕੀਤੀ, ਇੱਕ ਬੰਦੇ ਨਾ ਉਹ ਆ ਕਹਿੰਦਾ ਜੀ, ਔਰ ਕਿਹੜੇ ਇਮਾਮ ਨੇ ਕਿਹਾ ਕਿ ਕੁਰਾਨ ਦੇ ਵਿੱਚ ਵੀ ਜਿਹੜੇ ਲਫ਼ਜ਼ ਯੂਜ਼ ਹੋਏ ਨਾ ਉਹ ਅਰਬੀ ਦੇ ਨਹੀਂ ਹੈ। ਕੁਛ ਲਫ਼ਜ਼ ਇਮਾਮ ਸਿਊਤੀ ਨੇ ਇੰਝ ਕਿਹਾ ਜੀ, ਫਲਾਣੇ ਇਮਾਮ ਨੇ ਇਸ ਤਰ੍ਹਾਂ ਕਿਹਾ, ਪੜ੍ਹ ਕੇ ਦਲਾਇਲ ਨੂੰ ਦੱਸ। ਮੈਂ ਕਿਹਾ ਯਾਰ, ਮੈਂ ਤੇਰੇ ਅੱਗੇ ਸੂਰਤ ਇਬਰਾਹੀਮ ਆਇਤ ਨੰਬਰ 4 ਪੜ੍ਹੀ ਹੈ, ਤੂੰ ਅੱਲਾ ਨਾਲ ਹੀ ਫਿਰ ਅੱਲਾ ਨੂੰ ਕਹਿਣਾ ਪਿਆ। ਅੱਲਾ ਤਾਂ ਕਹਿੰਦਾ ਮੇਰਾ ਕਾਨੂੰਨ ਹੈ ਕਿ ਅਰਬੀ ਦੇ ਵਿੱਚ ਹੀ ਮੈਂ ਨਬੂਵਤ ਦੇਣਾ ਵਾ ਜਾਂ ਕਿਤਾਬ ਨਾਜ਼ਿਲ ਕਰਨਾ ਵਾ ਜਿਸ ਕੌਮ ਦਾ ਨਬੀ ਹੋਵੇ। ਜਿਹੜੀ ਕੌਮ 'ਚ ਕੁਰਾਨ ਨਾਜ਼ਿਲ ਹੋਇਆ ਨਾ ਉਹ ਉਮੀ ਨੇ, ਅੱਲਾਹ ਤਾਲਾ ਨੇ ਉਮੀਆਂ ਵਿੱਚ ਨਬੀ ਮਬੂਸ ਕੀਤੇ ਨੇ। ਉਹਨਾਂ ਨੂੰ ਸ਼ੁਕਰ ਕਰੋ, ਅਰਬੀ ਆਉਂਦੀ ਸੀ, ਦੂਜੀ ਕਿਹੜੀ ਜ਼ੁਬਾਨ ਆਉਂਦੀ? ਕਿਹੜਾ ਜ਼ੁਬਾਨ ਹੈ ਕੁਰਾਨ? ਕਿਹੜਾ ਕੁਰਾਨ ਦੇ ਵਿੱਚ ਹਰਫ ਦੂਜੀ ਜ਼ੁਬਾਨ ਦਾ? ਉਹਨਾਂ ਨੂੰ ਆਪਣੀ ਜ਼ੁਬਾਨ ਤੋਂ ਇਲਾਵਾ ਕੋਈ ਜ਼ੁਬਾਨ ਆਉਂਦੀ ਨਹੀਂ ਸੀ। ਐਵੇਂ ਝੂਠ ਬੋਲਣ, ਇੱਕ ਝੂਠ ਬੋਲਦੇ ਨੇ, ਉੱਥੋਂ ਛਿੱਤਰ ਖਾਂਦੇ ਨੇ, ਫਿਰ ਦੂਜਾ ਝੂਠ ਕੱਢ ਲੈਂਦੇ ਨੇ, ਫਿਰ ਉੱਥੋਂ ਛਿੱਤਰ ਖਾਂਦੇ ਨੇ, ਫਿਰ ਤੀਜੀ ਥਾਂ ਜਾ ਕੇ ਖਲੋ ਜਾਂਦੇ ਨੇ। ਇਹਨਾਂ ਦੇ ਲੰਮੀ ਗੱਲ ਇਹਨਾਂ ਨੇ ਕਰਨ ਦੀ ਬਜਾਏ ਜਿਹੜੀ ਇਹ ਗਲਤ ਗੱਲ ਕਰਨ, ਇਹਨਾਂ ਕੋਲ ਉਹਦਾ ਸਬੂਤ ਮੰਗੋ। ਹੁਣ ਮੈਂ ਤੁਹਾਨੂੰ ਆਖਰੀ ਫੈਸਲਾ ਇਸ਼ਤਿਹਾਰ ਦੀ ਗੱਲ ਦੱਸ ਦੇਣਾ, ਲੇਕਿਨ ਮਗਰ ਲੱਗ ਕੇ ਉਹਨਾਂ ਨੂੰ ਆਖੋ ਮੈਂ ਇਹੋ ਗੱਲ ਪੁੱਛਣੀ, ਮੈਂ ਇਹਦਾ ਜਵਾਬ ਦੇ ਦਿਓ ਤੇ ਨਹੀਂ ਤੇ ਮੈਨੂੰ ਥੱਲੇ ਲਾ ਛੱਡੋ, ਕਸਮਾਂ ਨੂੰ ਖਾਓ, ਇਕੱਲੇ ਬਹਿ ਕੇ ਤੇ ਲੱਗੇ ਰਹੋ ਢੋਲਕ ਵਜਾਣ। ਦਰੁਸਤ ਬਾਤ ਤੁਹਾਡੀ, ਬਿਲਕੁਲ ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਮਤਲਬ ਇਹ ਤੇ ਨਹੀਂ ਕਿ ਵੀ ਇੱਕ ਜਗ੍ਹਾ ਦੇ ਉੱਤੇ ਤੁਸੀਂ ਫਸ ਗਏ ਹੋ ਤੇ ਤੁਸੀਂ ਝੂਠ ਬੋਲ ਕੇ ਤੇ ਤੁਸੀਂ ਫਿਰ ਦੂਜੀ ਜਗ੍ਹਾ ਤੇ ਟੁਰ ਜਾਓਗੇ ਤੇ ਮੈਂ ਤੁਹਾਡੇ ਮਗਰ ਦੂਜੀ ਜਗ੍ਹਾ ਤੇ ਆਵਾਂਗਾ, ਉੱਥੋਂ ਝੂਠ ਬੋਲ ਕੇ ਤੀਜੀ ਜਗ੍ਹਾ ਤੇ ਟੁਰ ਜਾਓਗੇ। ਇਹ ਤੇ ਕੋਈ ਤਰੀਕਾ ਨਹੀਂ, ਇਹ ਤੇ ਫਿਰ ਸਾਡੀ ਤਰਫੋਂ ਕਮਜ਼ੋਰੀ ਹੈ ਨਾ। ਬਿਲਕੁਲ ਇਸ ਗੱਲ ਇਹਨਾਂ ਨੂੰ ਅਗਾ ਨਾ ਜਾਣਦੇ, ਜਿੱਥੋਂ ਗੱਲ 'ਚ ਫਸਣੀ ਆ ਝੂਠ ਬੋਲ ਕੇ, ਕਮ ਅਜ਼ ਕਮ ਉਹਦੀ ਰਿਕਾਰਡਿੰਗ ਹੈ ਦੁਨੀਆ ਦੇ ਸਾਹਮਣੇ। ਇਹ ਹੁਣ ਤੁਸੀਂ ਜਿਹੜੀ ਗੱਲ ਪੇ ਕਰਦੇ ਹੋ ਨਾ, ਅਗਰ ਇਹਦੀ ਰਿਕਾਰਡਿੰਗ ਹੈ ਤੁਹਾਡੇ ਕੋਲ ਤੇ ਮੈਨੂੰ ਦਿਓ, ਮੈਂ ਉਹਦੇ ਤੇ ਨਾਮ ਰੱਖ ਕੇ ਐਲਾਨ ਕਰਨਾ, ਬੜੇ ਵੀਡੀਓ ਬਣਾਉਣਾ ਵੀ ਇੰਨਾ ਤੁਹਾਨੂੰ ਮੈਂ 1000 ਯੂਰੋ ਨਾਮ ਦੇਣਾ ਕੱਢ ਫਾਰਸੀ ਦਾ ਲਾਮ ਕਿਸੇ ਦੇਸ਼ ਦੀ ਕਿਤਾਬ 'ਚ। ਮੈਂ ਚੈੱਕ ਕਰਨਾ, ਮੇਰੇ ਕੋਲ ਮੈਸੇਜ ਆਇਆ ਅੰਦਰ। ਹਾਂ, ਰਿਕਾਰਡਿੰਗ ਇਹੋ ਜਿਹੀ ਰਿਕਾਰਡਿੰਗ ਕਰਕੇ ਲੈ। ਅੱਛਾ, ਆਖਰੀ ਫੈਸਲੇ ਇਸ਼ਤਿਹਾਰ ਦੇ ਬਾਰੇ ਤੁਸੀਂ ਕੀ ਪੁੱਛਿਆ? ਮੈਂ ਕਿਹਾ ਮਿਰਜ਼ੇ ਨੇ ਇਹਨੂੰ ਆਖਰੀ ਕਿਉਂ ਆਖਿਆ ਸੀ? ਦੂਜੇ ਦੇ ਐਂਡ ਤੇ ਇਹਨੇ ਕਿਹਾ ਹੈ ਕਿ ਮੈਂ ਅੱਲਾ ਦੇ ਸਪੁਰਦ ਕਰਨਾ ਵਾ, ਜਿਹੜੀ ਬਦਦੁਆ ਨੇ ਲਈ ਹੈ ਆਖਰੀ ਫੈਸਲੇ 'ਚ। ਜੁਮਾ ਇਸ਼ਤਿਹਾਰ ਜਿਹੜਾ ਉਹਨੇ ਆਖਰੀ ਨੂੰ ਕਿਉਂ ਕਿਹਾ ਹੈ, ਤੇ ਉਸ ਤੋਂ ਬਾਅਦ ਇਹਨੇ ਕਿਹਾ ਮੈਂ ਆਪਣੇ ਮਾਮ ਨੂੰ ਅੱਲਾ ਦੇ ਸਪੁਰਦ ਕਰਨਾ। ਇਹ ਉਹਨਾਂ ਦਾ ਸਵਾਲ ਹੈ, ਇਹ ਸਵਾਲ ਤੁਸੀਂ ਉਹਨਾਂ ਨੂੰ ਕੀਤਾ ਜਾਂ ਉਹਨਾਂ ਤੁਹਾਡੇ ਤੇ ਕੀਤਾ? ਨਹੀਂ, ਮੈਂ ਤੁਹਾਡੇ ਕੋਲ ਕਰਨ ਡਿਆ। ਅੱਛਾ, ਵੈਸੇ ਜਾਣਨਾ ਚਾਹੁੰਦਾ। ਅਸਲ ਗੱਲ ਹੈ ਕਿ ਮਿਰਜ਼ਾ ਜਿਹੜਾ ਸੀ ਨਾ, ਉਹਦਾ ਜਿਸ ਤਰ੍ਹਾਂ ਹੁੰਦੇ ਨੇ ਨਾ ਲੋ ਟੈਂਪਰਡ ਪੀਪਲ, ਉਹ ਯਾਨੀ ਕਿ ਉਹਦਾ ਘੱਟ ਸੀ ਟੈਂਪਰ, ਉਹਦਾ ਘੱਟ ਸੀ, ਰਵਾਲ ਸਾਰੀ ਗੱਲ ਤੋਂ ਅੱਗ ਫੜ ਜਾਂਦਾ ਸੀ। ਉਹਨੇ ਇੱਕ ਇਸ਼ਤਿਹਾਰ ਵੀ ਛਾਪਿਆ ਹੈ, ਮਰੀਦੋਂ ਸੇ ਆਖਰੀ ਫੈਸਲਾ, ਮਰੀਦਾਂ ਦੇ ਨਾਲ ਵੀ ਆਖਰੀ ਫੈਸਲਾ ਇਸ਼ਤਿਹਾਰ ਉਹਨੇ ਇੱਕ ਵਾਰ ਛਾਪ ਦਿੱਤਾ ਸੀ। ਆਖਰੀ ਫੈਸਲਾ ਉਹ ਹਰ ਜਣੇ ਖਣੇ ਨਾ ਕਰਨ ਬਹਿ ਜਾਂਦਾ ਸੀ, ਲੈ ਫਿਰ ਅੱਜ ਤੇਰਾ ਮੇਰਾ ਆਖਰੀ ਫੈਸਲਾ ਹੋਣ ਲੱਗੇ। ਆਖਰੀ ਫੈਸਲਾ ਤੇ ਉਹਦਾ ਤਕੀਆ ਕਲਾਮ ਸੀ ਕਿ ਹਰ ਬੰਦੇ ਨਾਲ ਜਿਹੜਾ ਨਾ ਆਖਰੀ ਫੈਸਲਾ ਕਰਨ ਬਹਿ ਜਾਂਦਾ ਸੀ। ਤੇ ਆਖਰੀ ਫੈਸਲਾ ਲਿਖਣ ਦਾ ਸਿਰਫ ਇਹੀ ਵਜ੍ਹਾ ਕਿ ਉਹ ਲੋ ਟੈਂਪਰਡ ਬੰਦਾ ਸੀ। ਤੇ ਦੂਜੀ ਗੱਲ ਇਹ ਵੇ ਕਿ ਉਹਨੇ ਜਿਹੜਾ ਆਖਰ ਦੇ ਉੱਤੇ ਆਖਿਆ ਕਿ ਅਬ ਇਹ सारी तहरीर मौलवी साहब से इल्तमास है कि ये तमाम तहरीर इसको अपने पर्चे में छाप दें।
और फिर इसके नीचे जो चाहे लिख दें, अब फैसला खुदा के हाथ में है। ਇਹ ਉਹਨੇ ਇਸ ਗਲੇ ਲਿਖਿਆ ਹੈ ਕਿ ਉਹਨੇ ਇਹ ਕੀਤੀ ਹੈ ਸਿਰਫ ਦੁਆ। ਸ਼ੁਰੂ ਵਿੱਚ ਪੜੋ ਨਾ ਤੁਸੀਂ, ਵੈਸੇ ਤੇ ਉਹ ਜਲੇਬੀ ਹਰ ਗੱਲ ਦੀ ਬਣਾਉਂਦਾ ਸੀ ਤੇ ਇਹਦੇ 'ਚ ਵੀ ਉਹਨੇ ਵਟਣੇ ਛਟਣੇ ਢੇਰ ਚਾੜੇ ਨੇ, ਲੇਕਿਨ ਉਹਨੇ ਜਦੋਂ ਗੱਲ ਸ਼ੁਰੂ ਕੀਤੀ ਹੈ ਨਾ ਤੇ ਉਹਨੇ ਆਖਿਆ ਕਿ ਇਹ ਦੁਆ ਹੈ, ਇਹ ਕੋਈ ਇਲਹਾਮ ਦੀ ਬਿਨਾ ਉੱਤੇ ਕੋਈ ਪੇਸ਼ਗੋਈ ਨਹੀਂ ਹੈ, ਇਹ ਸਿਰਫ ਦੁਆ ਹੈ। ਤੇ ਦੁਆ ਜਦੋਂ ਬੰਦਾ ਕਰਦਾ ਹੈ ਤੇ ਆਂਦਾ ਵੀ ਮੈਂ ਦੁਆ ਰੱਬ ਕੋ ਮੰਗੀ ਹੈ, ਤੁਸੀਂ ਇਹਨੂੰ ਛਾਪ ਦਿਓ ਤੇ ਜੋ ਮਰਜ਼ੀ ਤੁਸੀਂ ਇਹਦੇ ਬਾਰੇ ਕਹਿਣਾ ਕਿ ਇਹਦਾ ਤਬਸਰਾ ਕਰਨਾ ਕਰ ਦਿਓ, ਲੇਕਿਨ ਮੈਂ ਰੱਬ ਦੇ ਅੱਗੇ ਇਹ ਮਾਮਲਾ ਜਾਂ ਅਰਜ਼ੀ ਜਿਹੜੀ ਉਹ ਪਾ ਦਿੱਤੀ ਤੇ ਰੱਬ ਫੈਸਲਾ ਕਰ ਦੇਗਾ। ਉਹਨੇ ਰੱਬ ਤੇ ਛੱਡ ਦਿੱਤੀ ਸੀ ਔਰ ਉਹ 13 ਮਹੀਨੇ ਇੰਤਜ਼ਾਰ ਵੀ ਕਰਦੇ ਨੇ। 13 ਮਹੀਨੇ ਬਾਅਦ ਜਦੋਂ ਇਹ ਮਰਦੂਦ ਮਰਿਆ ਤੇ ਇਹਨੇ ਬੋ ਮਾਰੀ ਤੇ ਮਰਜ਼ਾਈਆਂ ਨੂੰ ਪਤਾ ਲੱਗਾ ਹੈ ਇਹ ਤਾਂ ਮੌਲਾਨਾ ਸਨਾਉਲ ਅੰਮ੍ਰਿਤਸਰੀ ਨਾਲ ਇਹਨੇ ਤੇ ਆਖਰੀ ਫੈਸਲਾ ਛਾਪਿਆ ਸੀ। ਫਿਰ ਇਹਨਾਂ ਨੂੰ ਹੋਸ਼ ਆਈ ਹੈ। ਇਹ 13 ਮਹੀਨੇ ਹੀ ਡੀਕਦੇ ਰਹੇ ਨੇ ਕਿ ਇਜ਼ਰਾਈਲ ਨੇ ਅੰਮ੍ਰਿਤਸਰ ਜਾਣਾ ਹੈ, ਉਹ ਲਾਹੌਰ ਆ ਗਿਆ। ਇਹ ਤੇ ਮੌਲਾਨਾ ਸਨਾਉਲ ਅੰਮ੍ਰਿਤਸਰੀ ਦੀ ਕੰਧ ਨਾਲ ਕੰਨ ਲਾ ਕੇ ਸੁਣਦੇ ਰਹੇ ਨੇ। ਐਡੇ ਹਰਾਮੀ ਨੇ ਜਿਹੜੇ ਅੰਮ੍ਰਿਤਸਰ ਦੇ ਮਿਰਜ਼ਾਈ ਸਨ ਨਾ। ਉਹ ਇੱਕ ਦਿਨ ਮੌਲਾਨਾ ਸਨਾਉਲ ਅੰਮ੍ਰਿਤਸਰੀ ਦੇ ਬਾਜ਼ੂ 'ਚ ਦਰਦ ਸੀ ਬੜਾ, ਤੇ ਉਹ ਮੈਂ ਹੁਣ ਖਾਣਾ ਆ ਗਿਆ ਮੇਰੇ ਸਾਹਮਣੇ, ਪਰ ਮੈਂ ਤੁਹਾਨੂੰ ਸ਼ਾਰਟ ਗੱਲ ਸੁਣਾ ਦਿੰਦਾ ਵਾਂ ਕਿ ਉਹ ਮਸਾਏ ਕਹਿੰਦੇ ਨੇ ਕਿ ਰਾਤੀ ਮਿਰਜ਼ਾਈ ਆਏ ਸਨ, ਤੁਹਾਡੀ ਦੀਵਾਰ ਦੇ ਨਾਲ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕਰਦੇ ਰਹੇ ਨੇ ਕਿ ਅੰਦਰੋਂ ਰੌਣ ਦੀ ਆਵਾਜ਼ ਆਉਂਦੀ ਵੀ ਕਿ ਨਹੀਂ। ਅੰਮ੍ਰਿਤਸਰ ਪੂਰੇ 'ਚ ਗੱਲ ਮਸ਼ਹੂਰ ਸੀ ਕਿ ਮੌਲਵੀ ਸਨਾਉਲ ਅੰਮ੍ਰਿਤਸਰੀ ਨੂੰ ਤਾਉਨ ਹੋ ਗਿਆ, ਮਰ ਚੱਲੇ। ਅਸਲ 'ਚ ਉਹਨਾਂ ਦੇ ਬਾਜ਼ੂ 'ਚ ਦਰਦ ਸੀ। ਐਸੇ ਇਸ਼ਤਿਹਾਰ ਛਾਪਣ ਤੋਂ ਬਾਅਦ ਦੀ ਗੱਲ ਹੈ। ਇਸ਼ਤਿਹਾਰ ਛਪਿਆ 15 ਅਪ੍ਰੈਲ 1907 ਨੂੰ ਤੇ ਦਰਦ ਉਹਨਾਂ ਨੂੰ ਸਤੰਬਰ ਅਕਤੂਬਰ 'ਚ ਕਿਰਿਆ ਹੈ ਤੇ ਉਹ ਮਹੀਨਾ ਡੇਢ ਉਹਨਾਂ ਨੂੰ ਬੜਾ, ਉਹਨੇ 15-20 ਦਿਨ ਤੰਗ ਕੀਤੀ ਰੱਖਿਆ ਉਸ ਦਰਦ ਨੇ। ਫਿਰ ਉਹ ਪਾਤਸ਼ਾਹ ਚਲਵਾਉਂਦੇ ਸਨ ਉਸ ਜ਼ਮਾਨੇ 'ਚ ਕੀਮਾ ਕੋਲ, ਜਦੋਂ ਆਰਾਮ ਆਇਆ ਤੇ ਆਂਦੇ ਨੇ ਕਿ ਵੀ ਗਵਾਂਢੀ ਮੈਨੂੰ ਕਹਿੰਦੇ ਨੇ ਕਿ ਉਹ ਆ ਕੇ ਕੰਧ ਨਾਲ ਬੰਦੇ ਮਿਰਜ਼ਾਈ 3-4 ਉਹ ਸਿਰ ਲਾ ਕੇ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕਰਦੇ ਸਨ, ਅੰਦਰੋਂ ਜਨਾਨੀਆਂ ਰੋਣ ਦੀ ਆਵਾਜ਼ ਆਉਂਦੀ ਕਿ ਨਹੀਂ। ਇਹ ਤੇ ਮੌਲਾਨਾ ਸਨਾਉਲ ਅੰਮ੍ਰਿਤਸਰੀ ਦੀ ਮੌਤ ਨੂੰ ਡਿੱਗਦੇ ਰਹੇ ਨੇ 13 ਮਹੀਨੇ। 13 ਮਹੀਨੇ ਬਾਅਦ ਮਰਦੂਦ ਮਰ ਗਿਆ ਤੇ ਫਿਰ ਇਹਨਾਂ ਨੂੰ ਸਮਝ ਨਹੀਂ ਆਈ। ਫਿਰ ਕਦੇ ਕੁਝ ਜਾਂਦੇ ਸਨ, ਕਦੇ ਕੋਈ ਪੰਚਰ ਲਾਉਂਦੇ ਸੀ। ਲੋ ਕਰੋ ਗੱਲ, ਮੈਂ ਇਨਸ਼ਾਅੱਲਾ ਨੂੰ 5 ਮਿੰਟ ਅੱਛਾ ਵੀ ਮੌਲਵੀ ਵੱਡਾ ਮੌਲਵੀ ਬਿਜ਼ੀ ਹੋ ਗਿਆ, ਤੁਹਾਨੂੰ ਹੁਣ ਮੈਂ ਇੱਕ ਗੱਲ ਸੁਣਾਵਾਂ। ਤੁਸੀਂ ਗੱਲ ਵੀ ਸੁਣਾਓ ਤੇ ਛੋਟਾ ਜਿਹਾ ਜਵਾਬ ਦੇ ਦਿਓ ਕਿ ਜਿਹੜੀ ਗੱਲ ਤੁਰੀ ਏ ਕਿਧਰੇ ਸੁਣਿਆ ਸੀ, ਹੁਣ ਯਾਦ ਨਹੀਂ ਆ ਰਿਹਾ ਕਿ ਮਿਰਜ਼ਾ ਜਿਹੜਾ ਇਹ ਕਿਤੇ ਜਿਹੜੀ ਵੀ ਆਪਣੀ ਕੋਈ ਇਬਾਦਤ ਬੁਦਤ ਕਰਦਾ ਸੀ ਇਹ ਉਹਦੇ ਵਿੱਚ ਕੋਈ ਫਾਰਸੀ ਦੀਆਂ ਰੁਬਾਈਆਂ ਵੀ ਪੜ੍ਹਦਾ ਹੁੰਦਾ ਸੀ, ਸੁਣਿਆ। ਆਹੋ, ਨਮਾਜ਼ ਜਿਹੜੀ ਪੂਜਾ ਪਾਠ ਕਰਦਾ ਸੀ ਉਹ ਫਾਰਸੀ ਦੀ ਨਜ਼ਮ ਪੜ੍ਹਦਾ ਹੁੰਦਾ ਸੀ ਵਿੱਚ। ਇਹ ਮੇਰੇ ਖਿਆਲ ਸੀਰਤ ਅਲ ਮਹਦੀ ਦੀ ਇਹ ਰਵਾਇਤ ਹੈਗੀ, ਉਹਦੇ ਵਿੱਚ ਲਿਖੀ ਹੋਇਆ। ਅੱਛਾ ਜੀ, ਮਿਰਜ਼ਾ ਗੁਲਾਮ ਕਾਦੀਆਨੀ ਨੂੰ ਨਾ ਇੱਕ ਵਾਰੀ ਇਲਹਾਮ ਹੋਇਆ, ਯਾਨੀ ਇਲਹਾਮ ਕਰਵਾਇਆ ਇਹਨੇ बाद 11 जिस वक्त हुआ ना ये इल्हाम, तो मिर्जा कहता मुझे कुछ समझ नहीं आई कि ये बाद 11 क्या बला है, ये केड़ी शय उतरे आई है मेरे ते कोई समझ ना आई ਉਹਨੂੰ। ਤੇ ਫਿਰ ਨਾ ਇਹਨੇ ਟੇਵਾ ਲਾਇਆ, ਕਹਿੰਦਾ ਇਲਹਾਮ ਮੈਨੂੰ ਹੋਇਆ ਬਾਅਦ 11 ਤੇ ਮੈਨੂੰ ਇਹਦਾ ਕੋਈ ਦੱਸਿਆ ਨਹੀਂ ਗਿਆ ਵੀ ਤੋਂ ਕੀ ਮਤਲਬ ਆ, ਕੀ ਬਲਾਵ ਆਏ। ਲੇਕਿਨ ਬਹਰਹਾਲ ਇਹ ਤੋਂ ਸਾਬਤ ਹੁੰਦਾ ਵਾ ਕਿ 11 ਦਿਨਾਂ ਦੇ ਵਿੱਚ ਜਾਂ 11 ਹਫ਼ਤਿਆਂ ਦੇ ਵਿੱਚ ਜਾਂ 11 ਮਹੀਨਿਆਂ ਦੇ ਵਿੱਚ ਜਾਂ 11 ਸਾਲਾਂ ਦੇ ਵਿੱਚ ਮੇਰੇ ਵਾਸਤੇ ਕੋਈ ਨਾ ਕੋਈ ਨਿਸ਼ਾਨ ਜ਼ਾਹਰ ਹੋਏਗਾ। 11 ਦਿਨਾਂ ਤੋਂ ਬਾਅਦ ਜਾਂ 11 ਹਫ਼ਤਿਆਂ ਤੋਂ ਬਾਅਦ ਜਾਂ 11 ਮਹੀਨਿਆਂ ਤੋਂ ਬਾਅਦ ਜਾਂ 11 ਸਾਲਾਂ ਤੋਂ ਬਾਅਦ ਮੇਰੇ ਸੱਚਾਈ ਵਾਸਤੇ ਕੋਈ ਨਾ ਕੋਈ ਨਿਸ਼ਾਨ ਜ਼ਾਹਰ ਹੋਏਗਾ। ਅੱਛਾ ਫਿਰ ਕਹਿ ਦਿੰਦਾ ਤੇ ਕਿਹੜੀ ਗੱਲ ਸੀ। ਅੱਛਾ ਫਿਰ ਇਹ ਲੱਭਦਾ ਰਿਹਾ ਵੀ ਹੁਣ ਕਿਹੜਾ ਕੋਈ ਵਾਕਿਆ ਕੋਈ ਹੋਵੇ ਤੇ ਮੈਂ ਇਹਨੂੰ ਇਹਦੇ ਤੇ ਫਿੱਟ ਕਰਾਂ। ਨਾ ਜੀ ਇਹਨੂੰ ਕੋਈ ਕਾਬਿਲ ਕਦਰ ਵਾਕਿਆ ਲੱਭਿਆ। ਤੇ ਉਹ ਜਿਹੜਾ ਬਾਬੂ ਇਲਾਹੀ ਬਖਸ਼ ਸੀ ਨਾ, ਜਿਹਦੇ ਬਾਰੇ ਮਿਰਜ਼ੇ ਨੇ ਲਿਖਿਆ ਸੀ ਵੀ ਬਾਬੂ ਇਲਾਹੀ ਬਖਸ਼ ਚਾਹਤਾ ਹੈ ਕਿ ਤੇਰਾ हैज देखे, वो हैज नहीं अब बच्चा हो गया है। वो बाबू इलाही बख्श मर गया। बाबू इलाही बख्श मरिया ना तो मिर्जे ने तो लाया जनाब पुठियां छाला मारियां
ਇਹਨੇ ਆਖਿਆ ਉਹ ਜਿਹੜਾ ਮੈਨੂੰ ਇਲਹਾਮ ਨਹੀਂ ਸੀ ਹੋਇਆ ਬਾਅਦ 11 ਉਹਦਾ ਮਤਲਬ ਇਹ ਬਾਬੂ ਇਲਾਹੀ ਬਖਸ਼ ਦੀ ਮੌਤ ਸੀ। ਲੋਕਾਂ ਨੇ ਪੁੱਛਿਆ ਵੀ ਉਹ ਕਿੱਦਾਂ? 11 ਵਜੇ ਮਰਿਆ ਸੀ ਉਹ। ਨਹੀਂ ਮੈਨੂੰ ਦੱਸਦਾ ਨਾ ਸੁਣ ਵੀ ਉਹ ਕਿੱਦਾਂ, ਇਹਦੇ ਵਿੱਚ ਬਾਅਦ 11 ਦਾ ਕੀ ਲੈਣਾ ਦੇਣਾ। ਕਹਿੰਦਾ ਇਹ ਤੋਂ ਪਹਿਲੇ ਜਿਹੜੇ ਨੇ 11 ਚੁਪਾਏ ਮਰੇ ਨੇ, ਯਾਨੀ ਕੋਈ ਕੁੱਤਾ ਬਿੱਲਾ ਮੱਝ ਕੱਟਾ। ਹੱਦ ਹੋ ਗਈ ਹੈ ਯਾਰ ਦਿਆ ਭਾਈ, ਭੈਣ ਦੀ ਸਿਰੀ ਕੀ ਯਾਰ ਬਕਵਾਸ ਆਦਮੀ ਸੀ ਯਾਰ। ਇਹ ਤੋਂ ਪਹਿਲੇ ਆਂਦਾ 11 ਚੁਪਾਏ ਮਰੇ ਨੇ ਤੇ ਉਸ ਤੋਂ ਬਾਅਦ ਇਹ ਬਾਬੂ ਇਲਾਹੀ ਬਖਸ਼ ਮਰਿਆ ਤੇ ਉਹ ਇਲਹਾਮ ਦਾ ਜਿਹੜਾ ਇਹ ਮਤਲਬ ਸੀ। ਲਓ ਜੀ, ਮਿਰਜ਼ਾ ਗੁਲਾਮ ਕਾਦਰ ਨੇ ਜਿਹੜਾ ਇਹ ਆਪਣਾ ਪੈਂਚਰ ਲਾ ਕੇ ਤੇ ਉਹ ਰੁੜ ਗਿਆ 26 ਮਈ 1908 ਦੇ ਵਿੱਚ, ਟੱਟੀਆਂ ਮੂਤਰ ਕਰਦਾ ਮਰ ਗਿਆ। ਉਹਦੇ ਮਰਨ ਤੋਂ ਬਾਅਦ ਇਹ ਇਲਹਾਮ ਹੱਥ ਚੜ ਗਿਆ ਉਹਦੇ ਪੁੱਤਰ ਦੇ ਬਸ਼ੀਰੁੱਦੀਨ ਮਹਿਮੂਦ ਦੇ ਖਲੀਫਾ ਜ਼ਾਨੀ ਦੇ। ਕਹਿੰਦਾ ਮੈਂ ਇੱਕ ਦਿਨ ਨਾ ਹਜ਼ਰਤ ਸਾਹਿਬ ਦੀ ਇਲਹਾਮਾਂ ਦੀ ਡਾਇਰੀ ਵੇਖ ਰਿਹਾ ਸੀ ਤੇ ਮੈਨੂੰ ਨਾ ਉੱਥੋਂ ਇੱਕ ਇਲਹਾਮ ਨਜ਼ਰ ਆਇਆ ਬਾਅਦ 11। ਮੈਂ ਤਾਂ ਸੋਚੀ ਪੈ ਗਿਆ ਵੀ ਇਹ ਕਿਹਦੇ ਮੁਤਲਕ ਹੋਏ, ਕਿਹੜੀ ਸ਼ੈ ਦੇ ਮੁਤਲਕ ਹੋਏ ਇਹ ਇਲਹਾਮ। ਬੜਾ ਆਂਦਾ ਮੈਂ ਸਿਰ ਸੁਰ ਖਪਾਇਆ, ਟੇਵੇ ਸ਼ੇਵੇ ਲਾਏ, ਮੈਨੂੰ ਕੋਈ ਸਮਝ ਨਾ ਆਈ। ਅੱਛਾ, ਉਨੀ ਦੇਰ ਨੂੰ ਜਨਾਬ ਪਾਕਿਸਤਾਨ ਬਣ ਗਿਆ। ਹੁਣ ਪਾਕਿਸਤਾਨ ਬਣਨ ਤੋਂ ਬਾਅਦ ਉਹਨਾਂ ਨੇ ਆਣਾ ਸੀ ਇੱਧਰ ਕਾਦੀਆਨ, ਪਹਿਲੇ ਲਾਹੌਰ ਪਹੁੰਚਣਾ, ਇੱਥੇ ਆਣਾ ਸੀ ਪਾਕਿਸਤਾਨ, ਪਹਿਲੇ ਲਾਹੌਰ ਆਣਾ ਸੀ, ਫਿਰ ਅੱਗੇ ਆਏ ਨੇ ਉਸ ਤੋਂ ਬਾਅਦ ਰਬਵੇਲ। ਲਾਹੌਰ ਇਹਨੇ ਆਣਾ ਹੋਵੇ ਤੇ ਗੱਡੀ ਛੱਡੀ ਕੋਈ ਨਾ ਲੱਭੇ। ਮੁਰੀਦਾਂ ਸ਼ਰੀਦਾਂ ਨੂੰ ਫੋਨ ਸ਼ੋਨ ਨੇ ਕੀਤੇ ਬੜੇ, ਤੇ ਉਹ ਇੱਕ ਮਰੀਜ਼ ਸੀ ਇਹਦਾ, ਉਹਨੇ ਆਖਿਆ ਵੀ ਜਿਹੜਾ ਨਾ ਚੰਦ ਇੱਕ ਦਿਨਾਂ ਤੱਕ ਨਾ ਗੱਡੀ ਜਿਹੜੀ ਆ ਉਹ ਮੈਂ ਭਿਜਵਾਵਾਂਗਾ ਤੇ ਤੁਸੀਂ ਆ ਜਾਣਾ ਗੱਡੀ ਤੇ ਫਿਰ ਇੱਧਰ ਲਾਹੌਰ ਨੂੰ। 5 ਤਰੀਕ ਦੀ ਗੱਲ ਸੀ, ਕਿਸੇ ਮਹੀਨੇ ਦੀ। ਅੱਛਾ, ਜਦੋਂ 2-4 ਦਿਨ ਉਡੀਕੇ ਨਾ ਜੀ ਗੱਡੀ ਆਈ, ਇਹਨੇ 10 ਤਰੀਕ ਨੂੰ ਇਹਨੇ ਫਿਰ ਨਾ ਫੋਨ ਖੜਕਾਇਆ ਵੀ ਗੱਡੀ ਦਾ ਯਾਰ ਕਿਹਾ ਸੀ ਤੁਹਾਨੂੰ। ਉਹਨੇ ਆਖਿਆ ਬਸ 2-4 ਦਿਨਾਂ ਚ ਆ ਜਾਏਗੀ ਗੱਡੀ, ਕਿਉਂਕਿ ਲੋਕ ਬਹੁਤ ਆ ਜਾ ਰਹੇ ਨੇ ਤੇ ਹਾਲਾਤ ਕੋਈ ਠੀਕ ਨਹੀਂ ਹੈ, ਤੇ ਬਾਅਦ ਮੈਂ ਕੋਸ਼ਿਸ਼ ਕਰ ਰਿਹਾ ਗੱਡੀ ਭਿਜਵਾਉਣ ਦੀ, ਆ ਜਾਏਗੀ ਤੁਸੀਂ ਆ ਜਾਣਾ। ਤੇ ਜ਼ਾਨੀ ਬਸ਼ੀਰਾਨ ਦਾ ਮੈਨੂੰ ਉਦੋਂ ਸਮਝ ਆਈ ਵੀ ਇਹ ਬਾਅਦ 11 ਦਾ ਮਤਲਬ ਇਹ ਸੀ ਵੀ 11 ਤਰੀਕ ਤੋਂ ਬਾਅਦ ਇਹ 11 ਤਰੀਕ ਤੋਂ ਬਾਅਦ ਗੱਡੀ ਜਿਹੜੀ ਹੈ ਨਾ ਮੈਨੂੰ ਲੈਣ ਵਾਸਤੇ ਕਾਦੀਆਨ ਆਏਗੀ, ਲਾਹੌਰ ਲਿਜਾਣ ਵਾਸਤੇ। ਲਓ ਜੀ, ਉਹ 11 ਤਰੀਕ ਲੰਘ ਗਈ ਉਹ ਗੱਡੀ ਨਾ ਆਈ। ਜਿਸਲੇ ਗੱਡੀ ਨਾ ਆਈ ਇਹਨੂੰ ਫਿਰ ਭਸੂੜੀ ਪੈ ਗਈ ਵੀ ਇਹ ਕੀ ਬਣਿਆ, ਇਲਹਾਮ ਦਾ ਕੀ ਮਤਲਬ ਹੋਵੇ, ਸਮਝ ਨਹੀਂ ਆ ਰਹੀ। 11 12 13 14 20 25 ਤਰੀਕ ਗੁਜ਼ਰ ਗਈ ਜਨਾਬ। ਉਹਨੇ ਆਖਿਆ ਵੀ ਇਹ ਤਾਂ ਬਾਅਦ 11ਵੀਂ ਗੱਡੀ ਨਾ ਆਈ। ਉਹ ਜਿਸਲੇ 25 26 ਤਰੀਕ ਹੋਈ ਨਾ ਤੇ ਉਹਨੇ ਫਿਰ ਕੀਤੀ ਕਾਲ, ਨਹੀਂ 25 26 ਤਰੀਕ ਨੂੰ ਕਾਲ ਉਹਨੂੰ ਲਾਹੌਰੋਂ ਆਪ ਆ ਗਈ ਤੇ ਉਹਨਾਂ ਨੇ ਆਖਿਆ ਜੀ ਅੱਜ ਗੱਡੀ ਮੈਂ ਭਿਜਵਾ ਦਿੱਤੀ, ਬਲਕਿ 2 ਗੱਡੀਆਂ ਭਿਜਵਾਈਆਂ ਨੇ, ਤੁਸੀਂ ਵੀ ਤੇ ਕੋਈ ਹੋਰ ਅਹਿਲੇ ਖਾਨਾ ਕਿਸੇ ਨੇ ਆਣਾ ਹੋਵੇ ਤੇ ਤੁਸੀਂ ਨਾ ਆ ਜਾਈਓ, ਤੇ ਬਸ ਤਿਆਰੀ ਫੜੋ, ਗੱਡੀਆਂ ਤੋਂ ਨਿਕਲ ਗਈਆਂ। ਇਹਨੇ ਕਿਤੇ 7-8 ਵਜੇ 9 ਵਜੇ ਦੁਬਾਰਾ ਫਿਰ ਵਾਪਸ ਕਾਲ ਕੀਤੀ ਵੀ ਅਸੀਂ ਤਿਆਰ ਹਾਂ, ਕਿੱਥੇ ਪਹੁੰਚੀ ਨੇ ਗੱਡੀਆਂ, ਆਂਦਾ ਬਸ ਪਹੁੰਚਣ ਵਾਲੀਆਂ ਹੋਣੀਆਂ ਨੇ। ਖੈਰ ਉਹ ਗੱਡੀਆਂ 3-4 ਵਜੇ ਇਹਦੇ ਕੋਲ ਪਹੁੰਚੀਆਂ ਕਾਦੀਆਨ, ਉੱਥੋਂ ਗੱਡੀਆਂ ਤੇ ਬੈਠਾ ਤੇ ਇਹ ਲਾਹੌਰ ਆ ਗਿਆ ਤੇ पिया आखे तब मुझे समझ आई कि बाद 11 का मतलब क्या था, कि बाद 11 वाले इलाम का असल में मतलब ये था कि 11 बजे के बाद गाड़ियां 11 बजे के बाद गाड़ियां मुझे लेने के लिए आएगी। ਵੱਡੇ ਮੀਆਂ ਛੋਟੇ ਮੀਆਂ ਸੁਭਾਨ ਅੱਲਾ। ਉਹ फिर इन्हू जनाब बशीरे जानी ਨੂੰ पता लग गया भी बाद 11 वाले इलाम का मतलब था 11 बजे के बाद लाहौर से गाड़ियां आएंगी मुझे लेने के लिए। ऐसी मिर्जे गुलाम कादियानी दे इलाम ऐ ਉਹਨਾਂ ਨਾਲ ਹਸ਼ਰ ਕਰਦੇ ਸੀ। ਵਾਹ ਸਾਕੀ ਭਾਈ ਜੇ ਗੱਡੀ ਚਲਾ ਬੈਠੇ ਹੋ ਤੇ ਕਰ ਲੋ ਜਿਹੜਾ ਕੰਮ ਤੁਸੀਂ ਕਰਨਾ ਸੀ। ਸਿਕੰਦਰ ਭਾਈ ਮੈਂ ਵਨ ਵੀਲਿੰਗ ਵਾਲਾ ਸੁਣਾ ਦਿੱਤਾ ਅੱਗੇ। ਯਾਰ ਮੈਂ ਤਾਂ ਇਹ ਵੀ ਉੱਥੇ ਹੀ ਫਸਿਆ। ਜ਼ਿਆ ਭਾਈ ਇਹ ਜਿਹੜਾ ਹਕੀਮ ਨੂਰਾ ਸੀ, ਹਾਂਜੀ, ਇਹਦੀ ਜ਼ਾਤੀ ਆਪਣੀ ਔਲਾਦ ਕਿੰਨੀ ਸੀ? ਇਹਦੇ ਹੈ ਸੀ ਨਿਆਣੇ ਵਾਵਾ ਸਾਰੇ।
ਉਹ ਕਿੱਧਰ ਗਏ ਫਿਰ ਬਾਅਦ ਚ? ਉਹ ਹੈ ਸੀ ਨਾ ਜਿਹੜੇ ਉਹਨਾਂ ਦੀ ਇੱਕ ਤਾਂ ਕੁੜੀ ਸੀਗੀ, ਉਹ ਦਿੱਤੀ ਹੋਈ ਸੀ ਇਹਨੂੰ, ਵਿਆਹੀ ਇਹਦੇ ਨਾਲ, ਬਸ਼ੀਰ ਜ਼ਾਨੀ ਨਾਲ। ਅਮਤਲ ਹੈ ਹਾਂ, ਤੇ ਉਹਨਾਂ ਦੇ ਵਿੱਚੋਂ ਜਿਹੜੀ ਸੀਗੀ ਇੱਕ ਕੁੜੀ, ਉਹ ਹਕੀਮ ਨੂਰਦੀਨ ਦੀ ਦੋਤਰੀ ਸੀ, ਯਾਨੀ ਇਹਦੀ ਜਿਹੜੀ ਮਿਰਜ਼ੇ ਬਸ਼ੀਰ ਦੀ ਬੇਟੀ ਲੱਗਦੀ ਸੀ ਤੇ ਹਕੀਮ ਨੂਰਦੀਨ ਦੀ ਦੋਤਰੀ ਲੱਗੀ, ਕਿਉਂਕਿ ਨੂਰਦੀਨ ਦੀ ਧੀ ਇਹਦੇ ਘਰ ਸੀ ਨਾ। ਹਾਂਜੀ। ਉਹਦੇ ਚੋਂ ਜਿਹੜੀ ਕੁੜੀ ਸੀ ਨਾ, ਉਹ ਕੁੜੀ ਸੀ ਜਿਹਦੇ ਨਾਲ ਬਸ਼ੀਰਾ ਜ਼ਨਾ ਕਰਦਾ ਰਿਹਾ ਸੀ। ਨੂਰੇ ਦੀ ਦੋਤਰੀ। ਆਪਣੀ ਇਹਦੀ ਧੀ ਲੱਗੀ ਸਕੀ। ਹਾਂਜੀ। ਅਸਤਗਫਿਰੁੱਲਾਹ ਤੌਬਾ। ਤੇ ਮੁੰਡੇ ਉਹਦੇ ਹੈ ਸਨ ਕੋਈ? ਹਾਂ, ਉਹ ਹੈ ਸੀ, ਦੋ ਤਾਂ ਹੈ ਸੀ, ਹਕੀਮ ਸੀ ਦੋਵੇਂ। ਇੱਕ ਦਾ ਨਾਮ ਅਬਦੁਲ ਵਹਾਬ ਸੀ ਤੇ ਇੱਕ ਦਾ ਨਾਮ ਪਤਾ ਨਹੀਂ ਕੀ ਸੀ। ਮਤਲਬ ਉਹ ਇਧਰ ਖਿਲਾਫਤੀ ਚੱਕਰ ਵਿੱਚ ਉਹਨਾਂ ਨੂੰ ਨਹੀਂ ਨਾ ਪਾਇਆ? ਨਹੀਂ, ਖਿਲਾਫਤੀ ਚੱਕਰ ਚ ਨਹੀਂ, ਉਹ ਮਿਰਜ਼ੇ ਦੇ ਇਹਦੇ ਫਿਰ ਬਸ਼ੀਰੇ ਦੇ ਹੱਥ ਬੈਤ ਉਹਨਾਂ ਨੇ ਕਰ ਲਈ ਸੀ, ਲੇਕਿਨ ਉਹ ਜਦੋਂ ਇਹਦੇ ਕਰਤੂਤ ਵੇਖੇ ਸੀ, ਉਹ ਬਸ਼ੀਰੇ ਦੇ ਖਿਲਾਫ ਹੋ ਗਏ ਸੀ। ਅੱਛਾ, ਉਹ ਖਿਲਾਫ ਹੋ ਗਏ ਸੀ। ਮਰਜ਼ਈਅਤ ਉਹਨਾਂ ਨੂੰ ਕੋਈ ਨਹੀਂ ਛੱਡੀ, ਵਹਾਬ ਤੇ ਮਨਾਨ। ਅਬਦੁਲ ਵਹਾਬ ਗਰੁੱਪ ਨਹੀਂ ਸੀ ਸ਼ਾਮਲ ਹੋ ਗਏ ਹੈ, ਲੋਰੀ ਗਰੁੱਪ ਵਿੱਚ ਨਹੀਂ ਸੀ ਸ਼ਾਮਲ ਹੋ ਗਏ। ਹਾਂ, ਮਤਲਬ ਮਿਰਜ਼ੇ ਨੂੰ ਉਹਨਾਂ ਨੇ ਨਹੀਂ ਸੀ ਛੱਡਿਆ, ਇਹਨੂੰ ਛੱਡ ਦਿੱਤਾ ਸੀ ਬਸ਼ੀਰ ਇਹਨੂੰ ਛੱਡ ਦਿੱਤਾ ਸੀ, ਉਹ ਲੋਰੀ ਗਰੁੱਪ ਚਲੇ ਗਏ ਸੀ। ਜਦੋਂ ਅਸੈਂਬਲੀ ਦੀ ਕਾਰਵਾਈ ਵੀ ਹੋਈ ਸੀ, ਉਦੋਂ ਐਜ਼ ਏ ਲੋਰੀ ਪੇਸ਼ ਹੋਏ ਸਨ ਉੱਥੇ। ਮਿਰਜ਼ੇ ਨੂੰ ਤਾਂ ਛੱਡ ਹੀ ਨਹੀਂ ਛੱਡਣਾ ਸਕਦੇ, ਰਜ਼ਾਈ ਭਰਾ ਸਨ ਇਹਨਾਂ ਦੇ ਫੇਰ ਵੀ। ਉਹ ਹਾਂ, ਉਹ ਤਿੰਨਾਂ ਸੇ ਪੇਸ਼ ਹੋ ਹਕੀਮ ਨੂਰੇ ਦਾ ਤੇ ਈਸਾ ਸੀ ਨਾ ਇਸ ਔਲਾਦ ਦੇ ਵਿੱਚ ਵੀ। ਸਰਕਾਰੀ ਭਰਾ ਸਨ, ਸਰਕਾਰੀ। ਅੰਸਰ ਰਸ਼ੀਦ ਸੀ ਮੇਰੇ ਖਿਆਲ, ਉਸ ਬੇਟੀ ਦਾ ਨਾਂ ਜਿਹਦੇ ਨਾਲ ਜ਼ਨਾ ਕਰਦਾ ਰਿਹਾ। ਨਹੀਂ, ਰਜ਼ਾਈ ਵਾਲੀ ਗੱਲ ਕਦਰੇ ਬਿਹਤਰ ਹੈ, ਮੌਸਮ ਵੀ ਸਰਦੀਆਂ ਦਾ ਹੈ, ਬਿਹਤਰ ਗੱਲ। ਅੱਛਾ, ਇਹ ਵੱਡਾ ਹਕੀਮ ਤੇ ਜਿਹੜਾ ਇੱਧਰ ਮਿਰਜ਼ੇ ਹੋਣਾ ਘਰ ਹੀ ਪ੍ਰੈਕਟੀਕਲ ਕਰਦਾ ਰਿਹਾ ਜਿਹੜੀ ਹਕਮਤ ਦੇ, ਤੇ ਛੋਟੇ ਮੁੰਡਿਆਂ ਨੇ ਕਿੱਥੇ ਜਾਚ ਸਿੱਖੀ ਸੀ ਜੀ? ਇਹਨਾਂ ਆਪਣੇ ਘਰ ਹੀ। ਸਾਕੇ ਭਾਈ ਆ ਜਿਹੜੀ 75 ਦੀ ਕਾਰਵਾਈ ਦੇ ਵਿੱਚ ਨਹੀਂ ਜਿਹੜਾ ਬੰਦਾ ਰਿਪਰੈਜ਼ੈਂਟੇਟਿਵ ਇਹਨਾਂ ਦਾ ਹਲੋਰੀਆਂ ਦਾ? ਹਾਂਜੀ, ਇਹ ਨੂਰੇ ਦਾ ਮੁੰਡਾ ਹੀ ਸੀਗਾ, ਅਬਦੁਲ। ਮਤਲਬ ਇਹ ਆ ਗੱਲ ਕਰਨ ਦਾ ਕਿ ਇੱਕ ਪਾਰਟੀ ਤੋਂ ਦੋ ਹੀ ਆ ਨਾ, ਓਏ ਭਰਾਵਾਂ ਨਾਲ ਪਾਟ ਗਏ। ਦੋਵੇਂ ਭਰਾ। ਇਹਨਾਂ ਨੇ ਬੜਾ ਜ਼ੁਲਮ ਕੀਤਾ ਨੂਰੇ ਦੀ ਫੈਮਿਲੀ ਦੇ ਨਾਲ, ਤੇ ਬਾਅਦ ਇਹਨਾਂ ਨੇ ਮੁਰਤਦ ਤੇ ਹਲੇ ਕੀ ਕੁਛ ਲਿਖਿਆ ਹੈ ਨੂਰੇ ਨੂੰ। ਸਭ ਤੇ ਠੀਕ ਹੈ, ਪਾਠ ਵਾਲੀ ਗੱਲ ਦਾ ਕੀ ਮਕਸਦ ਹੈ ਜੀ? ਇਹ ਪਾਠ ਵਾਲਾ ਕੰਮ ਸਹੀ ਬਸ਼ੀਰੇ ਨੇ ਕੀਤਾ, ਉਹਨੇ ਕੋਈ ਨਹੀਂ ਛੱਡੀ, ਨਾ ਉਹਨੇ ਧੀ ਛੱਡੀ, ਨਾ ਉਹਨੇ ਭੈਣ ਛੱਡੀ, ਉਹ ਸਾਰਿਆਂ ਨੂੰ ਕੰਮ ਪਾਉਂਦਾ ਰਿਹਾ। ਅੱਛਾ, ਨਹੀਂ ਮੈਂ ਤੇ ਉਹ ਸਮਝਿਆ ਵੀ ਜਿਵੇਂ ਉਹ ਨੈਟਫਲਿਕਸ ਤੇ ਸੀਰੀਜ਼ ਆਂਦੀ, ਪਾਰਟ 1 ਪਾਰਟ 2 ਪਾਰਟ 3 ਕੋਲ ਦਾ ਸੀਰੀਜ਼ ਹੀ ਸੀ, ਤੇ ਸੀਰੀਜ਼ ਚੱਲ ਤਾਂ ਰਹੀਆਂ ਨੇ ਹੁਣ ਤੱਕ। ਉਹਦੀ ਸੀਰੀਜ਼ ਸੀ, ਪਾਰਟ 1 ਪਾਰਟ 2 ਪਾਰਟ 3, ਪਾਰਟ ਦਾ ਹੀ ਰਿਹਾ ਸਾਰੀ ਜ਼ਿੰਦਗੀ। ਤੇ ਉਹ ਹੁਣ ਤੱਕ ਸੀਰੀਜ਼ ਚੱਲ ਰਹੀ ਹੈ ਨਾ। ਆਖਰੀ ਐਪੀਸੋਡ ਤੁਸੀਂ ਵੇਖੀ ਨਹੀਂ ਹਲਾ ਕੋਈ ਸਾਲ ਪਹਿਲੇ ਨਿਦਾ ਨਸਰ ਦੀ? ਸੁਣੀ ਹੈ ਕਿ ਪਹਿਲਾਂ ਵੇਖੀ ਵਾਲਾ ਤੇ ਕਿਤੇ ਤੁਹਾਡੇ ਤੱਕ ਹੀ ਕੋ ਪਹੁੰਚਿਆ ਲੱਗਦਾ ਕੋਈ ਕਲਿੱਪ। ਜਿਹੜੀ ਹੱਕੀ ਗੱਲ ਹੈ ਅਸਾਂ ਤੇ ਸਿਰਫ ਸੁਣੀ ਹੈ। ਯੂਸਫੀ ਬੜੀ ਧਿਆਨ ਨਾਲ ਵੇਖੀ ਆ, ਨੇੜੀਓ ਹੋ ਕੇ ਨਾ। ਇਹਦੇ ਤੇ ਮੈਨੂੰ ਗੁੱਸਾ ਚੜਿਆ, ਮੈਂ ਕਰਨਾ ਠੰਡਾ ਬਾਅਦ ਚ ਇਹਦੇ ਤੇ। ਮਿਰਜ਼ਾ ਸਾਹਿਬ ਨਾਲ ਜਿਹਨੇ ਬੇਗਮ ਸੀ ਨਾ, ਮਿਰਜ਼ੇ ਤਾਹਾ ਦੀ ਮਾਂ ਸੀ ਜਿਹੜੀ, ਉਹਦੇ ਨਾਲ ਤਾਂ ਉਹ ਆਪ ਵੀ ਬੜੀ ਕੋਈ ਔਂਤਰੀ ਗਸ਼ਤੀ ਸੀ। ਉਹ ਇਹ ਲਫ਼ਜ਼ ਕਹਿ ਸਕਦਾ, ਉਹ ਆਪ ਬਹੁਤ ਔਂਤਰੀ ਸੀ ਇਸ ਮਾਮਲੇ ਦੇ ਵਿੱਚ। ਉਹ ਬਹੁਤ ਉਹਨੇ ਕੰਮ ਪਵਾਏ ਨੇ, ਤੇ ਉਹਦੇ ਨਾ ਮਤਲਬ ਕਿ ਉਹਦੇ ਰਹਿਮ ਦੇ ਵਿੱਚ ਕੀੜੇ ਪੈ ਗਏ ਸੀ ਇਸ ਤਰੀਕੇ, ਮਤਲਬ ਅਨਯੂਜੂਅਲ ਤਰੀਕੇ ਦੇ ਨਾਲ ਉਹ ਸੈਕਸ਼ੂਅਲ ਕੰਮ ਪਵਾਉਂਦੀ ਸੀ ਕਿ ਉਹਦੇ ਰਹਿਮ ਦੇ ਵਿੱਚ ਕੀੜੇ ਪੈ ਗਏ ਸੀ। अपने लापरवाही का नतीजा। अच्छा कि गल हो रही थी ना मिर्जा साहब दे कारनामिਆਂ ਦੀ, ਤੇ ਉਹ ਆਪਣਾ ਰਿਆ ਭਾਈ, ਉਹ ਮੈਂ ਵੀ ਪੜਿਆ ਇੱਕ ਜਗ੍ਹਾ ਕਿ ਮਲੇਕ ਰਾਮ ਦੇ ਕਤਲ ਜਦੋਂ ਹੋਇਆ ਉਹਨਾਂ ਦੇ ਨਾਲ ਜਿਹਨਾਂ ਕਿਧਰੇ ਨੂੰ ਧਮਕੀਆਂ ਮਿਲਦੀਆਂ ਸਨ,
ਇਹਨੂੰ ਡਰ ਸੀਗਾ ਸਾਕੀ ਭਾਈ ਕਿ ਕਿਤੇ ਮੈਨੂੰ ਮਾਰ ਨਾ ਦੇਣ ਨਾ ਜ਼ਹਿਰ ਦੇ ਕੇ। ਇਹ ਭਾਈ ਸੈਂਕੀ ਇਹਨੇ ਮਰਕਬਾ ਤਿਆਰ ਕਰ ਕਰਕੇ ਖਾਂਦਾ ਰਿਹਾ ਵਾ ਵੀ ਜੇ ਮੈਨੂੰ ਕੋਈ ਜ਼ਹਿਰ ਦੇ ਦੇ ਤੇ ਮੇਰੇ ਤੇ ਅਸਰ ਨਾ ਹੋਵੇ। ਇਹਦੇ ਕੰਮ ਚੈੱਕ ਕਰੋ। ਡਾ ਕਿਤੇ ਹਕੀਮ ਦਾ ਪੁੱਤਰ, ਇਹਨੇ ਅਸੀਂ ਅਗਲੇ ਦਿਨ ਪੜ੍ਹਦੇ ਪਏ ਸਾਂ ਸੀਰਤ ਮਹਿਦੀ 'ਚ, ਇਹਨੇ ਇੱਕ ਵਾਰੀ ਇੱਕ ਦਵਾਈ ਬਣਾਈ। ਉਹ ਕਹਿੰਦਾ ਮੁੰਡਾ ਇਹਦਾ ਕਿ ਕਨਸਤਰ ਇੱਕ ਜਿਹੜਾ ਨਾ ਉਹ ਲੈ ਲਿਆ ਘਰੋਂ ਇਹਨੇ, ਕੋਈ ਪੀਪਾ ਘਿਓ ਵਾਲਾ ਜਾਂ ਪਤਾ ਨਹੀਂ ਆਟੇ ਵਾਲਾ, ਕੋਈ ਕੁਨੀਨ ਦੀਆਂ ਗੋਲੀਆਂ, ਕੋਈ ਵਿੱਚ ਪਤਾ ਨਹੀਂ ਇੱਕ ਕੁਚਲਾ ਫਲਾਦ ਤੇ ਪਤਾ ਨਹੀਂ ਇੰਜ ਦੀਆਂ ਕਈ ਸ਼ੈਵਾਂ ਇਹਨੇ ਨਾ ਰਲਾ ਮਿਲਾ ਕੇ ਕੁੱਟ ਫਾਂਟ ਕੇ ਉਹਨਾਂ ਦਾ ਇੱਕ ਜਿਹੜਾ ਨਾ ਇਹਨੇ ਸਫੂਫ ਜਿਹਾ ਬਣਾ ਕੇ ਤੇ ਉਹ ਕੰਨਾਂ ਥੋੜੇ ਨਾ ਭਰ ਛੜਿਆ ਉੱਤੋਂ ਤੱਕ। ਤੇ हकीम नूरा ਉਹਦੇ ਬਾਰੇ ਕਹਿੰਦਾ ਹੁੰਦਾ ਸੀ कि हजरत साहब जितनी चीजें आपने मिक्स कर दी है ना, ये तिब्बी फवायद तो इसमें बज़ाहिर कुछ नहीं नजर आते, बाकी अल्लाह ही खैर करे। भी जो गंद तू घोल दिता है मरीज का अल्लाह ही हाफज है। ते अगू एडे प्यो पुत्र फराडी ने एक दूजे की लेपा पोती करते, कहते एक बंदा था उसको ना जी औलाद नहीं होती थी, हजरत साहब ने उसको एक चूंडी दी उस दवाई में से, ओदा मुंडा हो गया है। वाह सुभान अल्लाह। ते हजरत साहब आप खुसरे फिरते रहे इन्ने साल। हजरत साहब दा प्रेशर नहीं वेख्या तुसीं, अगले ने 3 महीने बाद कुड़ी कट मारी सी। यार ये ते हुण ਉਹ ਗੱਲਾਂ ਨੇ ਜਿਹੜੀਆਂ ਮਾਰਕੀਟ 'ਚ ਮਸ਼ਹੂਰ ਨੇ, ਬਾਕੀ ਸਹੀ ਕਾਰੀਗਰ ਸਾਰਿਆਂ ਨੂੰ ਪਤਾ ਵੇ। ਹਜ਼ਰਤ ਸਾਹਿਬ ਦਾ ਤੇ ਐਵੇਂ ਨਾਂ ਹੀ ਲਿਖਾਇਆ ਨਾ ਕਾਗਜ਼ਾਂ 'ਚ ਉਹਨਾਂ ਨੇ। यानी ਉਹ ਛਤਰੀ ਤੇ ਸ਼ੇਰ ਵਾਲਾ ਹੀ ਮਾਮਲਾ ਹੋ ਗਿਆ ਫਿਰ। ਆਹ ਤੇ ਫਿਰ ਉਹ ਹੀ ਹੈ ਨਾ ਪਿੱਛੇ ਦੇ ਅਸਲ ਤੇ ਜਿਹੜਾ ਸ਼ੇਰ ਨੂੰ ਵੱਜ ਗਈ। ਡਕਿਓ ਮੌਲਵੀ ਗਲਤ ਪਾਸੇ ਟੁਰ ਪਏ ਰੇ। ਬਾਅਦ ਦੇ ਮੌਲਵੀ ਇੱਥੇ ਕੀ ਗੱਲ ਹੈ, ਆਪਣਾ ਸਿਰ ਪੀੜ ਦੀਆਂ ਗੋਲੀਆਂ ਬਣਾਉਣ ਦਾ ਇਲਾਜ ਦੱਸ ਰਹੇ ਸਨ। ਤੇ ਹੋਰ ਪੀੜ ਸਹੀ ਉਹ ਦੱਸੀ ਜੇ, ਬਾਕੀ ਜਗ੍ਹਾ ਠੀਕ ਕਰੋ। ਨਹੀਂ ਸਾਰਾ ਕੁਝ ਠੀਕ ਹੈ। ਮੈਨੂੰ ਵਾਮ ਦਾ ਫਿਕਰ ਹੈ, ਜਿਹੜੀ ਵਾਮ ਥੱਲੇ ਬੈਠੀ ਹੈ ਨਾ, ਇਹਨਾਂ ਜੇਬਾਂ 'ਚ ਕਾਰੀਗਰ ਨੇ ਇਹਨਾਂ ਦੇ ਹੁਣ ਸਾਕੀ ਤੈਨੂੰ ਮੈਂ ਕੀ ਦੱਸਾਂ, ਇਹ ਸਭ ਸਮਝਦਾ ਹੱਥ ਪਾ ਲੈਂਦੇ ਨੇ ਹੀਰ ਭਾਈ फटाफट। ये पूछ रहे हैं क्या कीड़ा मतलब किरमे खाकी पड़ गया था? आपका जवाब गलत है। किरमे खाकी एक किरमे खाकी ना की बनता, कई किरमे खाकी पैसी उन। और ये जेन्युइन बात है, ये कोई मजाक में नहीं कह रहा मैं, ये हकीकत बात बता रहा हूँ। ਐਕਸਰੇ ਹੁੰਦਾ ਸੀ ਤੇ ਨਾ ਅਲਟਰਾਸਾਊਂਡ। ਇਹ ਕਿਹੜਾ ਐਡਾ ਮਾਂ ਦਾ ਦੀਨਾ ਇਹਨਾਂ ਦੇ ਘਰ ਕੋ ਕਾਰੀਗਰ ਸੀ ਜਿਹਨੇ ਵੇਖਿਆ ਕਿ ਵਿੱਚ ਕੀੜੇ ਨੇ? ਬਾਹਰ ਆਂਦਿਆਂ ਜਾਂਦਿਆਂ ਉਹਨਾਂ ਨੇ ਵੇਖਿਆ। मीर साहब वो समझ लो जो तुसी गल कर रहे हो ना, ये गल ते बहुत ही एक आसान जी गल सी। ਉੱਥੇ ਇਹ ਮਾਹੌਲ ਸੀ, ਲੋਕੀ ਵਿੱਚ ਬਾਹਾਂ ਪਾ ਛੱਡਦੇ ਸੀ। ਹੋਰ ਤੂੰ ਕੀ ਸੁਣਦਾ ਮੇਰੇ ਕੋਲ? ਯਾਰ ਤੂੰ ਦੱਸਿਆ ਉਹਨੇ ਇਹ ਮਾਮਲਾਤ ਜੋ ਵੀ ਮਤਲਬ ਇੱਕ ਸੈਕਸ਼ੂਅਲ ਜੋ ਵੀ ਮਾਮਲਾਤ ਹੁੰਦੇ ਨੇ, ਉਹਨੇ ਇੰਨੇ ਅਨਯੂਜੂਅਲ ਤਰੀਕੇ ਨਾਲ ਕਰਵਾਏ ਨੇ ਕਿ ਉਹਦੀ ਵਜ੍ਹਾ ਤੋਂ ਕੀੜੇ ਪਏ ਨੇ। ਉਹਨੂੰ ਖੋਲ ਕੇ ਗੱਲ ਕਿਧਰੇ ਕਿਸੇ ਕੰਧ ਕੁੰਧ ਤੇ ਜਾਂ ਕਿਤੇ ਬਰਫ਼ ਤੇ ਜਾਂ ਕਿਤੇ ਹੈ। ਇਹ ਗੱਲਾਂ ਕਿਸੇ ਪੁਰਾਣੇ ਕਾਗਜ਼ ਤੇ ਲਿਖੀਆਂ ਨੇ ਕਿਧਰਲੇ ਪਾਸੇ ਜਾਂ ਕਿਤੇ ਖੁਫੀਆ ਸੋਚ ਲਿਖੀਆਂ ਨੇ ਬਿਲਕੁਲ। ਸ਼ਫੀਕ ਮਿਰਜ਼ਾ ਨੇ ਲਿਖੀਆਂ ਨੇ। ਨਸੀ ਅੱਲਾਹ ਭਲਾ ਕਰੇ। ਚੰਗੀਆਂ ਗੱਲਾਂ ਲਿਖ ਗਿਆ ਵੀ, ਚੰਗੀਆਂ ਇਲਮੀ ਗੱਲਾਂ। ਉਹ ਰੰਨ ਸੀ ਜਿਸ ਤਰੀਕੇ ਮਿਰਜ਼ਾ ਬਸ਼ੀਰਾ ਕੁੜੀਆਂ ਨੂੰ ਘੇਰਦਾ ਸੀ, ਉਹ ਬੰਦੇ ਘੇਰਦੀ ਸੀ। ਖਾਨਦਾਨੀ ਮੁਸ਼ਕਿਲਾਂ ਸੀ ਬਈ। ਲੋਕ ਐਸੇ ਵੀ ਨੇ ਜਿਹੜੇ ਜਿਨ੍ਹਾਂ ਨੂੰ ਅੱਲਾ ਨੇ ਕੋਈ ਥੋੜਾ ਬਹੁਤ ਸ਼ਰਮ ਯਾਦ ਦਿੱਤਾ ਸੀ। ਉਹ ਮਤਲਬ ਕਿ ਮੁਲਾਜ਼ਮਤ ਉਹਨਾਂ ਨੇ ਛੱਡ ਦਿੱਤੀਆਂ ਸੀ। ਕੋਈ ਡਰਾਈਵਰ ਸੀ, ਕੋਈ ਘਰ ਦੇ ਮੁਲਾਜ਼ਮ ਸੀ, ਉਹਨਾਂ ਨੇ ਐਸ ਔਰਤ ਦੇ ਡਰ ਤੋਂ ਮੁਲਾਜ਼ਮਤਾਂ ਛੱਡ ਦਿੱਤੀਆਂ ਵੀ ਇਹ ਤਾਂ ਖਾ ਪੀ ਜਾਂਦੀ ਹੈ ਬੰਦੇ ਨੂੰ, ਤੇ ਇਹਦੀ ਵਜ੍ਹਾ ਤੋਂ ਉਹਨਾਂ ਨੇ ਮੁਲਾਜ਼ਮਤਾਂ ਛੱਡ ਦਿੱਤੀਆਂ ਸੀ ਆਪਣੀਆਂ ਇਹਨਾਂ ਦੇ ਘਰਾਂ 'ਚੋਂ। ਐਡੀ ਖਤਰਨਾਕ। ਉਹ ਜਦੋਂ ਵੱਡਾ ਸਿਰ ਦਾ ਸਾਈਂ ਕੰਜਰ ਹੋਵੇ ਤੇ ਕੋਈ ਕੀ ਕਰੇ। ਉਂਝ ਤੇ ਕਿਸੇ ਮੁਰੀਦ ਨੇ ਆਖਿਆ ਸੀ ਕਿ ਵੇਖੋ ਗੈਰ ਮਰਦ ਜਿਹੜੇ ਨੇ ਉਹ ਬੀਬੀ ਸਾਹਿਬਾਂ ਨੂੰ ਵਹਿੰਦੇ ਪਏ ਨੇ ਤੇ ਹਜ਼ਰਤ ਸਾਹਿਬ ਕੁਝ ਕਰੋ। ਉਹਨੇ ਕਿਹਾ ਜਾਓ ਜੀ, ਅਸੀਂ ਨਹੀਂ ਮੰਨਦੇ ਇੰਜ ਦੇ ਪਰਦੇ ਨੂੰ। ਉਹ ਨਹੀਂ ਅਖੀਰ ਬਈ, ਗੱਲ ਇਹ ਹੈ ਵੀ ਉਹਨਾਂ ਨੇ ਮੁਲਾਜ਼ਮਤ ਇਸ ਮਰੋਂ ਛੋੜੀ ਵੀ ਪੂਰੀ ਨਹੀਂ ਸੀ ਪੈਂਦੀ ਤਨਖਾਹ 'ਚ। ਨਹੀਂ ਇਹ ਵੀ ਹੈ ਤੰਗ ਦਸਤੀ ਦਾ ਮਾਮਲਾ ਜਿਹੜਾ ਹੈ
ਅਬ ਦੇਖੋ ਮਹੀਨੇ ਦੇ ਪਹਿਲੀ ਤਾਰੀਖ ਉਹਨਾਂ ਨੂੰ ਤਨਖਾਹ ਲੱਭਣੀ ਤੇ ਦੂਜੀ ਤਾਰੀਖ ਵਾਪਸ ਟੁਰ ਜਾਣੀ। ਨਹੀਂ ਇਹ ਨਹੀਂ ਸੀ ਮਸਲਾ। ਉਹ ਜਿਹੜੇ ਤਨਖਾਹ ਜਿਹੜੇ ਮੁਲਾਜ਼ਮੀਨ ਦੀ ਮੈਂ ਗੱਲ ਕਰ ਰਿਹਾ ਨਾ, ਉਹ ਤੁਸੀਂ ਕਹਿ ਰਹੇ ਹੋ ਕਿ ਉਹ ਵਾਪਸ ਨਹੀਂ ਸੀ ਟੁਰਦੀ, ਬਕਾਇਦਾ ਉਹ ਪੈਸੇ ਦਿੰਦੀ ਸੀ, ਯਾਨੀ ਇਸ ਕੰਮ ਵਾਸਤੇ ਉਹ ਐਕਸਟਰਾ ਪੈਸੇ ਦਿੰਦੀ ਸੀ ਮੁੰਡਿਆਂ ਨੂੰ। ਲੇਕਿਨ ਮਸਲਾ ਇਹ ਹੈ ਨਾ ਕਿ ਜਦੋਂ ਇੱਕ ਬੰਦੇ ਨੂੰ ਸਵੇਰੇ ਵੀ ਬੁਲਾ ਲੈਣਾ, ਦੁਪਹਿਰੇ ਵੀ ਬੁਲਾ ਲੈਣਾ, ਰਾਤੀ ਵੀ ਬੁਲਾ ਲੈਣਾ, ਤੇ ਆਖਰ ਇਨਸਾਨ ਆ, ਉਹਦਾ ਤਾਂ ਕੁਛ ਨਹੀਂ ਜਾਣਾ ਤੇ ਬੰਦੇ ਦਾ ਕੱਖ ਰਹਿਣਾ ਕੋਈ ਨਹੀਂ। ਉਹ ਇਸ ਚੀਜ਼ ਤੋਂ ਘਬਰਾ ਕੇ ਦੱਸੇ ਸੀ। ਆਪਣਾ ਅਲੀ ਬਾਈ ਥੱਲੇ ਪੜੋ, ਹੁਣ ਗੱਲਾਂ ਥੋੜੀਆਂ ਹੈਵੀ ਨੇ। ਉੱਤੋਂ ਯਾਨੀ ਖਰਚਾ ਵੀ ਨਾਲ ਹੈ। ਇਹ ਵੇਚਦਾ ਜੇ DHA। ਇਹ ਅਖੀਰ ਭਾਈ ਇਹ ਜਿਹੜਾ ਮੀਆਂ ਫੇਵਰਟ 49 ਹੈ ਤੇ ਉਸ ਤੋਂ ਇਲਾਵਾ ਮੀਆਂ ਖਲੀਫਾ, ਤੁਹਾਨੂੰ ਹੁਣ ਲੱਗਿਆ ਵੀ ਪਤਾ ਵੀ ਇਹਨਾਂ ਦੀ ਇਨਸਪਾਇਰੇਸ਼ਨ ਕੀ ਸੀ? ਪਿਓ ਧੀ ਨੇ ਨਾ ਕਿਆ ਤਤਬੀਕ ਪੈਦਾ ਕੀਤੀ ਜੇ। ਮੈਂ ਉਹ ਥੱਲੇ ਥੋੜਾ ਅਵੈਸ ਦੇ ਆਪਣਾ ਮੈਸੇਜ ਯਾਰੇ ਲੱਗ ਗਿਆ ਸਾ, ਬੜੀ ਗਹਿਰੀ ਗੱਲ ਉਹਨੇ ਕੀਤੀ ਏ ਬਈ। ਉਹ ਸੀਏ ਟਾਪਰ ਦਾ ਇੱਕ ਡਾਇਲੌਗ ਥੱਲੇ ਮੁੰਡਾ ਲਿਖਦਾ ਹੈ ਵੀ ਕਹਿੰਦਾ अरे ससुरी इज्जत भी दी और हमारा पैसा भी। नहीं मौलवी आपदे वालों ऐसी गल तू लिखना है कि सानू समझ नहीं आएगी। असी बहुत अगे दे मौलवी हैं, सारियां मीमां ते नजर रखने हैं की चल रहा है मार्केट च, सब खबरां सानू हुंदियां ने। हाय 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 बड़े डाढे मामले ने सब गोल ते मौलवी जिया कुछ ना फरोल, एवें छिट्टे पैणगे दफा कर पर। इन्नी खामोशी है, सारे कादियान ते नहीं तुर गए। ਮਿਰਜ਼ੇ ਦੇ ਇੱਕ ਮਰੀਦ ਨੇ ਲਿਖਿਆ ਆ ਕਿ ਮਿਰਜ਼ਾ ਕਾਦੇ ਨੇ ਇੱਕ ਵਾਰੀ ਟੱਟੀ ਕਰਨ ਗਿਆ ਕਿਧਰੇ ਬਾਹਰ ਵਾੜਾਂ ਦੇ ਵਿੱਚ। ਉਹ ਕਹਿੰਦਾ ਵੀ 1 ਘੰਟੇ ਤੋਂ ਜ਼ਿਆਦਾ ਦੇਰ ਲਾ ਕੇ ਆਇਆ ਮਿਰਜ਼ਾ ਗੁਲਾਮ ਕਾਦੇ। ਅੱਜ ਤੱਕ ਕਦੇ ਇਹੋ ਜਿਹੀ ਕਿਸੇ ਨੇ ਟੱਟੀ ਵੇਖੀ ਸੁਣੀ ਜਿਹੜੀ 1 ਘੰਟੇ ਤੋਂ ਵੀ ਜ਼ਿਆਦਾ ਟਾਈਮ इमरान भाई की कॉल से पढ़ा। एनजी लिखा है उन्होंने कि 1 घंटे से हजरत साहब 1 घंटे से भी ज्यादा देर लगा के आए। अस्सलाम वालेकुम हजरत साहब एक वालेकुम सलाम। हजरत साहब एक हाजिक तबीब थे, आपको नहीं पता जगह जगह वो कहते हैं भाई फलां दरख्त में गौर करो कीड़े होते हैं, मुट्ठी पे दूध रखो उसमें कीड़े होते हैं, ए फलां फल में गौर करो उसमें ते हजरत साहब जी उत्थे किधर कीड़े लभण लग पे ने ते तुहानू मौलवियों नू की इतराज है? तुहाडे गिन चो ख्वाब नहीं है ਜਿਹੜੇ ਖਾਬ ਦੇ ਵਿੱਚ ਚੱਲਦੇ ਦੇ ਵਿੱਚ ਮੀਆਂ ਸ਼ਰੀਫ ਸਾਹਿਬ ਬੈਤੁਲ ਖਲਾ ਦੇ ਅੰਦਰ ਆਵੜੇ ਸਨ ਤੇ ਫੜ ਕੇ ਉਹਨਾਂ ਨੇ ਕੰਧ ਤੇ ਮਸਲ ਕੇ ਮਰੋੜ ਦਿੱਤਾ ਸੀ ਤੇ ਫਿਰ ਉਹਨੇ ਆਖਿਆ ਕਿ ਸਾਰੇ ਮਰਜ਼ਈ ਮੇਰੀ ਗਾਫ ਦੇ ਚਮੂਣੇ। ਅੱਛਾ ਜ਼ਿਆ ਭਾਈ ਤੇ ਅਹੀਰ ਭਾਈ ਇੱਕ ਗੱਲ ਦੀ ਤਦਬੀਕ ਪੈਦਾ ਕਰੋ। ਤੁਸੀਂ 10 ਬੱਚਿਆਂ ਦਾ ਇਲਜ਼ਾਮ ਜਿਸ ਬੰਦੇ ਤੇ ਲਾ ਰਹੇ ਹੋ, ਬਾਅਦ ਚ ਕਹਿ ਰਹੇ ਕਿ ਉਹਨੇ ਆਪਣੀ ਕੁੜੀ ਵੀ ਉਸ ਮੁੰਡੇ ਨੂੰ ਦੇ ਦਿੱਤੀ ਜਿਹੜਾ 10 ਚੋਂ ਇੱਕ ਸੀ, ਇਹ ਕਿਵੇਂ? ਇਹਨਾਂ ਦਾ ਨਾ ਆਪਣਾ ਹੀ ਗੇਮ ਆਫ ਥਰੋਨਸ ਚੱਲ ਰਿਹਾ ਸੀ ਤੇ ਇਹ ਇਹਨਾਂ ਦੀ ਸਰਸੀ ਲੈਨਿਸਟਰ ਹੁੰਦੀ ਸੀ, ਅੱਗੇ ਤੁਸੀਂ ਸਮਝਦਾਰ ਹੋ। ਫਿਰ ਬਾਕੀਆਂ ਤੇ ਕਿਉਂ ਇਲਜ਼ਾਮ ਲਾਉਂਦੇ ਨੇ ਕਿ ਆਪਣੀ ਕੁੜੀ ਨਾਲ ਹੀ ਲੱਗ ਗਿਆ ਜਦੋਂ ਆਪਣੀ ਭੈਣ ਨਾਲ ਕੋ ਲੱਗਾ? ਬਸ ਤੁਸੀਂ ਨਹੀਂ ਸਮਝੇ ਨਾ ਫਿਰ ਗੱਲ। ਤੁਸੀਂ ਥੋੜਾ ਜਿਹਾ ਗੇਮ ਆਫ ਥਰੋਨਸ ਤੇ ਅੱਜ ਜਾ ਕੇ ਗੌਰ ਕਰੋ, ਤੁਹਾਨੂੰ ਸਾਰੀ ਰਿਸ਼ਤੇਦਾਰੀ ਸਮਝ ਆ ਜਾਏ। ਦੇਖੀ ਨਹੀਂ ਨਾ। ਇੱਕ ਕਰੈਕਟਰ ਸੀ ਤੇ ਉਹ ਵੀ ਸਾਲਾ ਐਵੇਂ ਹੀ ਨਾ ਇਹਨਾਂ ਤਰ੍ਹਾਂ ਹੀ ਆਪਸ ਦੀ ਭੈਣ ਭਰਾ ਹੀ। ਅਹੀਰ ਭਾਈ ਅਗਰ ਇੱਕ ਬੰਦੇ ਨੇ ਆਪ ਕੋਈ ਕੰਮ ਪਾਇਆ ਉਹਨੂੰ ਤਾਂ ਸਾਰਾ ਪਤਾ ਹੈ ਨਾ, ਫਿਰ ਤੇ ਉਹ ਕਿਵੇਂ ਗਲਤੀ ਕਰ ਸਕਦਾ? ਇਹ ਡੂੰਘੀਆਂ ਗੱਲਾਂ ਨੇ ਮੀਆਂ, ਮਾਰਫਤ ਦੀਆਂ ਗੱਲਾਂ ਨੇ, ਨਹੀਂ ਪੁੱਛੀਆਂ ਹੁੰਦੀਆਂ। ਕਿ ਭਾਈ ਤੁਸੀਂ ਪੁੱਟੋ ਹਮਾਇਕ, ਸ਼ਾਇਦ ਤੁਹਾਨੂੰ ਕੋ ਪਤਾ ਹੈ।
ਤੁਸੀਂ ਤਾਂ ਬੜਾ ਕਰੀਬ ਤੋਂ ਵੇਖ ਕੇ ਆਏ ਹੋ ਇਹਨਾਂ ਨੂੰ। ਨਹੀਂ, ਮੈਂ ਇਹਨਾਂ ਨੂੰ ਕਰੀਬ ਤੋਂ ਲੰਮਿਆਂ ਪਿਆਂ ਨੂੰ ਵੇਂਦਾ ਰਿਹਾ। ਯਾਨੀ ਕਿ ਤੁਹਾਡੇ ਕੀ ਸਾਕੀ ਦੀ ਉੱਥੇ ਕੈਮਰਿਆਂ ਦੀ ਦੁਕਾਨ ਸੀ ਉਸ ਮਹੱਲੇ 'ਚ? ਕੋਈ ਨਾ ਆਇਆ ਬਈ, ਤੂੰ ਬੜੇ ਕਰੀਬ ਰਿਹਾ ਜਿਗੜ ਪਰਨਾ ਮੇਰੇ ਕੋਲ ਹੀ ਹੁੰਦਾ ਸੀ। ਬੱਲੇ ਜਵਾਨਾ ਸੁਲਾਨਾ ਤੇ ਜਾਣਾ, ਹਜ਼ੂਰ ਦੇ ਕਦਮਾਂ 'ਚ ਬਹਿਣਾ, ਹਜ਼ੂਰ ਨਾਲ ਮੁਲਾਕਾਤ ਕਰਨੀ ਔਰ ਨਜ਼रें ਝੁਕਾ ਕਰ ਮਿਲਣਾ। ਉਹ ਸਾਰਾ ਕੁਝ ਠੀਕ ਹੈ, ਪਰ ਹਜ਼ੂਰ ਦੀਆਂ ਟੋਟਿਆਂ ਵਾਲੀ USB ਤੇ ਸਾਕੀ ਕੋਲ ਨਹੀਂ ਸੀ ਨਾ ਹੁੰਦੀ ਯਾਰ। ਕਮਾਲ ਗੱਲਾਂ ਕਰਦੇ। ਮੈਨੂੰ ਜਿਹੜਾ ਨਾ ਸਾਕੀ ਰਹਿਣ ਦੇ, ਦਲਾਲ ਨਾ ਬਣਾ। ਨਹੀਂ, ਉਸ ਵੇਲੇ ਨਾ ਮਾਰੇ ਸ਼ਰਮ ਦੇ ਸਾਕੀ ਨੇ ਰਿਕਾਰਡ ਨਹੀਂ ਕੀਤੀ, ਸਹੂਲਤ ਐ ਸੀ। ਸਾਕੀ ਜੀ ਸੁਣ ਰਿਹਾ ਮੈਂ, ਮਤਲਬ ਤੂੰ ਕੱਲਾ ਕੱਲਾ ਹੀ ਵੇਖ ਆਇਆ ਸਾਰੀਆਂ ਫਿਲਮ। ਬੜੇ ਡਾਡੇ ਨੇ ਮੌਲਵੀ, ਇਹਨਾਂ ਤੋਂ ਅੱਲਾ ਮਾਫ ਕਰੇ। ਓਏ ਹੋਏ ਜੀ ਭਾਈ, ਮੈਂ ਸੁਣਿਆ ਹੈ ਇਹਨਾਂ ਦੇ ਵਿੱਚ ਇੱਕ ਮਦਰ ਆਫ ਡਰੈਗਨ ਵੀ ਹੁੰਦੀ ਸੀ ਇਹਨਾਂ ਦੀ। ਤੇ ਉਹ ਉੱਥੋਂ ਹੀ ਤੇ ਸਾਰਾ ਸਿਲਸਿਲਾ ਅੱਗੇ ਵਧਿਆ ਜੇ। ਪਹਿਲਾ ਓਪਨਿੰਗ ਸੀਨ ਸੀ ਜਦੋਂ ਅੱਗ ਲੱਗਦੀ ਹੈ ਤੇ ਆਂਡਿਆਂ ਚੋਂ ਬੱਚੇ ਨਿਕਲ ਆਉਂਦੇ ਨੇ, ਉੱਥੇ ਹੀ ਸੀ ਸਾਰਾ ਕੰਮ। ਉੱਥੇ ਹੀ ਦੇਖੋ, ਇਹਨਾਂ ਨੂੰ ਮਰਹੂਮ ਨੇ ਮਿੰਨਤ ਹੋਣਾ ਚਾਹੀਦਾ ਸੀ ਆਪਣੇ ਪਹਿਲੇ ਨਾਮ ਨਿਹਾਦ ਖਲੀਫਾ ਦਾ, ਲੇਕਿਨ ਦੇਖੋ ਇਹ ਖਲੀਫਾ ਕੁਛ ਕੌਮ ਜਿਹੀ ਹੋਈ। ਅੱਛਾ ਅਖੀਰ ਭਾਈ, ਪਹਿਲੇ ਇੱਕ ਗੱਲ ਹੋਈ ਸੀ ਵੀ ਘੰਟਾ ਮਿਰਜ਼ਾ ਸਾਹਿਬ ਉੱਥੇ ਇਹਨਾਂ ਨੇ ਇੰਤਜ਼ਾਰ ਕੀਤਾ, ਤੇ ਦੇਖੋ ਤੁਹਾਨੂੰ ਉਹ ਗੱਲ ਜਿਹੜੀ ਹੈ ਨਾ, ਮੈਂ ਤੁਹਾਨੂੰ ਦੱਸਣਾ ਹੋਇਆ ਇਹ ਕਿ ਮਿਰਜ਼ਾ ਸਾਹਿਬ ਨਾ ਉਸ ਦੌਰ ਦੀ ਜਿਹੜੀ ਕੋ ਕਰੰਸੀ, ਕੋ ਟੇਡੀ ਪੈਸਾ, ਕੋ ਆਨਾ, ਉਹ ਕਿਤੇ ਆਪ ਧਿਆਣੇ ਨਾ ਖਾ ਬੈਠੇ। ਅਖੀਰ ਭਾਈ ਆਵਾਜ਼ ਆਉਂਦੀ ਹੈ ਮੇਰੀ? ਆ ਸਾਕੀ ਗੱਲ ਗੌਰ ਕਰੀਏ, ਪੇਮੈਂਟ ਫਸਣ ਲੱਗੀ ਹੋ। ਅੱਛਾ, ਮੇਰੀ ਪੇਮੈਂਟ ਫਸ ਗਈ ਸੀ ਅੱਜ। ਉਹ ਭਾਈ ਲੈ ਵੀ ਹੁਣ ਮੈਨੂੰ ਅੱਜ ਯਕੀਨ ਕਰ ਮੌਲਵੀ ਯਾਰ ਰਸੂਲ, ਇੰਨੇ ਸਾਲਾਂ ਤੋਂ ਬਾਅਦ ਉਸ ਜੁਗਤ ਦੀ ਸਮਝ ਆਈ ਹੈ ਬਈ ਜਦੋਂ ਫੋਨ ਕਰੋ ਵੀ ਯਾਰ ਉਹ ਪੈਸੇ ਤੇ ਕੰਜਰ ਅੱਗੋਂ ਕਹਿੰਦਾ ਯਾਰ ਥੋੜੀ ਜਿਹੀ ਪੇਮੈਂਟ ਫਸੀ, ਦੁਆ ਕਰ। ਇਹ ਤੇ ਉਸ ਤੋਂ ਬਾਅਦ ਨਾ ਦੇਖੋ ਕਲਾਈਮੈਕਸ ਥੋੜਾ ਜਿਹਾ ਅੱਗੇ ਹੈ। ਮਿਰਜ਼ਾ ਸਾਹਿਬ ਪਿੱਛੇ ਸਾਰਿਆਂ ਨੂੰ ਦੱਸ ਗਏ ਵੀ ਅੱਜ ਕੁਝ ਹੋਣ ਲੱਗਾ ਜੇ, ਤੇ ਉੱਥੇ ਬਹਿ ਕੇ ਨਾ ਯਾਨੀ ਮਿਰਜ਼ਾ ਸਾਹਿਬ ਨੇ ਐਲਾਨ ਕੀਤਾ ਕਿ ਅੱਜ ਮੈਂ ਕਾਮਯਾਬ ਹੋ ਕੇ ਆਵਾਂਗਾ। ਤੇ ਇਹਨੂੰ ਹੁਣ ਭਾਵੇਂ ਤੁਸੀਂ ਈ ਪਲੂਮਰ ਨਾਲ ਜੋੜ ਲਵੋ ਤੇ ਇਸ ਤੁਸੀਂ ਨਾ ਆਜ਼ਾਦ ਹੋ। ਤੇ ਉਹ ਜਦੋਂ ਜੋ ਵੀ ਕਾਰਵਾਈ ਉੱਥੇ ਹੋਈ, ਤੇ ਇਹ ਜਿਹੜਾ ਬਾਕੀ ਤਕਰੀਬਨ 55 ਮਿੰਟ ਸਨ ਨਾ, ਇਹ ਮਿਰਜ਼ਾ ਸਾਹਿਬ ਉਥੋਂ ਉਹ ਕਰੰਸੀ ਪੇ ਲੱਭਦੇ ਰਹੇ। ਉਹ ਨਿਕਲ ਆਈ ਤੇ ਉਹ ਫਿਰ ਲੱਭ ਕੇ ਤੇ ਜਦੋਂ ਫਾਤੇ ਤੇ ਕਾਮਯਾਬ ਹੋ ਕੇ ਨਾ ਵਾਪਸ ਆਏ ਨਾ, ਤੇ ਮਾਰਿਆ ਉਹਨਾਂ ਨੇ ਸਾਰਿਆਂ ਦੇ ਮੂੰਹ ਤੇ ਵੀ ਇਹ ਵੇਖੋ ਤੁਹਾਨੂੰ ਆਖਿਆ ਸੀ ਨਾ ਪੇਮੈਂਟ ਫਸੀ ਹੈ। ਤੇ ਉਹ ਘੰਟਾ ਅਕਸਰ ਤਾਂ ਲੱਗ ਗਿਆ ਉੱਥੇ ਵੀ। ਦੇਖੋ ਮੁਖਾਲਫਾ ਨੇ ਤੇ ਗੱਲ ਬਣਾ ਲਈ ਹੈ ਨਾ ਵੀ ਘੰਟਾ ਉੱਥੇ ਨਹੀਂ। ਤੇ ਉਹ ਮੈਂ ਸੁਣਿਆ ਵੀ ਤਾਰੀਖ ਦੀਆਂ ਕੁਝ ਛੁਪੀਆਂ ਹੋਈਆਂ ਕਿਤਾਬਾਂ 'ਚ ਇਹ ਵੀ ਆਉਂਦਾ ਹੈ ਵੀ ਵਿੱਚੋਂ ਕੁਝ ਮੁਨਕਰਾਂ ਨੇ ਇਨਕਾਰ ਕਰ ਦਿੱਤਾ ਵੀ ਹਜ਼ਰਤ ਸਾਹਿਬ ਪੇਮੈਂਟ ਤੁਸੀਂ ਕਿਧਰੋਂ ਹੋਰ ਲਿਆਏ ਹੋ, ਜਗ੍ਹਾ ਜਿਹੜੀ ਤੁਸੀਂ ਦੱਸ ਰਹੇ ਹੋ ਉੱਥੇ ਨਹੀਂ ਫਸੀ। ਤੇ ਕਹਿੰਦੇ ਨੇ ਵੀ ਉਹ ਵਾਪਸ ਵੀ ਗਿਆ ਵਿੱਚੋਂ 10-15 ਮਿੰਟ, ਤੇ ਬਕਾਇਦਾ ਸਬੂਤ ਮੂੰਹ ਤੇ ਮਾਰੇ ਨੇ ਉਹਨਾਂ ਦੇ ਕਿ ਇਹਨੂੰ ਫੜੋ। ਮਿਰਜ਼ਾ ਸਾਹਿਬ ਬੜੇ ਇਨੋਵੇਟਿਵ ਸਾਬਤ ਹੋਏ ਨੇ ਇਸ ਮਾਮਲੇ 'ਚ। ਇਹ ਜਿਹੜਾ ATM ਵਾਲਾ ਹੈ ਨਾ, ਅੱਜ ਜਿਹੜਾ ਇਨੋਵੇਟਿਡ ਕਿਸਮ ਦਾ ATM ਤੋਂ ਨਜ਼ਰ ਆਉਂਦਾ ਹੈ, ਇਹ ਆਈਡੀਆ ਜਿਹੜਾ ਬੇਸਿਕਲੀ ਉੱਥੋਂ ਹੀ ਡਿਰਾਈਵਡ ਹੈ। ਤੇ ਫਿਰ ਅੱਗੋਂ ਸਵਾਲ ਪੈਦਾ ਹੋ ਜਾਣਾ ਹੈ ਕਿ ਉੱਥੇ ਕਾਰਡ ਵੇਖੋ, ATM ਦੇ ਵਿੱਚ ਇੰਜ ਨਹੀਂ ਹੁੰਦਾ ਕਿ ਤੁਸੀਂ ATM ਨੂੰ ਕਹੋ ਪੈਸੇ ਕੱਢ ਨਹੀਂ ਤੇ ਉਹ ਕੱਢ ਦੇਵੇ। ਉੱਥੇ ਪਹਿਲੇ ਕਾਰਡ ਪਾਣਾ ਪੈਂਦਾ, ਫਿਰ ਕੋਡ ਡਾਇਲ ਕਰਨਾ ਪੈਂਦਾ। ਤੇ ਉਹ ਕੰਮ ਕਿੰਨੇ ਸਰੰਜਾਮ ਦਿੱਤਾ ਸੀ? ਨਹੀਂ, ਕਾਰਡ ਤੇ ਪਾਇਆ ਸੀ ਨਾ ਇਹ, ਤੇ ਕਾਰਡ ਤਾਂ ਉੱਥੇ ਹੋਰ ਸਿਸਟਮ ਸੀ ਨਾ, ਉੱਥੇ ਕਾਰਡ ਹਕੀਮ ਨੂਰਦੀਨ ਪਾਉਂਦਾ ਸੀ। ਨਹੀਂ ਦੇਖੋ ਆਪਣਾ ਜ਼ਿਆ ਭਾਈ, ਇਹ ਹੁਣ ਸਮਝ ਨਹੀਂ ਰਹੇ ਨਾ ਸਾਰੀ ਗੱਲ ਨੂੰ। ਹੁਣ ਇਹ ਚਾਹੁੰਦੇ ਨੇ ਵੀ ਹੁਣ ਪੂਰਾ ਜਿਹੜਾ ਆਈਡੀਆ ਇਹਨਾਂ ਦੇ ਸਾਹਮਣੇ ਬਿਆਨ ਕੀਤਾ ਜਾਏ। ਦੇਖੋ ਗੱਲ ਦੱਸੋ ਨਾ, ਤੁਹਾਡੀ ਗੱਲ ਦੀ ਕੋਈ ਸੈਂਸ ਨਹੀਂ ਬਣ ਰਹੀ। ਕਾਰਡ ਹਕੀਮ ਨੂਰਦੀਨ ਜਿਹੜੀ ATM 'ਚ ਪਾਉਂਦਾ ਸੀ, ਪੇਮੈਂਟਾਂ ਕਿਤੋਂ ਹੋਰ ਤੁਸੀਂ ਕਢਾ ਰਹੇ ਹੋ। ਨਹੀਂ 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 ਖਲੋ ਜਾ ਨਹੀਂ, ਇਸ ਤਰ੍ਹਾਂ ਨਹੀਂ। ਦੇਖੋ ਐਂ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਇਨਪੁਟ ਦਾ, ਵੀ ਪੇਮੈਂਟ ਅੰਦਰ ਕਿੱਥੋਂ ਹੋਈ ਹੈ। ਨਹੀਂ, ਮੈਨੂੰ ਸਮਝ ਮਿਰਜ਼ੇ ਦੀ ATM 'ਚ ਹੀ ਪਾਉਂਦਾ ਸੀ ਕਾਰਡ।
ਆ ਦੇਖੋ ਉਹ ਹੁਣ ਇੱਕ ਹਵਾਲੇ ਨਾਲ ਨਾ ਹੁਣ ਭਾਈ ਆਏ ਸਨ ਉੱਤੇ ਤੇ ਉਹਨਾਂ ਨੇ ਆਖਿਆ ਵੀ ਅਲੀ ਭਾਈ ਇਨ ਕਰਕੇ ਜਿਹੜਾ ਪੁੱਟ ਹੈ ਇਹ ਪੁੱਟ ਇੰਗਲਿਸ਼ ਵਾਲਾ ਹੈ ਕਿ ਪੰਜਾਬੀ ਵਾਲਾ? ਨਹੀਂ ਇੰਗਲਿਸ਼ ਵਾਲਾ ਦੇਖੋ ਪੁੱਟ ਦਾ ਆਈਡੀਆ ਵੀ ਮਿਰਜ਼ੇ ਦੀ ਪੋਟੀ ਤੋਂ ਆਇਆ। ਦੇਖੋ ਇਹ ਹੁਣ ਜਿਹੜੀ ਤੁਸੀਂ ਇੱਕ ਇਹ ਤਤਬੀਕ ਪੇਸ਼ ਕਰੋ ਇਹਦੀ ਜਿਹੜੀ ਹੈ ਨਾ ਤਤਬੀਕ ਕਰੋ ਭਾਈ ਆਏ ਸਨ ਉੱਤੇ। ਹੁਣ ਜ਼ਰਾ ਉਧਰ ਟੁਰ ਜੋ ਕਾਜ਼ੀ ਯਾਰ ਹਾਲ ਅੱਛਾ ਯਾਨੀ ਉਹ ਜਿਹੜਾ ਘੰਟਾ ਪਾਸਵਰਡ ਲਾਉਂਦਾ ਰਹਿੰਦਾ ਸੀ ਤੇ ਸਹੀ ਨਹੀਂ ਸੀ ਲੱਗਦਾ, ਪੇਮੈਂਟ ਨਹੀਂ ਸੀ ਆਉਂਦੀ। ਉਹ ਜਿਹੜਾ ਨਾ ਕਾਰਡ ਦੀ ਜਗ੍ਹਾ ਨਾ ਉਹਨੂੰ ਆਖਿਆ ਨਾ ਵੀ ਕੋਈ ਸ਼ਾਇਦ ਤੁੰਨੋ ਤੇ ਉਹ ਕਾਰਡ ਦੀ ਜਗ੍ਹਾ ਤੁੰਨਦਾ ਰਿਹਾ ਤੇ ਉਹ ਪੇਮੈਂਟ ਜਿਹੜੀ ਕਾਜ਼ੀ ਯਾਰ ਦੀ ਫਸੀ ਸੀ ਉੱਤੇ। ਨਹੀਂ ਕਾਜ਼ੀ ਯਾਰ ਪੇਮੈਂਟ ਕਢਾਣ ਗਿਆ ਐਡਾ ਬੇਸ਼ਰਮੇ ਕਾਰਡ ਨਹੀਂ ਪਾ ਰਿਹਾ ਤੇ ਉੱਥੇ ਨਾ ਐਵੇਂ ਪਾਸਵਰਡ ਲਾਈ ਜਾ ਰਿਹਾ ਡਾਇਰੈਕਟ ਵੀ ਪਹਿਲੇ ਕਾਰਡ ਪਾ ਫਿਰ ਕੋਡ ਲਾ। ਬਾਰ ਜਿਹਨਾਂ ਦੀ ਮਸ਼ੀਨ ਆਈ ਸੀ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਪੈਸੇ ਕਿੰਜ ਨਿਕਲਣੇ ਨੇ, ਹਰ ਬੰਦਾ ਆਪਣਾ ਤਰੀਕਾ ਅਜ਼ਮਾ ਰਿਹਾ ਸੀ। ਦੇਖੋ ਮਿਰਜ਼ਾ ਸਾਹਿਬ ਨੇ ਇੱਕ ਵਾਰ ਕਿੱਲ ਕੇ ਕੱਢ ਲਏ, ਉਹਨੂੰ ਗਲਤੀ ਲੱਗੀ ਨਾ, ਪੁਰਾਣਾ ਜ਼ਮਾਨਾ ਸੀ, ਉਹਨੇ ਕਿਹਾ ਪਤਾ ਨਹੀਂ ਗੱਲਾ ਹੈ, ਗੱਲੇ 'ਚ ਵੀ ਇੰਜ ਨਿਕਲਦੇ ਨੇ ਪੈਸੇ। ਉਹਨੇ ਨਾ ਉਹ ਨੰਬਰਾਂ ਵਾਲੀ ਮਸ਼ੀਨ ਸਮਝ ਲਈ ਜਿਹੜੀ ਇੰਜ ਕਰਕੇ ਕਲਿੱਕ ਦੀ ਆਵਾਜ਼ ਤੇ ਦਰਾਜ਼ ਥੱਲੋਂ ਨਿਕਲਦਾ ਨਾ, ਉਹਨੇ ਸਮਝੀ ਉਹ ਤੇ ਹਜ਼ਰਤ ਸਾਹਿਬ ਆਂਦੇ ਨੇ ਵੀ ਟਟੋਲ ਕੇ ਪਾਸਵਰਡ ਲਗਾਤਾ ਰਹਾ ਤੇ ਬਾਰ-ਬਾਰ ਆਵਾਜ਼ ਆਂਦੀ ਰਹੀ, the number you have dialed is not responding at the moment। ਮਰਜ਼ਾਈਓ ਹੁਣ ਰਾਮ ਜੀ ਦੇਖੋ ਰਾਮ ਜੀ ਨਹੀਂ ਮੈਨੂੰ ਪੁੱਛ ਲੈਣ ਦਿਓ ਬਈ ਇਹਨਾਂ ਨੂੰ ਰਾਮ ਹੈ ਬਈ ਜਿੱਦੂ ਤੁਹਾਨੂੰ ਵੀ ਅੱਜ ਹੀ ਸਮਝ ਆਈ ਆ, ਅਸੀਂ ਗੱਲ ਨੂੰ ਪੁੱਠੇ ਪਾਸੇ ਲਾ ਗਏ ਸੀ। ਜਿੱਦੂ ਇਹਨਾਂ ਨੂੰ ਦੇਖੋ ਮੌਲਵੀਓ ਤੁਹਾਡੀ ਮੁਖਾਲਫਤ ਮੁੱਕੀ ਨਾ, ਕਿੱਲਤ ਅੱਜ ਮੁਖਾਲਫਤ ਮੁੱਕੀ ਵਿਚਾਰਾ ਤਾਂ ਆਪਣਾ ਦਿਹਾੜੀ ਲਾਣ ਆਉਂਦਾ ਸੀ। ਮੈਂ ਪਿਆਰਾ ਉਹ ਸੁਣ ਲਓ ਤਤਿਓ ਮੌਲਵੀਓ ਸੁਣ ਲਓ ਜੀ ਕਿਬਲਾ। ਮੈਂ ਪਿਆਨਾ ਵੇ ਜਿੱਦੂ ਇਹਨਾਂ ਨੂੰ ਜੇ ਪਤਾ ਹੈ ਬਈ ਇਹ ਮੌਲਵੀ ਹਲਵਾ ਖਾ ਕੇ ਬੜੇ ਨਿੰਗੇ ਹੁੰਦੇ ਨੇ ਤੇ ਕਿਹੜੀ ਲੋੜ ਹੈ ਇਹਨਾਂ ਨੂੰ ਛੇੜਨੇ ਦੀ। ਕੁੱਤੇ ਦੇ ਪੁੱਤਰ 11ਵੇਂ ਮਹੀਨੇ ਆਖਰੀ ਦਿਹਾੜੇ ਸਰਦੀ ਚ ਤੇ ਉਦੋਂ ਛੇੜ ਬੈਠੇ ਨੇ ਮੌਲਵੀਆਂ ਨੂੰ ਦਰ ਫਟੇ ਮੁੱਤਵਾ। ਦੇਖੋ ਇਹ ਜ਼ਰਾ ਇਹਨੂੰ ਤਤਬੀਕ ਦਵੋ ਜ਼ਰਾ ਇੱਕ ਹੋਰ ਗੱਲ ਨਾਲ। ਦੇਖੋ ATM ਆਈਡੀਆ ਜਿਹੜਾ ਸੀ ਮਿਰਜ਼ਾ ਸਾਹਿਬ ਦੀ ਪੇਮੈਂਟ ਫਸੀ ਤੇ ਉਹਨਾਂ ਨੇ ਘੰਟਾ ਘੁਲਾ ਕੇ ਨਾ ਤੇ ਉਥੋਂ ਢੂੰਡ ਟਾਂਡ ਕੇ ਨਾ ਉਹਨਾਂ ਨੇ ਆਣ ਦੱਸੀ ਵੀ ਇਹ ਪੇਮੈਂਟ ਜੇ। ਬਾਕੀ ਜਿਤਨੇ ਮਰਜ਼ਈ ਸਨ ਨਾ ਇਹਨਾਂ ਨੇ ਪੁੱਠੇ ਕਾਰਡ ਤੁੰਨ ਕੇ ਨਿਸ਼ਾਨ ਨੰਬਰ 85 ਕਰਾ ਲਿਆ ਮਿਰਜ਼ਾ ਸਾਹਿਬ। ਯਾਨੀ ਕਿ ਇੱਕ ਹੋਰ ਮਾਮਾ ਹੱਲ ਹੋ ਗਿਆ ਜੀ। ਉਹ ਜਿਹੜਾ ਦੇਖੋ ਨਾ ਵੀ ਉਥੋਂ ਲਗਾਤਾਰ ਹੀ ਬਈ ਕਾਰਡ ਤੁੰਨ ਕੇ ਨਾ ਤੇ ਫਿਰ ਲਗਾਤਾਰ ਹੀ ਉਥੋਂ ਆਮਦਨ ਤੇ ਰਫਤਨ ਜਾਰੀ ਹੋ ਗਈ ਤੇ ਮਿਰਜ਼ਾ ਸਾਹਿਬ ਨੇ ਆਖਿਆ ਜੀ ਇਹ ਲੋ ਜੀ ਇਹ ਨਿਸ਼ਾਨ ਨੰਬਰ 85 ਹੋ ਗਿਆ ਜੀ। ਕਿ ਮਸ਼ੀਨ ਨੇ ਸਾਰੀਆਂ ਪਰਚੀਆਂ ਬਾਹਰ ਕੱਢ ਮਾਰੀਆਂ ਵੀ ਇਹ ਲੋ ਫੜੋ ਦਫਾ। ਦੇਖੋ ਮਸ਼ੀਨ ਦਾ ਕਵਰ ਹੀ ਉਹਨਾਂ ਨੇ ਤਰੋੜ ਛੜਿਆ ਨਾ, ਉਹ ਜਿਹੜਾ ਡੱਕਾ ਜਿੱਥੇ ਲੱਗਦਾ ਸੀ ਨਾ ਉਹ ਤੇ ਪਹਿਲੇ ਦਿਨ ਹੀ ਕਾਰਡ ਰੀਡਰ ਨਹੀਂ ਕਾਰਡ ਰੀਡਰ ਵੀ ਹੈ ਤੇ ਦੂਜਾ ਜਿੱਥੋਂ ਪੇਮੈਂਟ ਬਾਹਰ ਆਉਂਦੀ ਹੈ ਨਾ ਇਹ ਥੱਲੇ ਅਜ਼ੀਮ ਭਾਈ ਨੇ ਅੱਛੀ ਗੱਲ ਲਿਖੀ ਹੈ ਵੀ ਐਰਰ 85 ਆ ਗਿਆ। ਜੀ ਭਾਈ ਕਿਸੇ ਵਾਲੇਕੁਮ ਸਲਾਮ ਕਿਸੇ ਵੈਬਸਾਈਟ ਤੇ ਜਾਓ ਨਾ ਤੇ ਪੇਜ ਨਾ ਅਵੇਲੇਬਲ ਹੋਵੇ ਤੇ ਉੱਥੇ ਆਂਦਾ ਐਰਰ 404 ਨੋਟ ਫਾਊਂਡ। ਇਹਨਾਂ ਨੇ ਇੰਨੇ ਗਲਤ ਕਾਰਡ ਮਾਰੇ ਨੇ ਕਿ ਮਸ਼ੀਨ ਨੇ ਐਰਰ ਨੰਬਰ ਨਵਾਂ ਐਰਰ 85 ਕੱਢ ਦਿੱਤਾ। ਨਹੀਂ ਦੇਖੋ ਜਦੋਂ ਇੱਕ ਦਿਨ ਵਿੱਚ 85 ਵਾਰ ਮਾਰੋ ਦੇ ਤੇ ਐਰਰ ਤੇ 85 ਹੋਏਗਾ। ATM ਦੇ ਵਿੱਚ ਗਲਤ ਕਾਰਡ ਪਾਏ ਤੇ ਐਰਰ 85 ਆ ਗਿਆ ਤੇ ਉਹ ਨੁਸਰਤ ਜਾਨ ਦੀ ATM ਦੀ ਕੀ ਬਣਿਆ ਹੋਣਾ ਜਿੱਥੇ ਹਕੀਮ ਨੂਰ ਦੀ ਗਲਤ ਨਾ ਉੱਥੇ ਨਹੀਂ ਮੌਲਵੀ ਸਾਹਿਬ ਹਰ ਗੱਲਾਂ ਦੀ ਤਤਬੀਕ ਨਾ ਐਵੇਂ ਪਾਈ ਆ। ਉਹ ਐਸੀ ATM ਸੀ ਤੁਸੀਂ ਦੁਨੀਆ ਜਾਣਦਾ ਕੋਈ ਬਗੈਰ ਸਿਮ ਵਾਲਾ ਖਾਲੀ ਨੰਬਰਾਂ ਵਾਲਾ ਕੋਈ ਲੱਕੜ ਦਾ ਕਾਰਡ ਵੀ ਪਾ ਦਿਓ ਉਹਨਾਂ ਤੇ ਪੇਮੈਂਟ ਆ ਜਾਂਦੀ। ਨਿਸ਼ਾਨ 85 ਉੱਥੇ ਕੋਈ ਵੀ ਬੰਦਾ ਜਿਹੜਾ ਉਹ ਕੋਈ ਵੀ ਬੰਦਾ ਉਹਨੂੰ ਯੂਜ਼ ਕਰ ਸਕਦਾ। ATM ਭਾਈਆਂ ਜ਼ਰਾ ਗੌਰ ਕਰਨਾ ਕਿ ਜਿਸਲੇ ATM ਲੁੱਟੀ ਜਾਏ ਨਾ ਤੇ ਉਸਲੇ ਤੇ ਉਹ ਸਿਆਹੀ ਪੈ ਜਾਂਦੀ ਹੈ। ਉਹ ਨਿਸ਼ਾਨ 85 ਤਾਂ ਹੋਇਆ ਉਹ ਲੁੱਟਣ ਹੋਣ ਲੱਗੀ ਸੀ। ਲਓ ਕੀ ਕਹਿੰਦੇ ਵਾਹ, ਉਹ ਸਾਰੀ ਕੈਸ਼ ਦੇ ਉੱਤੇ ਉਹ ਫਿਰ ਨਿਸ਼ਾਨ ਪੈ ਗਏ। ਵਾਹ ਯਾਨੀ ਇਸਤੇਮਾਲ ਹੁੰਦਾ ਵਾ ਇੱਜ਼ਤ ਲੁੱਟੀ ਗਈ ਹੈ ਦਾ ਮਤਲਬ ਮਿਰਜ਼ੇ ਦੀ ATM ਲੁੱਟੀ ਗਈ ਸੀ ਉੱਥੋਂ ਇਨਸਪਾਇਰ ਹੋ ਕੇ ਇੱਜ਼ਤ ਲੁੱਟੀ ਗਈ ਜਿਹੜਾ ਲਫ਼ਜ਼। ਵਾਹ ਇਹ ਜ਼ਿਆ ਭਾਈ ਦੇਖੋ ਹੁਣ ਤੁਸੀਂ ਇਹਦੀ ਇੱਕ ਤਤਬੀਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਨੁਸਰਤ ਜਹਾਂ ATM ਯਾਨੀ ATM ਹੈ ਨੁਸਰਤ ਜਹਾਨੀ। ਦੇਖੋ ਤੁਹਾਨੂੰ ਪਤਾ ਹੈ ਵੀ ਪੁਰਾਣੇ ਦੌਰ ਵਿੱਚ ਉਹ ਕੋ TV ਹੁੰਦੇ ਸਨ ਤੇ ਉਹ ਰਿਮੋਟ ਨਾ ਵੀ ਹੋਵੇ ਨਾ ਤੇ ਮਤਲਬ ਇਸ ਤਰ੍ਹਾਂ ਧੱਫਾ ਮਾਰ ਕੇ ਤੇ ਉਹਨੂੰ ਚਲਾ ਲਈਦਾ ਸੀ। ਤੇ ਇਹ ਜਿਹੜੀ ਆਈਟਮ ਸੀ ਹਕੀਮ ਨੂਰਦੀਨ ਜਿਹੜਾ ਸੀ ਉਹ ਧੱਕਾ ਮਾਰ ਕੇ ਚਲਾ ਲੈਂਦਾ ਹੋਣਾ। ਇਹ ਕਿਬਲਾ ਇਹ
ਕੁਝ ਬੱਚਿਆਂ ਦਾ ਯਾ ਥੱਲੇ ਭਾਈ ਸਵਾਲ WhatsApp ਆਇਆ ਕਿ check ਜਿਹੜਾ ਕਰਨਾ, ਧੱਫੇ ਵਾਲਾ ਰਿਵਾਜ ਹੀ ਗੋਰੇ ਨੇ WhatsApp ਉੱਥੇ check ਸਿੱਖਿਆ। ਉਹ ਇੱਕ ਮੀਮ ਸੀ ਨਾ, ਉਹਨੇ ਕਿਹਾ for God's sake, for the last time I'm telling you, it's Father, forgive me, for I have sinned. Not Daddy, I'm sorry, I'm a bad girl. ਓਏ ਹੋਏ ਹੋਏ। ਰੂਪ ਭਾਈ ਅੱਛਾ ਜ਼ਿਆ ਭਾਈ, ਜਿਹੜੀ ਉਹ ਗੱਲ ਕਰਦੇ ਹੋ ਤੁਸੀਂ ਉਹ ਦਾਤ ਦੇਣ ਵਿੱਚ ਉੱਠੋ ਸੂਰਾ ਨਮਾਜ਼ ਪੜ, ਇਹ ਇੱਕ ਉਪਨ ਮੰਜ਼ਰ ਮੈਂ ਨੀਚੇ ਲਿਖ ਕੇ ਥੱਕ ਗਿਆ, ਮੈਂ ਕਿਹਾ ਹੁਣ ਉੱਤੇ ਆ ਕੇ ਪੁੱਛਣਾ ਪਏਗਾ। ਇਸ ਦੇ ਬਾਰੇ ਦੱਸੋ ਕੁਝ। ਇਹਦਾ ਪਸ ਮੰਜ਼ਰ ਇਹੀ ਹੈਗਾ ਵਾ, ਮਿਰਜ਼ੇ ਗੁਲਾਮ ਕਾ ਇਹਨਾਂ ਦੇ ਅਖਬਾਰ 'ਚ ਲਿਖਿਆ ਹੋਇਆ ਅਲ ਫਜ਼ਲ ਦੇ ਵਿੱਚ ਕਿ ਮਿਰਜ਼ੇ ਗੁਲਾਮ ਕਾਦੀਆਨੀ ਦਾ ਇੱਕ ਮੁਰੀਦ ਸੀ, ਉਹ ਮਿਰਜ਼ੇ ਦੀ ਖਿਦਮਤ ਕਰਦਾ ਹੁੰਦਾ ਸੀ ਤੇ ਇੱਕ ਦਿਨ ਕਹਿੰਦੇ ਉਹਨੂੰ ਵੀ ਨਾ ਉਸ ਪਰ भी एक इल्हाम का छींटा बाबरकत हजरत मसीह इल्हाम का छींटा उस पर पड़ ਉਹ गया ਚੀਟਾ ਹੈ ਕਿਹੜਾ ਜੀ? ਜਿਹਦੇ ਤੇ ਛਿੱਟਾ ਇਲਹਾਮ ਦਾ ਫਿਲਹਾਲ ਹਲਾਮ ਦਾ ਹੀ ਸਮਝ ਲਓ, ਬਾਕੀ ਹੈ ਉਹ ਜਿਹੜਾ ਤੁਸੀਂ ਦੀ ਸਮਝ ਰਹੇ ਹੋ। ਬਰਕਤ ਨਾਲ ਸਿਰਫ ਇੱਕ ਛਿੱਟਾ ਪਿਆ ਇਲਹਾਮ ਦਾ, ਤੇ ਉਹ ਕਹਿੰਦਾ ਸੁੱਤਿਆ ਹੋਇਆ ਸੀ ਤੇ ਉਹਨੂੰ ਇਲਹਾਮ ਹੋਇਆ ਉੱਠ ਓਏ ਸੂਰਾ ਨਮਾਜ਼ ਪੜ। ਮੈਂ ਕਿਹਾ ਜਿੱਥੇ ਛਿੱਟਾ ਪਿਆ ਉਹਦੇ ਇਲਹਾਮ ਦਾ ਇਹ ਹਾਲ ਆ, ਤੇ ਜਿਹੜਾ ਪੂਰਾ ਆਪ ਹੀ ਛਿੱਟ ਇਹ ਰਿਵਾਇਤ ਬਿਆਨ ਕਿਨੇ ਕੀਤੀ ਹੈ? ਇਹ ਕੋਈ ਬਿਆਨ ਕਰਨ ਵਾਲਾ ਬੰਦਾ ਨਾ ਛਿੱਟਾ ਸੀ ਉਹਨੇ ਬਿਆਨ ਕੀਤੀ। नहीं गैर पार्लिमानी छुट्टियां सी, ਉਹਦਾ ਕੀ ਹਾਲ ਹੈ? नहीं ये गैर पार्लिमानी लफ्ज है। बाकी और एड़ा तत्वीक देखो, ਕਲਮ ਦੀ ਗੱਲ ਕਰ ਰਹੇ ਨੇ ਉਹ ਸਾਹਿਬ ਆਦੇ ਸਭ ਕਲਮ ਦੀ ਗੱਲ ਕਹੋ ਇੰਜ ਕਰਕੇ ਨਾ ਦਸਤਾਵੇ। ਹਾਂ ਉਹ ਕਲਮ ਹੱਥ ਚੋਂ ਛੁੱਟ ਗਿਆ ਨਾ ਜ਼ਰਾ, ਪੰਜਾਬੀ ਦੀ ਵਜ੍ਹਾ ਤੋਂ ਥੋੜਾ ਮਿਸ ਅੱਗੇ ਬੜੇ ਤੇ ਮੇਰੀ ਤਰਾਨੇ ਗਾਏ ਜਾ ਰਹੇ ਨੇ। नहीं तत्वीक देखो कितना प्यारा भाई ने लफ्ज ढूंढा पे, तत्वीक करो। ਠੀਕ ਹੈ ਠੀਕ। ਇਹ ਤੇ ਮੌਲਵੀ ਸਾਹਿਬ ਨੇ ਤੇ ਜ਼ਾਹਰੀ ਮਾਨੀ ਬਿਆਨ ਕੀਤੇ ਨੇ, ਤੇ ਚੀਜ਼ਾਂ ਦੇ ਬਾਤਨੀ ਮਾਨੀ ਵੀ ਤੇ ਹੁੰਦੇ ਨੇ ਨਾ। ਤੁਸੀਂ ਹੁਣ ਮੌਕਾ ਦਿਓ ਖਾਕਸਾਰ ਨੂੰ। ਦੇਖੋ ਇਹ ਤੇ ਉਹ ਜ਼ਾਹਰੀ ਮਾਨੀ ਹੈ ਵੀ ਜਿਹੜਾ ਮਾਰਕੀਟ 'ਚ ਮਸ਼ਹੂਰ ਹੈ, ਤੇ ਮੌਲਵੀ ਸਾਹਿਬ ਨੇ ਦੱਸ ਦਿੱਤਾ ਹੈ ਤੇ ਅਸੀਂ ਇਹਨਾਂ ਦੇ ਮਸ਼ਕੂਰ ਹਾਂ, ਲੇਕਿਨ ਇਹਦਾ ਇੱਕ ਬਾਤਨੀ ਮਾਨੀ ਨਹੀਂ। ਦਰਅਸਲ ਇੱਕ ਬੰਦਾ ਜਿਹਦੀ ਪੇਮੈਂਟ ਫਸੀ ਸੀ, ਮੁਸਲਸਲ ਸਾਰੀ ਰਾਤ ਏਟੀਐਮ ਨੂੰ ਧੱਫੇ ਮਾਰਦਾ ਰਿਹਾ, ਲੇਕਿਨ ਉਦੋਂ ਪੇਮੈਂਟ ਨਹੀਂ ਆਈ। ਅੱਕ ਕੇ ਤੇ ਉੱਥੇ ਹੀ ਸੌਂ ਗਿਆ, ਤੇ ਸਵੇਰੇ ਪੇਮੈਂਟ ਦਾ ਇੱਕ ਹਲਕਾ ਜਿਹਾ ਛਿੱਟਾ ਆਇਆ ਤੇ ਪਿੱਛੋਂ ਆਵਾਜ਼ ਆਈ, ਓਏ ਉੱਠ ਸੂਰਾ ਹੁਣ ਨਮਾਜ਼ ਪੜ, ਬਸ ਕਰ। ਇੱਥੇ ਹੀ ਪਿਆ ਰਹਿਣਾ। नहीं वो डकैती भी विच पाओ जनाब, डकैती पाओ पे एटीएम ते ना वो सारे छिट्टे पै गए। ਉਹ ਤੁਸੀਂ ਸਮਝਦਾਰ ਹੋ। ਕਾਰਡ ਦੇ ਕਸਰਤ ਨਾਲ ਕਾਰਡ ਪੈਂਦੇ ਰਹੇ ਨੇ, ਜਿਹੜਾ ਬਾਅਦ ਦੇ ਵਿੱਚ ਏਟੀਐਮ 'ਚ ਏਟੀਐਮ ਨੂੰ ਦਸਤ ਲੱਗ ਗਿਆ ਸੀ, ਫਿਰ ਰਕਮ ਦੇਖੋ ਨਾ ਉਹਨਾਂ ਨੇ ਦੱਸਿਆ ਆਪਣਾ ਜਿਆ ਬਈ ਤੁਸੀਂ ਅਗਰ ਕਾਰਡ ਤੋਂ ਆਂਦੀ ਰਹੀ ਲਗਾਤਾਰ। ਦੇਖੋ ਥੋੜਾ ਜਿਹਾ ਅੱਜ ਕੱਲ ਵੀ ਤੁਸੀਂ ਜੀ ਮੈਂ भाई ਜਿਹੜਾ ਉਹ ਤਬਰਕ ਗੱਲ ਸੁਣੋ ਨਾ, ਜਿਹੜੇ ਉਹ ਬੰਦਾ ਹੱਥ ਲਾ ਕੇ ਤਬਰਕ ਲੈਂਦਾ ਸੀ, ਇਹ ਉੱਥੋਂ ਵੀ ਅਸਰ ਪਿਆ ਹੈ ਨਾ। ਉਹ ਜ਼ਰਾ ਗੱਲ ਵਿੱਚ ਪਾਓ। ਮਿਰਜ਼ਾ ਭਾਈ ਉਹ ਤਬਰਕ ਨਹੀਂ ਸੀ ਲੈਂਦਾ, ਉਹ ਤਾਂ ਵਿਚਾਰਾ ਦਿਹਾੜੀ ਲਾਣ ਆਉਂਦਾ ਸੀ, 150 ਵਾਲਾ ਨੋਟ ਨਿਚੋਇਆ। ਨਹੀਂ ਉਹ ਵਾਕਿਆ ਕੀ ਹੈ, ਉਹ ਜ਼ਰਾ ਵਾਕਿਆ ਬਿਆਨ ਕਰੋ ਤਾਂ ਕਿ ਮਿਰਜ਼ਾਈਆਂ ਦੇ ਕੰਨ ਖੁੱਲਣ, ਪਤਾ ਚੱਲੇ ਭਾਈ ਇਹ ਵੀ ਹੁੰਦਾ ਰਿਹਾ। ਨਹੀਂ ਉਹ ਕਾਜ਼ੀ ਯਾਰ ਹੀ ਸੀ ਨਾ। ਉਹ ਜਦੋਂ ਮਿਰਜ਼ਾ ਗੁਲਾਮ ਕਾਦੀਆਨੀ ਪੂਜਾ ਪਾਠ ਕਰਨ ਜਾਂਦਾ ਸੀ ਆਪਣੇ ਬਾਦਸ਼ਾਹ ਦੇ ਖਾਨੇ ਦੇ ਵਿੱਚ, ਤੇ ਉਹ ਜਦੋਂ ਮੱਥਾ ਟੇਕਦਾ ਸੀ ਨਾ ਥੱਲੇ, ਪਿੱਛੋਂ ਏਟੀਐਮ ਦਾ ਮੂੰਹ ਤਾਂ ਉਹਨੂੰ ਹੋ ਜਾਂਦਾ ਸੀ, ਤੇ ਉਹ ਨੱਸਦਾ ਸੀ ਪਿਛਲੀਆਂ ਸਫਾਂ ਤੇ ਹੁੰਦਾ ਸੀ, ਉਹ ਪਿਛਲੀਆਂ ਸਫਾਂ ਤੋਂ ਨੱਸਦਾ ਸੀ, ਜਾ ਕੇ ਵਿੱਚੋਂ 2-4 ਨੋਟ ਜਿੰਨੇ ਵੀ ਅਸਬਤ ਫੀਕ ਏਟੀਐਮ ਚੋਂ ਲੱਭਦੇ ਸੀ ਕੱਢ ਕੇ, ਉਹ ਸਿਰ ਚੁੱਕਣ ਤੋਂ ਪਹਿਲੇ ਉਹ ਛਾਲ ਮਾਰ ਕੇ ਪਿਛਲੀ ਸਫ ਤੇ ਪਹੁੰਚ ਜਾਂਦਾ ਸੀ। ਅੱਛਾ ਵੀ ਤੁਸੀਂ ਸਾਰਿਆਂ ਨੇ ਮੇਰੇ ਕੋਲ ਵੇਖੋ ਕੈਸੇ ਰੂਹਾਨੀ ਉਂਗਲ ਦੇ ਕੇ ਜਾਂਦਾ ਸੀ, ਹੁਣ ਪਤਾ ਲੱਗਿਆ ਉਹ ਨੋਟ ਮੈਂ ਉਹਨੂੰ ਕਹਿ ਬੈਠਾ ਨਾ, ਉਹਨੂੰ ਅਸਦ ਬਹਿਰੀਨ ਨੂੰ, ਬਈ ਇਹ ਉਂਗਲਾਂ ਦਿੰਦਾ ਸੀ ਉਹਨੂੰ, ਤੇ ਉਹ ਮੈਨੂੰ ਪਹਿਲਾਂ ਦੀ ਗੱਲ ਕਹਿੰਦਾ ਬਈ ਇਹ ਤੁਸੀਂ ਕੋਲੋਂ ਗੱਲਾਂ ਬਣਾ ਲੈਂਦੇ, ਉਂਗਲਾਂ ਦਿੰਦਾ ਸੀ। ਉੱਥੇ ਕਿਤਾਬ 'ਚ ਤੇ ਨਹੀਂ ਲਿਖਿਆ। ਮੈਂ ਕਿਹਾ ਚਲੋ ਕਿਤਾਬ ਖੋਲ ਕੇ ਵੇਖ ਲੈਣਾ ਕੀ ਲਿਖਿਆ। ਕਿਤਾਬ ਖੋਲ ਕੇ ਲਿਖੀ ਤੇ ਕਹਿੰਦਾ ਵੇਖੋ ਇੱਥੇ ਉਸਤਾਦ ਜੀ ਕਿੱਥੇ ਲਿਖਿਆ ਕਿ ਉਂਗਲਾਂ ਦਿੰਦਾ ਸੀ। मैं क्या भी इत्थे लिखे है कि नामुनासिब तरीके से जिस्म पर हाथ फेरता था। मैं क्या था मैं ना दस मनो कहता भी नामुनासिब तरीके ते होना तेरे हाथ छत फेरदा होना छाती छुती, ते मैं क्या जेड़ा छाती ते हाथ फेरे तो मुनासिब हुंदा है ना। नामुनासिब दा मतलब ही है वे कि ऐसी जगह ते किरे जेड़ी मुनासिब दा मतलब बैरी ने क्या होना बांह दी
ਮੈਂ ਕਿਹਾ मेरी ने नहीं किया ना मुनासिब का मतलब है बांध दी सी। ਮੈਂ ਕਿਹਾ ਜਿਹੜੇ ਬੱਚੇ ਨੇ ਨਾ ਛੋਟੇ ਇੱਥੇ ਯੂਰਪ ਵਿੱਚ ਜਦੋਂ ਸਕੂਲਾਂ 'ਚ ਜਾਂਦੇ ਨੇ ਨਾ 3 4 5 ਸਾਲ ਦੇ ਬੱਚੇ ਤੇ ਉਹਨਾਂ ਨੂੰ ਟੀਚਰਾਂ ਇੱਥੋਂ ਦੱਸਣ ਸ਼ੁਰੂ ਕਰਦੀਆਂ ਨੇ ਕਿ ਬੇਟਾ ਇਹ ਤੇਰਾ ਚਿਹਰਾ ਏ, ਇਹ ਤੇਰਾ ਨੋਜ਼ ਏ, ਨੱਕ ਏ, ਇਹ ਤੇਰੀਆਂ ਅੱਖਾਂ ਨੇ, ਇਹ ਤੇਰੇ ਹੱਥ ਨੇ, ਇਹ ਤੇਰੇ ਬਾਜ਼ੂ ਨੇ, ਇਹ ਤੇਰਾ ਪੇਟ ਹੈ। ਇੱਥੋਂ ਤੱਕ ਤੇਰਾ ਕੋਈ ਬੰਦਾ ਤੇਰਾ ਪਾਪਾ ਟੱਚ ਕਰੇ ਤੈਨੂੰ ਛੂਏ ਤੇ ਕੋਈ ਗੱਲ ਨਹੀਂ, ਇਸ ਤੋਂ ਥੱਲੇ ਅਗਰ ਕੋਈ ਬੰਦਾ ਤੇਰੇ ਜਿਸਮ ਨੂੰ ਟੱਚ ਕਰੇ ਤੇ ਉਹ ਨਾ ਮੁਨਾਸਿਬ ਤਰੀਕੇ ਤੂੰ ਫੌਰਨ ਕਾਲ ਕਰਨੀ ਹੈ, ਟੀਚਰ ਨੂੰ ਦੱਸਣਾ ਹੈ। ਈਵਨ ਅਗਰ ਟੀਚਰ ਟੱਚ ਕਰੇ ਤਾਂ ਪੁਲਿਸ ਨੂੰ ਕਾਲ ਕਰਨੀ ਹੈ। ਕੋਈ ਵੀ ਬੰਦਾ ਤੇਰਾ ਇਹ ਪ੍ਰਾਈਵੇਟ ਪਾਰਟਸ ਨੇ ਇਹਨਾਂ ਨੂੰ ਕੋਈ ਵੀ ਟੱਚ ਨਹੀਂ ਕਰ ਸਕਦਾ। ਇਹਨੂੰ ਜਿਹੜਾ ਟੱਚ ਕਰੇਗਾ ਉਹ ਨਾ ਮੁਨਾਸਿਬ। ਮੈਂ ਕਿਹਾ ਇਹ ਥਾਂ ਹੁੰਦੀ ਹੈ ਨਾ ਮੁਨਾਸਿਬ, ਬਾਕੀ ਸਾਰਾ ਜਿਸਮ ਮੁਨਾਸਿਬ ਹੁੰਦਾ ਹੈ। ਲੋਕ ਪੀਰਾਂ ਦੇ ਪੈਰ ਵੀ ਚੁੰਮਦੇ ਨੇ, ਟੱਚ ਵੀ ਕਰਦੇ ਨੇ, ਪਿੰਨੀਆਂ ਵੀ ਕੁੱਟਦੇ ਨੇ, ਹੱਥ ਵੀ ਚੁੰਮਦੇ ਨੇ, ਕਈ ਪੀਰ ਦਾ ਮੱਥਾ ਵੀ ਚੁੰਮਦੇ ਨੇ, ਦਾੜੀ ਚੁੰਮਦੇ ਨੇ। ਇਹ ਤਾਂ ਸਾਰੇ ਮੁਨਾਸਿਬ ਜਗ੍ਹਾ ਨੇ। ਉਹ ਜਿਹੜੀ ਨਾ ਮੁਨਾਸਿਬ ਥਾਂ ਹੈ ਉਹ ਕਿਹੜੀ ਹੈ? ਸਲਾਮ ਅਲੈਕੁਮ ਸਭ ਨੂੰ। ਵਾਲੇਕੁਮ ਸਲਾਮ ਵਰਹਿਮਤੁல்லாਹ ਵਬਰਕਾਤੁਹ। ਮੈਂ ਇਸ ਬਾਰੇ ਆਖਣਾ ਚਾਹਨਾ ਕਿ ਜਦੋਂ ਮਿਰਜ਼ਾ ਸਾਹਿਬ ਜਾਂਦੇ ਸਨ ਨਾ ਥੱਲੇ, ਸਜਦੇ ਤੇ ਨਹੀਂ ਹੁੰਦੇ, ਥੱਲੇ ਜਾਂਦੇ ਸਨ, ਸਿਰ ਜ਼ਮੀਨ ਨਾਲ ਲਾਉਂਦੇ ਸਨ ਨਾ, ਤੇ ਪਿੱਛੋਂ ATM ਦਾ ਕੋਡ ਲਾਂਦਾ ਸੀ ਜਾ ਕੇ, ਤੇ ਕੋਡ ਗਲਤ ਲੱਗਦਾ ਸੀ ਤੇ ਥੱਲੇ ਲੀਵਰ ਖਿੱਚਣਾ ਚਾਹੁੰਦਾ ਸੀ, ਲੀਵਰ ਹੈ ਹੀ ਕੋਈ ਨਹੀਂ ਸੀ, ਤੇ ਫਿਰ ATM ਖੁੱਲਦੀ ਨਹੀਂ ਸੀ। ATM ਤੇ ਨਾ ਹੋਈ, ਇਹ ਤੇ ਉਹ ਜੂਏ ਖਾਨੇ ਦੀ ਮਸ਼ੀਨ ਹੋਗੀ ਕਿ ਸਿੱਕਾ ਪਾ ਕੇ ਲੀਵਰ ਖਿੱਚੋ ਤੇ ਕਿਸਮਤ ਖੁੱਲੇਗੀ ਤੇ ਵਾਵਾ ਸਿੱਕੇ ਨਿਕਲਣਗੇ। ਹੋਈ ਜੇ ਤੁਹਾਡਾ ਖੁੱਸਾ ਵੀ ਬਹੁਤ ਵਧੀਆ ਸੀ ਤੇ ਅੱਜ ਲੀਵਰ ਵੀ ਬਹੁਤ ਵਧੀਆ। ਸੇ ਤੁਹਾਡਾ ਬੜਾਪਾ ਨੇ, ਬਾਕੀ ਤਾਰੀਖ ਦੀਆਂ ਕਿਤਾਬਾਂ ਦੱਸਦੀਆਂ ਨੇ ਕਿ ਲੀਵਰ ਲੂਵਰ ਉੱਥੇ ਹੈ ਕੋਈ ਨਹੀਂ ਸੀ। ਕਿਉਂ ਮੌਲਵੀ ਯਾਰ ਸੂਲ ਕਿ ਲੀਵਰ को ਲੱਭਦਾ ਨਹੀਂ ਸੀ। तरीक किताब च लिखा होया वा नावुज बकुल्ली जाता रहता था, तो लिवर तो है ही कोई नहीं सी। ਕੋਈ ਨਹੀਂ ਸੀ ਤੇ ਬਾਕੀ ਸ਼ਰਾਬਾਂ ਪੀ ਪੀ ਕੇ ਲੀਵਰ ਵੀ ਕੋਈ ਨਹੀਂ ਸੀ। ਦੋਵਾਂ ਦਾ ਬੇੜਾ ਗਰਕ ਸੀ। ਨਹੀਂ ਲੰਮੀਆਂ ਪਿਆ ਨੌਜ਼ ਬਕੁੱਲੀ नहीं वो लीवर जिदा है सी, उन्होंने वो बढ़ा के कचरे हो गए सड़ते। में सोबत की हालत में लेटने के वक्त नावुज बकुल्ली जाता रहता था। सोबत की हालत। ਅਰੇ ਨਾਬੁਲ ਦਾ ਮਤਲਬ ਤੇ ਦੱਸ ਛੱਡ ਮੌਲਵੀ, ਮੈਂ ਉਦੋਂ ਦਾ ਪਰੇਸ਼ਾਨ ਹੈ ਕੀ ਬੁਲਾਵਾਂ ਇਹਨੂੰ ਅੱਗੇ ਦੱਸਿਆ ਤੇ ਹੈ, ਤੈਨੂੰ ਪੰਜਾਬੀ ਦੱਸਾਂ ਫਿਰ ਸਮਝ ਆਏਗੀ। ਤੂੰ ਦੱਸ ਛੱਡ ਯਾਰ। ਖੜਾ ਹੁੰਦਾ ਬਸ। मोटरसाइकिल स्कूटर ना दस्या अगे स्कूटर। ਬਕੁੱਲੀ ਦਾ ਮਤਲਬ ਹੁੰਦਾ ਹੈ, ਬਕੁੱਲੀ ਦਾ ਮਤਲਬ ਹੁੰਦਾ ਹੈ ਮੁਕੰਮਲ ਤੌਰ ਤੇ। ਇਹਦੇ ਲਈ ਨਾ ਅਸੀਂ ਕੋਡ ਵਰਡ ਕੱਢਿਆ ਸੀ ਮੌਲਵੀ ਯਾਰ ਸੂਲ ਪਿਛਲੇ ਦਿਨ ਨਾ, ਤਸੰਭਲ ਐਸਾ ਲਫ਼ਜ਼ ਜਿਹੜਾ ਕਿਸੇ ਡਿਕਸ਼ਨਰੀ 'ਚ ਨਾ ਲੱਭੇ ਇਹਨਾਂ ਨੂੰ। ਨਹੀਂ ਤੇ ਅਮਰ ਭਾਈ ਉਹ ਕਟਵਾਏ ਆ ਕਿੰਨੇ ਸੀ? ਇਹਦੇ ਪਿਓ ਦੇ ਭਰਾ ਨੇ, ਗੁਲਾਮ ਮੁਰਤਜ਼ਾ ਦੇ ਭਰਾ ਨੇ। ਉਹ ਤੁਹਾਡਾ ਭਲਾ। ਸੀ ਭਲਾ ਨਾ ਨਹੀਂ ਮੇਰੇ ਜ਼ਿਹਨ ਚ ਰਿਹਾ 4 ਭਰਾ ਸਨ। ਉਹਨੇ ਵੀ ਕੋਈ ਸਿਲਸਿਲਾ ਕਹਿੰਦੇ ਸ਼ੁਰੂ ਕੀਤਾ ਸੀ ਥੋੜਾ ਜਿਹਾ, ਕੋਈ ਆਪਣਾ ਭਗਤੀ ਸ਼ਕਤੀ ਦਾ ਹੈ ਨਾ। ਉਹ ਚਾਚੇ ਦਾ ਮੁੰਡਾ ਸੀ ਮਾਮਦੀਨ ਉਹਨਾਂ ਨੇ। ਅੱਛਾ ਮਾਮਦੀਨ ਤੇ ਸੱਚ ਦੂਸਰਾ ਸੀ ਨਾ। ਇਹ ਵੀ ਇੱਕ ਹੈਗਾ ਸੀਗਾ ਜਿਹੜਾ ਬਾਕੀ ਇਹਨੇ ਵੀ ਤੇ ਲਿਖਿਆ ਹੈ ਨਾ ਕਿ ਉਹ ਇਹਨੇ ਲਿਖਿਆ ਕਿ ਪਤਾ ਨਹੀਂ ਇਹਨਾਂ ਦੇ ਕਿਸੇ ਖਲੀਫੇ ਨੇ ਲਿਖਿਆ ਹੈ ਕਿ ਜਿਹੜਾ ਮੋਮਨ ਹੁੰਦਾ ਵੇ ਉਹ ਆਪਣਾ ਕੀ ਉਹਨਾਂ ਦੇ ਨੇ ਖੱਸੀ ਹੁੰਦਾ। ਹਾਂ ਇਹਦੇ ਹੀ ਮਲਫੂਜ਼। ਅਤੇ ਗੱਲ ਤੇ ਫਿਰ ਉੱਥੇ ਹੀ ਆ ਗਈ ਨਾ। नहीं लीवर लवाया सी ना, लीवर ਉਹਨੇ ਤਾਂ ਅੱਛਾ ਵੇਖੋ ਐਸਾ ਬਗੈਰਤ ਹੈ ਵੀ ਆਪਣੀਆਂ ਕਮਜ਼ੋਰੀਆਂ ਤੇ ਪਰਦਾ ਪਾਉਣ ਲਈ ਮੋਮਨ ਹੋਣ ਦੀ ਸ਼ਰਤ ਰੱਖਤੀ ਮਰਦਈਆਂ ਦੀ ਵੀ ਚਲੋ ਮੈਂ ਤੇ ਹੈ ਹੀ ਆ, ਤੁਸੀਂ ਵੀ ਸਾਰੇ ਜਿਹੜੇ ਨੇ ਨਾ ਲੱਗੋ ਲੈਣ। ਅਸਲ ਚ ਇਹਦੀ खुस्से लगो खुस्से ਜ਼ਿਹਨੀ ਬਿਮਾਰੀ ਜਾਂ ਕਹਿ ਲੋ ਕਿ ਸਿਕਨੈਸ ਮੈਂਟਲੀ ਇਸ ਤਰ੍ਹਾਂ ਦੀ ਸੀ ਕਿ ਤੁਸੀਂ ਸਾਰੀਆਂ ਕਿਤਾਬਾਂ ਪੜ੍ਹ ਲਓ ਨਾ, ਕੋਈ 2-4 ਸਫ਼ੇ ਐਸੇ ਨਹੀਂ ਹੁੰਦੇ ਜਿੱਥੇ ਪਸਤਾਨਾ ਦਾ ਜ਼ਿਕਰ, औरत के दूध का जिक्र, हैज का जिक्र, खस्सी होने का जिक्र, मर्दानगी का जिक्र, औरतां ਦਾ ਜ਼ਿਕਰ। ਮਤਲਬ ਇਹ ਸਿਕਨੈਸ ਸੀ। ਇਹ ਇੱਕ ਐਸਾ ਨਫਸੀਆਤੀ ਮਰੀਜ਼ ਸੀ ਜਿਹਦੇ ਜ਼ਿਹਨ 'ਚ ਚੀਜ਼ਾਂ ਉਹ ਰਹੇ ਹੁੰਦਾ ਹੈ। ਜਦੋਂ ਕੋਈ ਬੰਦਾ 20-25 ਸਾਲ ਮੁਜਰਦ ਰਹਿੰਦਾ ਨਾ, ਇਹ ਉਹਦੀ ਜ਼ੁਬਾਨ है। अच्छा ये ना एक नुक्ता आपने बड़ा कीमती बयान किया है जो नफ्सियाती वाला ना। अहमद यूसुफ मैंने ना इस पे पढ़ा था कहीं पे, ये नफ्सियात में बाकायदा एक बीमारी है कि
जो लोगों में आ जाती है कि किसी चीज की उन्हें अगर महरूमी हो ना, वो अपनी उस महरूमी को छुपाने के लिए अपना एक ऐसा ढकोसला रचाते हैं, एक अल्टर पर्सनैलिटी क्रिएट करते हैं कि मार्केट में बिल्कुल उसके अपोजिट मशहूर हो। वो मिसाल के तौर पे एक बंदा अगर अंधेरे से डरता है तो वो जगह जगह अपना तारफ कराएगा, फलानी जगह ते मैं जनाब कल ही कब्रस्ताने जा वड़े ऐसा, यानी अपने बारे में ऐसी कहानियां मशहूर करवाता है या ऐसा तासुर देने की कोशिश करता है कि ये कमजोरी मेरे में नहीं है। ये जो मिर्जा साहब ने बढ़ बढ़ के जनाब इधर उधर पैगाम भेजे, ब्याह करा दियो, फड्डे पा दियो, रोले पा दियो, ये बात भी इसी तरफ इशारा करती है कि पल्ले इनके कख नहीं था। ये मार्केट में अपना भरम रखने के लिए इन्होंने जो है ना खप डाली हुई थी, मेरा ममदीना ब्याह करा दियो, बाकी असल गवाही तो इनके घर से मिल रही है। एक भाई अजकल ਦੇ ਦੌਰ ਦਾ ਵੀ ਫੜਿਆ ਗਿਆ ਅਜੇ ਫਿਰ ਅਮਰ ਭਾਈ। ਉਹ ਕਿਹੜਾ? ਇੱਕ ਬੰਦਾ ਅੱਜਕੱਲ ਦੇ ਦੌਰ ਦਾ ਵੀ ਇਹੋ ਜਿਹਾ ਫੜਿਆ ਗਿਆ ਹੈ। ਸਾਕੀ ਭਾਈ ਰਹਿਣ ਦੋ, ਸਾਕੀ ਭਾਈ ਰਹਿਣ ਦੋ, ਬਸ ਲੱਗੀ ਹੈ ਸਮਝ, ਰਹਿਣ ਦੋ। ਉਹ ਵੀ ਆਂਦਾ ਮੈਂ ਅੱਛਾ ਆਪਣਾ ਅਮਰ ਨਜ਼ੀਰ ਭਾਈ ਜੀ ਜੀ, ਇਹ ਅੱਜ ਇੱਕ ਬਰਾੜ ਤੇ ਮੈਂ ਗੱਲ ਸੁਣੀ, ਮੈਂ ਉਹ ਗੱਲ ਦੁਹਰਾ ਤੇ ਨਹੀਂ ਸਕਦਾ, ਲੇਕਿਨ ਉਸ ਦਾ ਜਵਾਬ ਇਹ ਹੀ ਹੈ ਕਿ ਕਾਦੀਆਨ ਦੇ ਮਰਦਾਂ ਨੂੰ ਦੁੱਧ ਆਉਂਦਾ ਸੀ, ਇਹ ਕਿਹੜੀ ਜਾਂ ਬੱਕਰੀਆਂ ਨੂੰ ਦੁੱਧ ਆਉਂਦਾ ਸੀ, ਇਹ ਕੋਈ ਗੱਲ ਅਗਰ ਯਾਦ ਨੇ ਜਾਂ ਜ਼ਿਆ ਰਸੂਲ ਭਾਈ ਦੇ ਬੱਕਰੇ ਦੀ ਉਹਨੇ ਦੱਸੀ ਹੈ, ਮਰਦ ਵਾਲੀ ਵੀ ਉਹਨੇ ਦੱਸੀ ਹੈ, ਘੜ ਕੇ ਮਾਰਦਾ ਰਿਹਾ, ਪੈਰ ਜੋੜ ਕੇ ਚੂਕ ਮਾਰਦਾ ਰਿਹਾ। ਆਪਾਂ ਗੱਲ ਹੈ ਕਿ ਥੋੜੀ ਉਸ ਨੂੰ ਥੋੜਾ ਜਿਹਾ ਕੋ ਦੋ ਚਾਰ ਜੁਮਲੇ ਲਾ ਕੇ ਨਾਲ ਤੋਂ ਗੱਲ ਕਰੋ ਤੇ ਤਾਂ ਕਿ ਬੰਦੇ ਨੂੰ ਸਮਝ ਆਵੇ ਕਿ ਗੱਲ ਹੈ ਕਿ नहीं, रवायत लफज बलफज इस वे मेरे सामने नहीं है। ते वो मर्द दी छाती वाला भी उन्हें लिखे है ते बकरे दा भी लिखे है, दोवे गल्लां में मौजूद ने। अच्छा, ਇਹ ਤੇ ਤੁਸੀਂ ਕਿਬਲਾ ਉਹਦਾ ਜ਼ਾਹਰੀ ਮਾਨਾ ਬਿਆਨ ਕੀਤਾ ਹੈ ਨਾ, ਉਹ ਮੇਰੇ ਜ਼ਿਹਨ 'ਚ ਇੱਕ ਬਾਤਨੀ ਮਾਨਾ ਇਹਦਾ ਆ ਗਿਆ ਜੀ ਫੇਰ ਹੁਣ, ਅਗਰ ਇਜਾਜ਼ਤ ਹੋਵੇ ਤੇ। ਉਹ ਪਿਛਲੇ ਦਿਨਾਂ ਇੱਕ ਮੀਮ ਮੈਂ ਵੇਖੀ, ਉਹ ਕਿਧਰੇ ਕੋਈ ਹੋਣਾ ਕੋਈ ਕਿਤੇ ਗੋਰਿਆਂ ਦੀ ਕੋਈ ਫਿਲਮ ਦਾ ਸੀਨ, ਬਈ ਉਹ ਚਾਹ ਦਾ ਕੱਪ ਲੈ ਕੇ ਨਾ ਤੇ ਨਾਲ ਇੱਕ ਜਾਨਵਰ ਫੜਿਆ ਤੇ ਕਮਾਈ ਤੁਰੀ ਆਵੇ, ਤੇ ਉਹਨੇ ਕਿਹਾ ਵੇਖੇ ਨਾ ਐ ਮੇਰੀ ਗਾਂ ਕਿੱਡੀ ਸੋਹਣੀ, ਉਹਨੇ ਕਿਹਾ ਮਰੇ ਗਾਂ ਨਹੀਂ, ਉਹ ਕੋਈ ਅਲਪਾਕਾ ਨਾਂ ਦਾ ਜਾਨਵਰ ਸੀ, ਉਹਨੇ ਕਿਹਾ ਤੇ ਉਹ ਵੇ। ਉਹਨੇ ਕਿਹਾ ਤੂੰ ਉਹ ਗੱਲ ਨੂੰ ਛੱਡ, ਮੈਂ ਪਿਛਲੇ ਅੱਧੇ ਘੰਟੇ ਤੋਂ ਕਿੰਨੀ ਮਿਹਨਤ ਕਰਕੇ ਵੇਲਾ ਚਾਹ ਵਾਸਤੇ ਦੁੱਧ ਕੱਢ ਕੇ ਲਿਆਂਦਾ। ਤੇ ਉਹਨੇ ਕਿਹਾ ਬੇਸ਼ਰਮੇ ਗੌਰ ਕਰ, ਇਹ ਮੇਲ ਹੀ। ਉਹਨੇ ਆਖਿਆ ਮੈਂ ਵੀ ਆਖਾਂ ਊਂਠ ਦੀ ਸ਼ਕਲ ਦਾ ਇੱਕ ਜਾਨਵਰ ਹੁੰਦਾ ਹੈ। ਆਹੋ, ਤੇ ਉਹਨੇ ਕਿਹਾ ਮੈਂ ਵੀ ਆਖਾਂ ਕਿ ਮੈਂ ਅੱਧਾ ਘੰਟਾ ਖੱਪ ਲਾਈ ਹੈ ਤੇ ਕੋਈ ਬਹੁਤ ਥੋੜਾ ਨਿਕਲਿਆ ਦੁੱਧ। ਇਹ ਮਿਰਜ਼ਾ ਸਾਹਿਬ ਜਿਹੜੇ ਨੇ ਨਾ, ਇਹਨਾਂ ਨਾਲ ਕਿਧਰੇ ਕੋ ਹੱਥ ਹੋਇਆ, ਇਹਨਾਂ ਨੂੰ ਕਿਤੇ ਘਰਦਿਆਂ ਨੇ ਦੁੱਧ ਲੈਣ ਘੱਲਿਆ ਤੇ ਉਹ ਪੈਸੇ ਗਏ ਖਾ, ਇਹਨਾਂ ਕੋ ਕਾਦੀਆਨ ਦਾ ਬੱਕਰਾ ਚੋਰ ਲਿਆਂਦਾ ਮੈਨੂੰ ਲੱਗਦਾ, ਤੇ ਇਹਨਾਂ ਰਲਾ ਕੇ ਸਾਰਿਆਂ ਚਾਹ ਪੀਤੀ। ਨਹੀਂ, ਉਹਨਾਂ ਨੇ ਉਹ ਰੰਗ ਤੇ ਕਿਆਸ ਕੀਤਾ ਹੈ ਨਾ। ਹੈ रंग ते मैं समझिया नहीं गल। नहीं, सोचो थोड़ा जिहा गौर फरमाओ। नहीं वैसे इस टाइम ना वो की कहंदे ने, वो लैजेंड वाला दिमाग नहीं, वाकई नहीं काम कर रहे। ਉਹਨਾਂ ਨੇ ਰੰਗ ਦੀ ਮੁਸ਼ਾਬਤ ਨਾਲ ਆਖਿਆ ਵੀ ਠੀਕ ਹੈ, ਹੁਣ ਸਮਝੇ ਹੋ भाई बकरा भाई मिर्जा साहब किस कदर बरकत है। एक हुंदा चिट्टा जा खाना ही खराब है। मिर्जा गुलाम कादियानी दे कितनी नौसत है भाई, असल गल्लां ही साडे दिमाग ही चोड़ रखियां, इतना गंद है। असल गल्लां ने मुर्तजा साहब तुसी भी भोले बादशाह, यही असल गल्लां ने। मतलब प्यारे भाइयों इजाजत देते हैं, मैं ब्रॉड बंद कर दूं। मौलवी ਅਸੀਂ ਆਪਣੀ ਲਾ ਲੈਨੇ ਆ, ਕਰਦੇ नहीं ਅੱਗੇ ਆਨੇ ਆ ਵੀ ਕਿਧਰੇ ਤੁਸੀਂ ਸਾਨੂੰ ਹੁਣ ਹਫਤੇ ਦੀ ਜਿਹੜੀ ਹੈ ਨਾ ਸਾਨੂੰ ਲੱਭ ਗਈ ਇਹ ਕਮਰਸ਼ੀਅਲ ਠੇਕਾ, ਤੇ ਹੁਣ ਵੇਖ ਫਿਰ ਨਹੀਂ ਉਹ ਉੱਥੇ 11-12 ਦਾ ਟਾਈਮ ਹੋ ਗਿਆ, ਵਿਚਾਰਾ ਸਵੇਰੇ ਉਸਨੇ ਉੱਠਣਾ ਹੋ ਸੀ। नजर ठीक है, अल्लाह दे वाले जी जी बहुत शुक्रिया, अल्लाह पाक दे वाले, अल्लाह ने वाले अल्लाह दे वाले। ब्रेक के बाद फरूक भाई गल जरूर सुनानी है खुसा अहीर भाई, ਪੂਰੇ ਹਫਤੇ ਦਾ ਅਸੀਂ ਲੈ ਲਿਆ ਇਧਰੋਂ ਐਗਰੀਮੈਂਟ, ਤੇ ਹੁਣ ਇਹੀ ਕੁਝ ਹੋਇਆ। अहीर भाई ਤੁਸੀਂ ਲਾਣ ਲੱਗੇ ਹੋ? ਹਾਂ ਮੈਂ ਲਾਣਾ ओके, अल्लाह अल्लाह दे वाले सब।